ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਉਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਬਿੱਤ ਸੁਲਹੀ ਪਠਾਨ ਕ੍ਰੋਧ ਧਾਰ ਕੈ ਮਹਾਨ ਭਨੈ ਆਬ ਲਗ ਤੇਰੇ ਸੰਗ ਬਾਦ ਸੋ ਉਠਾਵਹੀ
ਸਮਝਿਓ ਨਾ ਜੋਰ ਨਾ ਬਿਲੋਕਿਓ ਹਮ ਔਰ ਤਿਨ ਮਾਲਕ ਮੁਲਕ ਕੋ ਨ ਜਾਨ ਤਰਾਸ ਪਾਵਹੀ ਸੋਲਹੀ ਪਠਾਨ ਕ੍ਰੋਧ ਧਾਰ ਕੈ ਮਹਾਨ ਪਨੈ ਆਬ ਲਗ ਤੇਰੇ ਸੰਗ ਬਾਦ ਸੋ ਉਠਾਵਹੀ ਸਮਝਿਓ ਨਾ ਜੋਰ ਨਾ ਬਿਲੋਕਿਓ ਹਮ ਔਰ ਤਿਨ ਮਾਲਕ ਮੁਲਕ ਕੋ ਨ ਜਾਨ ਤਰਾਸ ਪਾਵਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੀ ਪਾਰ ਕਿਰਪਾ ਮਿਹਰਾਮਤ ਸਦਕਾ ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਨਿਧ ਮਿਹਰਾਮਤਾਂ ਦਾ ਸਾਗਰ ਨਿਹਚਲ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਲੰਮੇ ਸਮੇਂ ਤੋਂ ਪਾਵਨ ਸਤਿਗੁਰਾਂ ਦੇ ਦਰ ਘਰ ਅੰਦਰ ਗੁਰ ਇਤਿਹਾਸ ਦੀ ਲੜੀਵਾਰ ਰੂਪ ਅੰਦਰ ਚੱਲ ਰਹੀ ਅੰਮ੍ਰਿਤ ਰੂਪ ਗਾਥਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਸ ਵਿੱਚ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਬਹੁਤ ਸੁਚੱਜੇ ਢੰਗ ਦੇ ਨਾਲ ਬੜੀ ਮਿਹਨਤ ਮੁਸ਼ੱਕਤ ਦੇ ਸਦਕਾ ਬੜੇ ਢੁਕਵੇਂ ਪ੍ਰਸੰਗ ਕਰਮਵਾਰ ਕਰਮ ਲਿਖਣਾ ਕੀਤੇ, ਜਿਨ੍ਹਾਂ ਦੀ ਵੰਡ ਰਾਸਾਂ ਤੇ ਰਾਸਾਂ ਤੋਂ ਅੱਗੇ ਅੰਸੂਆਂ ਵਿੱਚ ਕੀਤੀ ਗਈ ਹੈ। ਆਪਾਂ 22 ਅੰਸੂ ਤੇ ਰਾਸ ਤੀਜੀ ਇਸ ਗ੍ਰੰਥ ਅੰਦਰ ਪ੍ਰਿਥੀ ਚੰਦ ਦੇ ਝਗੜੇ ਕਰਨ ਤੋਂ ਬਾਅਦ ਦਿੱਲੀ ਨੂੰ ਰਵਾਨਾ ਤੇ ਸੁਲਹੀ ਨੂੰ ਮਿਲਣ ਦਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਜਥਾ ਪ੍ਰਸੰਗ ਦਰਜ ਕੀਤਾ ਲਿਖਿਆ 22 ਅੰਸੂ ਦਾ ਆਪਾਂ ਸ਼ਰਵਣ ਕੀਤਾ ਕੱਲ ਕਿ ਬਾਬਾ ਪ੍ਰਿਥੀ ਚੰਦ ਜੀ ਅਕਾਰਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਰਵੈਰ ਪਾਤਸ਼ਾਹ ਸਤਿਗੁਰਾਂ ਦੇ ਨਾਲ ਈਰਖਾ ਕਰਦੇ ਹੋਏ ਬਹੁਤ ਝਗੜਾ ਕਲੇਸ਼ ਕਰ ਰਹੇ ਹਨ। ਬਾਬਾ ਮਹਾਂਦੇਵ ਜੀਆਂ ਦੇ ਸਮਝਾਉਣ ਦੇ ਬਾਅਦ ਵੀ ਨਾ ਟਲੇ ਤੇ ਤਿਆਰਾ ਕਰਵਾ ਕੇ ਆਪਣੇ ਸੇਵਕਾਂ ਸਿੱਖਾਂ ਪਾਸੋਂ ਗੱਡਿਆਂ ਵਿੱਚ ਸਾਰੇ ਘਰ ਦਾ ਸਮਾਨ ਲਦਵਾ ਲਿਆ ਤੇ ਦਿੱਲੀ ਨੂੰ ਰਵਾਨਾ ਹੋਏ। ਜਦੋਂ ਕੋਈ 4 ਕੁ ਘੜੀਆਂ ਰਾਤ ਰਹਿ ਜਾਂਦੀ, ਦਿਨ ਚੜ੍ਹਨ ਵਿੱਚ ਫਰਕ ਰਹਿੰਦਾ ਹੈ, ਤੜਕੇ ਤੜਕੇ ਮੂੰਹ ਨੇਰੇ ਪ੍ਰਿਥੀ ਚੰਦ ਆਪਣੇ ਲਾਮੋ ਲਸ਼ਕਰ ਦੇ ਨਾਲ ਪਤਨੀ ਬੱਚੇ ਸਮੇਤ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਬਣਿਆ। ਅੰਮ੍ਰਿਤ ਵੇਲੇ ਮੂੰਹ ਨੇਰੇ ਇਸ ਵਾਸਤੇ ਵੀ ਜੇ ਦਿਨ ਵੇਲੇ ਜਾਵਾਂਗੇ ਬਹੁਤ ਟਿਚਰਾਂ ਮਜ਼ਾਕ ਕੀਤੇ ਜਾਣਗੇ, ਕਿਉਂਕਿ ਇਹ ਜਾਣਦਾ ਵੀ ਕੰਮ ਕੋਈ ਮੈਂ ਚੰਗਾ ਕੀਤਾ ਨਹੀਂ। ਸਿੱਖ ਰੋਹ ਵਿੱਚ ਹੈ, ਮੇਰੇ ਮੂੰਹ ਤੇ ਸਾਰੀਆਂ ਗੱਲਾਂ ਆਖਣਗੇ, ਹੋ ਸਕਦਾ ਝਗੜਾ ਹੀ ਹੋ ਜਾਵੇ, ਤੇ ਡਰਦਾ ਮੂੰਹ ਨੇਰੇ ਹੀ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਬਣਿਆ, ਤੁਰ ਬਣਿਆ। ਤੇ ਅਜੇ ਇੱਧਰ ਪੰਜਾਬ ਵਿੱਚ ਹੀ ਸੀ, ਦਿੱਲੀ ਜਾਣ ਲਈ ਰਵਾਨਾ ਹੋਣਾ ਸੀ। 1-2 ਦਿਨ ਅਜੇ ਰਸਤੇ ਵਿੱਚ ਇੱਧਰ ਹੀ ਅਜੇ ਪੰਜਾਬ ਵਿੱਚ ਫਿਰਦਿਆਂ ਇਹਨੂੰ ਕਿਤੇ ਖਬਰ ਹੋਈ ਵੀ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਜਿਹਨੂੰ ਮਿਲਣ ਵਾਸਤੇ
ਤੁਸੀਂ ਜਾ ਰਹੇ ਹੋ ਪ੍ਰਿਥੀ ਚੰਦ ਜੀ ਸੁਲਹੀ, ਉਹ ਉੱਥੇ ਹੈ ਨਹੀਂ। ਫਿਰ ਕਿੱਥੇ ਹੈ? ਕਹਿੰਦੇ ਜੀ ਉਹ ਇੱਧਰ ਮਾਮਲਾ ਉਗਰਾਉਣ ਵਾਸਤੇ ਲਾਹੌਰ ਦੇ ਲਾਗੇ ਤਾਗੇ ਜਾਂ ਇੱਧਰ ਮਾਝੇ ਦੇ ਏਰੀਏ 'ਚ ਆਇਆ ਹੋਇਆ। ਬੜਾ ਖੁਸ਼ ਹੋਇਆ, ਕਹਿੰਦੇ ਸ਼ੁਕਰ ਹੈ, ਦਿੱਲੀ ਕਿੱਧਰ ਜਾਵਾਂਗੇ, ਫੌਜ ਕੋਲ ਹੋਣੀ ਇੱਥੇ ਹੀ। ਇਹਦੇ ਨਾਲ ਸਲਾਹ ਮਸ਼ਵਰਾ ਆਪਣੇ ਮਿੱਤਰ ਨਾਲ ਕਰਕੇ ਤੇ ਆਪਦੀ ਚਾਲ ਨੂੰ, ਆਪਦੇ ਕੰਮ ਨੂੰ ਮੈਂ ਅੰਜਾਮ ਦੇ ਦੇਵਾਂਗਾ, ਪੂਰਾ ਕਰ ਲਵਾਂਗਾ। ਪਤਾ ਲੱਗਿਆ ਵੀ ਸੁਲਹੀ ਇਸੇ ਪ੍ਰਿਥੀ ਚੰਦ ਦੇ ਸਹੁਰੇ ਪਿੰਡ ਹੇਹਰ ਪਿੰਡ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਲਾਹੌਰ ਦੇ ਲਾਗੇ ਉੱਥੇ ਰੁਕਿਆ ਹੋਇਆ। ਇਹਨੇ ਆਪਦੇ ਵਹੀਰ ਨੂੰ ਹੇਰ ਪਿੰਡ ਵੱਲ ਨੂੰ ਮੋੜਿਆ, ਜਾ ਕੇ ਸੁਲਹੀ ਨੂੰ ਮਿਲਿਆ। ਦੋ ਤਰਫੋਂ ਬੜੇ ਖੁਸ਼ ਹੋਏ ਆ, ਕਿਉਂਕਿ ਮਿੱਤਰ ਬਹੁਤ ਪਿਆਰੇ ਆ ਇੱਕ ਦੂਜੇ ਦੇ। ਕਿਉਂਕਿ ਰਾਜਨੀਤੀ ਲੋਕ ਜਿਹੜੇ ਆ, ਇਹਨਾਂ ਨੂੰ ਵੀ ਸੰਸਾਰ ਵਿੱਚ ਦਬਦਬਾ ਬਣਾਉਣ ਵਾਸਤੇ ਕੋਈ ਪੀਰ ਫਕੀਰ ਜਿਹੜੇ ਧਰਮੀ ਬੰਦੇ ਆ, ਉਹ ਧਰਮ ਦੇ ਖੇਤਰ ਵਿੱਚ ਕੁਝ ਨਾ ਕੁਝ ਦਖਲ ਵਾਸਤੇ ਕੋਈ ਵਿਕਾਊ ਮਾਲ ਚਾਹੀਦਾ ਹੁੰਦਾ, ਜਾਂ ਕੋਈ ਵਿਕਣ ਵਾਲਾ ਹੋਵੇ, ਜਾਂ ਗਦਾਰੀ ਕਰਨ ਵਾਲਾ ਹੋਵੇ, ਜਾਂ ਕਿਉਂਕਿ ਗਦਾਰੀ ਕੌਣ ਕਰਦਾ, ਜਾਂ ਤਾਂ ਲਾਲਚੀ ਤੇ ਜਾਂ ਜਿਹੜਾ ਵੱਡਾ ਮੁਰਾਤਬਾ ਹਾਸਲ ਕਰਨ ਦੀ ਇੱਛਾ ਰੱਖਦਾ ਹੋਵੇ। ਹੁਣ ਪ੍ਰਿਥੀ ਚੰਦ ਲਾਲਚੀ ਵੀ ਹੈ ਤੇ ਵੀ ਧਨ ਮਿਲੇ ਤੇ ਗੁਰੂ ਰਾਮਦਾਸ ਮਹਾਰਾਜ ਦਾ ਤਖਤ ਵੀ ਪ੍ਰਾਪਤ ਕਰਨਾ ਚਾਹੁੰਦਾ। ਇਸ ਲਈ ਸੁਲਹੀ ਦੀ ਇਹਦੇ ਨਾਲ ਬਣਦੀ ਹੈ, ਕਿਉਂਕਿ ਰਾਜਸੀ ਲੋਕ ਹੈ, ਇਹ ਦਖਲ ਅੰਦਾਜ਼ੀ ਰੱਖਦੇ ਹੁੰਦੇ ਆ ਧਰਮ ਦੇ ਖੇਤਰ ਵਿੱਚ। ਹੁਣ ਵਾਂਗੂ ਹੀ ਪ੍ਰਿਥੀ ਚੰਦ ਨੇ ਬੜੀ ਸੋਭਾ ਸਲੋਤਾ ਕੀਤੀ, ਸੁਲਹੀ ਨੇ ਵੀ ਬੜਾ ਸਤਿਕਾਰ ਕੀਤਾ। ਪੁੱਛਿਆ ਵੀ ਕਿੱਧਰੋਂ ਆਏ ਹੋ? ਸਾਰਾ ਲਾਮ ਲਸ਼ਕਰ ਲੱਦਿਆ ਹੋਇਆ। ਆਖਿਆ ਹੈ ਮਿੱਤਰ ਕੀ ਦੱਸਾਂ, ਸਾਡਾ ਤਾਂ ਕੋਈ ਆਸਰਾ ਹੀ ਨਹੀਂ ਰਿਹਾ ਸੰਸਾਰ ਤੇ ਤੇਰੇ ਤੋਂ ਬਿਨਾਂ। ਉਹ ਪੁੱਛਦਾ ਗੱਲ ਕੀ ਹੋਈ? ਕਹਿੰਦੇ ਤੁਹਾਨੂੰ ਪਤਾ ਹੀ ਹੈ ਮੇਰਾ ਭਰਾ ਨਾਲ ਝਗੜਾ ਚੱਲਦਾ ਅਰਜੁਨ ਦੇਵ ਨਾਲ। ਇਹ ਵੀ ਪਤਾ ਹੀ ਹੈ ਵੀ ਪਿਤਾ ਗੁਰੂ ਰਾਮਦਾਸ ਜੀਆਂ ਚੰਗਾ ਨਹੀਂ ਸੀ ਕੀਤਾ, ਮੈਨੂੰ ਛੱਡ ਕੇ ਗੁਰਿਆਈ ਦਾ ਤਖਤ ਮੇਰੇ ਭਰਾ ਅਰਜੁਨ ਦੇਵ ਨੂੰ ਦੇ ਦਿੱਤਾ ਸੀ। ਕੋ 5-7 ਸਾਲ ਤਾਂ ਹੁਣ ਸਾਡੇ ਸੌਖੇ ਲੰਘੇ ਹੈ, ਪਰ ਅਰਜੁਨ ਦੇਵ ਨੇ ਧੋਖਾ ਕਰਨ ਦੀ ਮੇਰੇ ਨਾਲ ਹੱਦ ਮੁਕਾ ਦਿੱਤੀ। ਬ੍ਰਾਹਮਣ ਨੂੰ ਖਰੀਦ ਕੇ ਤੇ ਮੇਰਾ ਨਾਂ ਲਵਾਇਆ ਵੀ ਅਖੇ ਬ੍ਰਾਹਮਣ ਕਹਿੰਦਾ ਪ੍ਰਿਥੀ ਚੰਦ ਮੈਨੂੰ ਜ਼ਹਿਰ ਦੇਣ ਨੂੰ ਕਹਿੰਦਾ ਸੀ ਸਾਹਿਬਜ਼ਾਦੇ ਨੂੰ। ਇਸ ਤਰ੍ਹਾਂ ਚਾਲ ਜੀ ਬਣਾ ਕਰਕੇ ਸਾਰੇ ਸਿੱਖਾਂ ਨੂੰ ਆਪਦੇ ਵੱਲ ਕਰ ਲਿਆ ਤੇ ਮੈਨੂੰ ਅੰਮ੍ਰਿਤਸਰ ਸਾਹਿਬ ਚੋਂ ਜਬਰੀ ਕਢਵਾ ਦਿੱਤਾ। ਭਾਵੇਂ ਕਿ ਪ੍ਰਿਥੀ ਚੰਦ ਆਪਦੀ ਮਰਜ਼ੀ ਨਾਲ ਆਇਆ ਹੈ, ਆਪਦੀਆਂ ਕਰਤੂਤਾਂ ਤੇ ਪਾ ਜੁਗੜਨ ਤੇ ਸਿੱਖਾਂ ਦੇ ਰੋਹ ਤੋਂ ਡਰਦਾ ਆਇਆ ਹੈ। ਇਹ ਜ਼ਰੂਰ ਸੱਚ ਹੈ ਵੀ ਡਰਦਾ ਸਿੱਖਾਂ ਤੋਂ ਆਇਆ, ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਫਿਰ ਇਹ ਝੂਠਾ ਹੀ ਨਾਂ ਲਾਉਂਦਾ। ਸੁਲਹੀ ਪੁੱਛਦਾ ਵੀ ਤੇਰੇ ਭਰਾ ਅਰਜੁਨ ਦੇਵ ਨੂੰ ਕੋਈ ਡਰ ਨਹੀਂ ਹੈ? ਵੀ ਮੈਂ ਸੁਲਹੀ ਤੇਰਾ ਮਿੱਤਰ ਹਾਂ, ਬਾਦਸ਼ਾਹ ਜਹਾਂਗੀਰ ਦਾ ਮੈਂ ਹਾਕਮ ਹਾਂ, ਮੇਰਾ ਕੋਈ ਭੈ ਨਹੀਂ। ਪ੍ਰਿਥੀ ਚੰਦ ਫਿਰ ਵਧਾ ਕੇ ਗੱਲ ਕਰਦਾ, ਕਹਿੰਦਾ ਨਾ ਸਿੱਖ ਨਾਲ ਖੁੱਲਾ ਧਨ ਮਾਇਆ ਆਉਂਦੀ ਅਰਜੁਨ ਦੇਵ ਨੂੰ। ਕਹਿੰਦੇ ਅਸੀਂ ਨਾ ਕਿਸੇ ਬਾਦਸ਼ਾਹ ਦੀ ਪਰਵਾਹ ਕਰੀਏ, ਨਾ ਕਿਸੇ ਕਾਨੂੰਨ ਦੀ ਪਰਵਾਹ ਕਰੀਏ, ਤੇ ਨਾ ਹੀ ਕਿਸੇ ਹਾਕਮ ਤੁਹਾਡੇ ਸੁਲਹੀ ਵਰਗੇ ਦੀ ਪਰਵਾਹ ਕਰੀਏ। ਇਹੋ ਜਿਹੀਆਂ ਸਤਸੰਗ ਦੀ ਝੂਠੀਆਂ ਹੀ ਜਿਹੜੀਆਂ ਨਾਹਕ ਗੱਲਾਂ, ਨਾ ਹੋਈਆਂ ਗੱਲਾਂ ਪ੍ਰਿਥੀ ਚੰਦ ਨੇ ਸੁਲਹੀ ਨੂੰ ਦੱਸੀਆਂ ਉਹਦੀ ਹਮਾਇਤ ਹਾਸਲ ਕਰਨ ਵਾਸਤੇ। ਆਖਿਆ ਮੇਰਾ ਤੇਰੇ ਬਿਨਾਂ ਹੋਰ ਕੋਈ ਆਸਰਾ ਨਹੀਂ ਤੇ ਮੇਰਾ ਮਿੱਤਰ ਹੈ, ਇਹ ਮਿੱਤਰ ਹੋਣ ਦਾ ਫਰਜ਼ ਨਿਭਾ। ਆਪਸ ਵਿੱਚ ਇਹ ਸਾਧ ਸੰਗਤ ਜੀ ਵਿਚਾਰ ਪ੍ਰਿਥੀ ਚੰਦ ਨੇ ਕੀਤੀ। ਪ੍ਰਿਥੀ ਚੰਦ ਸੁਲਹੀ ਨੂੰ ਮਿਲ ਕੇ ਜਿਵੇਂ ਵਿਚਾਰ ਹੋਈ ਤੇ ਸੁਲਹੀ ਨੇ ਸੁਣਿਆ ਜਦੋਂ ਵੀ ਪ੍ਰਿਥੀ ਚੰਦ ਮੇਰਾ ਮਿੱਤਰ ਬੜਾ ਔਖਾ ਹੈ, ਅਰਜੁਨ ਦੇਵ ਭਰਾ ਇਹਦੇ ਨੇ ਕੱਢ ਦਿੱਤਾ ਹੈ, ਇੱਥੇ ਆ ਗਿਆ, ਪਰਿਵਾਰ ਵੀ ਨਾਲ ਲਈ ਫਿਰਦਾ ਹੈ, ਬੜਾ ਦੁਖੀ ਹੈ। ਇਹਦਾ ਪ੍ਰਿਥੀ ਚੰਦ ਦਾ ਦੁੱਖ ਸੁਣ ਕੇ ਫਿਰ ਸੁਲਹੀ ਨੇ ਜਿਵੇਂ ਤਰਵਾਸ ਦਿੱਤੀ ਤੇ ਜਿੱਥੇ ਬੈਠਾ ਸੀ ਹੇਹਰ ਪਿੰਡ ਜਿਹੜਾ, ਉਹੀ ਪ੍ਰਿਥੀ ਚੰਦ ਨੂੰ ਫਿਰ ਪਟਾ ਲਿਖ ਦਿੱਤਾ। ਉਹ ਸਾਰਾ ਪ੍ਰਸੰਗ ਫਿਰ ਇਹਨੇ ਉੱਥੇ ਤਾਲ ਖਦਵਾਇਆ। ਪ੍ਰਿਥੀ ਚੰਦ ਨੇ ਸੁਲਹੀ ਦੀ ਸਹਾਇਤਾ ਨਾਲ ਵਿੱਚ ਹਰਮੰਦਰ ਬਣਵਾਇਆ। ਉਹ ਅੱਗੇ
ਗੁਰੂ ਰਾਮਦਾਸ ਮਹਾਰਾਜ ਦੇ ਘਰ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਦੀ ਸ਼ਕਲ ਦਾ ਤੇ ਉਹਦੀ ਮਹਿਮਾ ਘਟਾਉਣ ਵਾਸਤੇ ਜਿਵੇਂ ਇਹਨੇ ਖੁਟਿਆਈ ਕੀਤੀ, ਉਹ ਪ੍ਰਸੰਗ ਅੱਜ ਆਵੇਗਾ। ਜਿਵੇਂ ਆਉਂਦਾ ਹੈ, ਚਿਤ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਲਹੀ ਪਠਾਨ ਕ੍ਰੋਧ ਧਾਰ ਕੈ ਮਹਾਨ ਭਨੈ। ਪ੍ਰਿਥੀ ਚੰਦ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਝੂਠੀਆਂ ਤੋਹਮਤਾਂ ਲਾਈਆਂ ਖਾਲਸਾ ਜੀ। ਤੇ ਹੁਣ ਪ੍ਰਿਥੀ ਚੰਦ ਹੈ ਖੋਟਾ ਚਾਹੇ, ਪਰ ਸੁਲਹੀ ਵੀ ਅੱਗੋਂ ਉਹੋ ਜਿਹਾ ਹੈ ਤੇ ਮਿੱਤਰ ਹੈ ਨਾ ਦੋਵੇਂ। ਇੱਕ ਮਿੱਤਰ ਆਪਦੇ ਦੂਜੇ ਮਿੱਤਰ ਦਾ ਦੁੱਖ ਸੁਣ ਕੇ, ਭਾਵ ਇਹ ਸੁਲਹੀ ਸੁਣਿਆ ਜਦੋਂ ਇਸਨੇ ਪ੍ਰਿਥੀ ਚੰਦ ਦਾ ਦੁੱਖ, ਇਹ ਸੁਲਹੀ ਪਠਾਨ ਬਹੁਤ ਕ੍ਰੋਧ ਵਿੱਚ ਆਇਆ ਹੈ। ਆਖਣ ਲੱਗਿਆ ਹੈ, ਆਬ ਲਗ ਤੇਰੇ ਸੰਗ ਬਾਦ ਸੋ ਉਠਾਵਹੀ। ਤੇ ਪੁੱਛਦਾ ਸਵਾਲ ਰੂਪ ਵਿੱਚ ਕਹਿਣ ਲੱਗਿਆ ਔਖਾ ਜਾ ਹੋ ਕੇ ਵੀ ਹੇ ਪ੍ਰਿਥੀ ਚੰਦ, ਤੇਰਾ ਭਰਾ, ਤੇਰੇ ਭਰਾ ਤਾਂ ਅਰਜੁਨ ਦੇਵ ਕੀ ਅਜੇ ਵੀ ਤੇਰੇ ਨਾਲ ਵੈਰ ਕਰਨੋਂ ਨਹੀਂ ਹਟੇ? ਅਜੇ ਵੀ ਤੇਰੇ ਨਾਲ ਝਗੜਾ ਕਰਦੇ ਹਨ। ਸਮਝਿਓ ਨਾ ਜੋਰ ਨਾ ਬਿਲੋ ਕਿਉ ਹਮ ਔਰ ਤਿਨ। ਇਹਦਾ ਮਤਲਬ ਅਰਜੁਨ ਦੇਵ ਜੀ ਬਹੁਤ ਹੰਕਾਰੇ ਹੋਏ ਆ। ਉਹਨਾਂ ਨੇ ਮੇਰੇ ਵੱਲ ਨਹੀਂ ਵੇਖਿਆ, ਇੱਕ ਵਾਰੀ ਖਿਆਲ ਨਹੀਂ ਆਇਆ ਤੇਰੇ ਨਾਲ ਧੱਕਾ ਜ਼ੁਲਮ ਕਰਨ ਲੱਗਿਆ ਵੀ ਇਹਦਾ ਮਿੱਤਰ ਮੈਂ ਆ, ਭਾਵ ਸੁਲਹੀ ਪ੍ਰਿਥੀ ਚੰਦ ਦਾ ਮਿੱਤਰ ਹੈ। ਇਸ ਗੱਲ ਦਾ ਕੋਈ ਭੈ ਡਰ ਨਹੀਂ ਰੱਖਿਆ। ਉਸ ਤੁਹਾਡੇ ਭਰਾ ਅਰਜੁਨ ਦੇਵ ਨੇ ਸਾਡੇ ਵੱਲ ਨਹੀਂ ਵੇਖਿਆ, ਭਾਵ ਕਾਨੂੰਨ ਵੱਲ ਕੁਝ ਨਹੀਂ ਵੇਖਿਆ, ਸਾਨੂੰ ਕੋਈ ਤਰਜੀਹ ਨਹੀਂ ਦਿੱਤੀ, ਬਾਦਸ਼ਾਹ ਵੱਲ ਨਹੀਂ ਵੇਖਿਆ ਹੈ। ਮਾਲਕ ਮੁਲਕ ਕੋ ਨ ਜਾਣ ਤਰਾਸ ਪਾਵਹੀ। ਸਾਨੂੰ ਮੁਗਲਾਂ ਨੂੰ ਇਸ ਭਾਰਤ ਵਰਸ਼ ਦੇ ਹਿੰਦੁਸਤਾਨ ਦੇ ਮਾਲਕ ਜਾਣ ਕੇ ਕੋਈ ਡਰ ਨਹੀਂ ਪ੍ਰਾਪਤ ਕੀਤਾ। ਇਹਨੂੰ ਉਹ ਅਰਜੁਨ ਦੇਵ ਨੂੰ ਇਸ ਗੱਲ ਦਾ ਭੈ ਨਹੀਂ ਆਇਆ ਵੀ ਕਿ ਕੀ ਬਣੇਗਾ ਬਾਦਸ਼ਾਹ ਦੇ ਰਾਜ ਵਿੱਚ ਰਹਿ ਕਰਕੇ ਅਸੀਂ ਆਪਦੇ ਮਨ ਦੀ ਕਰਦੇ ਹਾਂ। ਬਾਦਸ਼ਾਹ ਦਾ ਵੀ, ਇਸ ਮੁਲਕ ਦੇ ਮਾਲਕ ਦਾ ਵੀ ਕੋਈ ਡਰ ਨਹੀਂ ਆਇਆ ਹੈ। ਤੇਰੇ ਹੇਤ ਗਇਓ ਤਾਬ ਸੌਖਾ ਹੈ ਲਗਤ ਨੀਕੇ। ਤੇ ਬਾਕੀ ਪਤਾ ਹੀ ਆ ਪ੍ਰਿਥੀ ਚੰਦ, ਜਦੋਂ ਪਿੱਛੇ ਜੇ ਮੈਂ ਤੇਰੇ ਵੱਲ ਗਿਆ ਸੀ, ਜਦੋਂ ਤੂੰ ਮੈਨੂੰ ਚਿੱਠੀ ਪਾਈ ਸੀ ਕੋਈ 5 ਸਾਲ ਪਹਿਲਾਂ, ਤੇ ਮੈਂ ਗਿਆ ਸੀ ਤੈਨੂੰ ਆਪਦਾ ਚੰਗਾ ਮਿੱਤਰ ਜਾਣ ਕਰਕੇ, ਆਪਦਾ, ਕਿਉਂਕਿ ਤੂੰ ਮੇਰਾ ਬੜਾ ਸਖਾ ਸੀ, ਮਿੱਤਰ ਸੀ, ਚੰਗਾ ਪ੍ਰੇਮੀ ਮਿੱਤਰ ਜਾਣ ਕੇ ਤੇਰੀ ਚਿੱਠੀ ਤੇ ਮੈਂ ਅੰਮ੍ਰਿਤਸਰ ਪਹੁੰਚਿਆ ਸੀ। ਗਇਓ ਪੁਰ ਛੋਰ ਸੋ ਪ੍ਰਸੰਗ ਬੇਸਰਾਵਹੀ। ਤੇ ਮੈਨੂੰ ਆਉਂਦਿਆਂ ਵੇਖ ਕੇ ਅਰਜੁਨ ਦੇਵ ਨੇ ਪਿੰਡ ਛੱਡ ਦਿੱਤਾ, ਅੰਮ੍ਰਿਤਸਰ ਛੱਡ ਕੇ ਵਡਾਲੀ ਜਾ ਪਹੁੰਚੇ। ਲੋਕ ਗਏ ਸਨ ਕਿ ਉਹ ਮੇਰਾ ਫੇਰਾ ਮਾਰਿਆ ਵੀ ਅਰਜੁਨ ਦੇਵ ਨੂੰ ਭੁੱਲ ਗਿਆ ਹੈ। ਦਿਓ ਮੈਂ ਸਜਾਏ ਇਸ ਬਾਤ ਕੀ ਸਮਰੱਥ ਮੋਹੇ। ਮੇਰੇ ਚ ਸਮਰੱਥਾ ਹੈ ਪ੍ਰਿਥੀ ਚੰਦ, ਜਾਣ ਲੈ, ਮੈਂ ਜਹਾਂਗੀਰ ਦਾ ਖਾਸ ਬੰਦਾ, ਫੌਜਾਂ ਮੇਰੇ ਕੋਲ ਨੇ, ਰਸੂਖ ਬਹੁਤ ਹੈ ਮੇਰਾ, ਤੇ ਇਸ ਗੱਲ ਦੀ ਮੈਂ ਸਜ਼ਾ ਜ਼ਰੂਰ ਤੇਰੇ ਭਰਾ ਅਰਜੁਨ ਦੇਵ ਨੂੰ ਦੇਵਾਂਗਾ। ਤਉ ਪਾਤਸ਼ਾਹ ਪਾਸ ਜਾਏ ਕੈ ਸੁਨਾਵਹੀ। ਵੀ ਜੇ ਤੂੰ ਆਖੇ ਸਜ਼ਾ ਤਾਂ ਮੈਂ ਹੁਣੇ ਹੀ ਲਸ਼ਕਰ ਚੜਾ ਕੇ ਤੇ ਅਰਜੁਨ ਦੇਵ ਨੂੰ ਬੰਨ੍ਹ ਕੇ ਲੈ ਆਵਾਂ, ਪਰ ਚੰਗਾ ਇਹ ਹੈ ਵੀ ਆਪਾਂ ਇੱਕ ਵਾਰੀ ਬਾਦਸ਼ਾਹ ਨੂੰ ਇਹ ਗੱਲ ਦੱਸੀਏ। ਜਹਾਂਗੀਰ ਬਾਦਸ਼ਾਹ ਦੀ ਹਮਾਇਤ ਲੈਣੀ, ਉਹਦਾ ਜਿਹੜਾ ਹੈ ਭਰੋਸਾ ਜਿੱਤਣਾ ਬੜਾ ਜ਼ਰੂਰੀ ਹੈ। ਆਪਾਂ ਜਹਾਂਗੀਰ ਬਾਦਸ਼ਾਹ ਨੂੰ ਇੱਕ ਵਾਰੀ ਜ਼ਰੂਰ ਦੱਸਾਂਗੇ। ਫੇਰ ਗਹਿ ਲੈਹ ਨਾ ਸੰਦੇਹ ਉਪਜੈ ਹੈ। ਫੇਰ ਕੋਈ ਗੱਲ ਨਹੀਂ, ਫੌਜਾਂ ਮੇਰੇ ਕੋਲ ਬਥੇਰੀਆਂ ਨੇ, ਮੇਰੀ ਗੱਲ ਸੁਣਦਾ ਜਹਾਂਗੀਰ, ਆਪਾਂ ਫੜ ਲਵਾਂਗੇ ਅਰਜੁਨ ਦੇਵ ਨੂੰ। ਤੂੰ ਕਿਸੇ ਗੱਲ ਦਾ ਸੰਸਾ ਨਾ ਕਰੀ, ਕੋਈ ਸੰਸਾ ਨਾ ਪੈਦਾ ਹੋਵੇ। ਸਭ ਗੁਰ ਤਾਕੁਦੈ ਹੈ ਤੋਜ ਕੋਈ ਨਾ ਮਿਟਾਵਹੀ। ਤੇ ਮੈਂ ਜਹਾਂਗੀਰ ਪਾਤਸ਼ਾਹ ਅਸੀਂ ਰਲ ਕੇ ਤੈਨੂੰ ਗੁਰੂ ਬਣਾਵਾਂਗੇ। ਗੁਰਤਾ ਤੈਨੂੰ ਦਿੱਤੀ ਜਾਵੇਗੀ ਪ੍ਰਿਥੀ ਚੰਦ, ਤੇ ਕੋਈ ਮਿਟਾ ਨਹੀਂ ਸਕਦਾ ਸਾਡੀ ਕੀਤੀ ਨੂੰ। ਜੋ ਅਸੀਂ ਫੈਸਲਾ ਕਰਾਂਗੇ ਉਹ ਆਖਰੀ ਹੋਵੇਗਾ। ਆਬ ਮੋਹਿ ਕਾਜ ਸਾਂਪ ਭੇਜਿਓ ਮਾਝੇ ਦੇਸ਼ ਪਰ। ਕਿਉਂਕਿ ਚੜ੍ਹਾਈ ਤਾਂ ਮੈਂ ਹੁਣੇ ਹੀ ਅੰਮ੍ਰਿਤਸਰ ਸਾਹਿਬ ਨੂੰ ਕਰ ਦਿੰਦਾ, ਪਰ ਗੱਲ ਇਹ ਹੈ ਵੀ ਹੁਣ ਮੈਨੂੰ ਜਹਾਂਗੀਰ ਪਾਤਸ਼ਾਹ ਨੇ ਮਾਝੇ ਵਿੱਚ ਇੱਕ ਖਾਸ ਕੰਮ ਦੇ ਕੇ ਭੇਜਿਆ ਹੈ। ਦਰਬ ਸਰਬ ਕੋ ਮਗਾਵਾ ਏਕ ਥਾਂ ਵਹੀ। ਜਿਸ ਕਰਕੇ ਮੈਂ ਇੱਥੇ ਮਾਝੇ 'ਚ ਆ ਕੇ ਬਹਿ ਕੇ
ਤੇ ਮਾਮਲੇ ਦਾ ਉਸ ਸਰਕਾਰ ਦਾ ਬਾਦਸ਼ਾਹ ਜਹਾਂਗੀਰ ਦਾ ਜਿੰਨਾ ਇਸ ਇਲਾਕੇ ਦਾ ਧਨ ਹੈ ਮਾਮਲਾ, ਮੈਂ ਇੱਕ ਥਾਂ ਇਕੱਠਾ ਬਹਿ ਕੇ ਉਗਰਾ ਰਿਹਾ ਹਾਂ। ਸਭ ਨੂੰ ਸਨੇਹ ਭੇਜ ਕੇ ਇੱਥੇ ਬਹਿ ਕੇ ਇਕੱਠਾ ਕਰ ਰਿਹਾ ਹਾਂ। ਕਾਰਾਂ ਉਗਰਾਹੀ ਬ੍ਰਿੰਦ ਪੈਸੇ ਪਾਤਸ਼ਾਹੀ ਲੇਵਾ। ਤੇ ਜਦੋਂ ਇੱਥੋਂ ਅਗਰਾਹੀ ਹੋ ਗਈ ਨਾ, ਮਾਮਲਾ ਸਾਰਾ ਉਗਰਾ ਲਿਆ ਮੈਂ, ਉਹ ਸਮੇਂ ਫਿਰ ਮੈਂ ਬਹੁਤ ਗੱਡੇ ਭਰ ਕੇ ਧਨ ਦੇ ਮਾਮਲੇ ਦੇ ਲੈ ਕੇ ਜਹਾਂਗੀਰ ਬਾਦਸ਼ਾਹ ਕੋਲ ਜਾਵਾਂਗਾ। ਰਾਹ ਚਿਰ ਕਾਲ ਮੈਂ ਵਿਸਾਲ ਧਨ ਪਾਵਈ। ਇਸ ਕਰਕੇ ਹੁਣ ਮੈਂ ਕਾਫੀ ਸਮਾਂ, ਜੇ ਥੋੜੇ ਦਿਨ ਮੈਨੂੰ ਆਏ ਨੂੰ ਹੋਏ ਆ ਇੱਥੇ, ਤੇ ਮੈਂ ਇੱਧਰ ਪੰਜਾਬ ਵਿੱਚ ਬੜਾ ਕੁਝ ਸਮਾਂ 2 4 5 10 ਮਹੀਨੇ ਸਾਲ ਵਾਂਗੂ ਇੱਥੇ ਰਵਾਂਗਾ ਤੇ ਸਾਰਾ ਮਾਮਲਾ ਇਸ ਇਲਾਕੇ ਦਾ ਉਗਰਾ ਕੇ ਲਿਜਾਣਾ ਹੈ। ਫੇਰ ਦਿੱਲੀ ਜਾਵਈ ਪ੍ਰਸੰਗ ਕੋ ਸੁਣਾਵਈ। ਤੇ ਫਿਰ ਮੈਂ ਦਿੱਲੀ ਜਦੋਂ ਗਿਆ ਨਾ ਮਾਮਲਾ ਲੈ ਕੇ, ਬੇਸ਼ੱਕ ਪ੍ਰਿਥੀ ਚੰਦ ਤੂੰ ਮੇਰੇ ਨਾਲ ਚਲਾ ਜਾਵੀਂ, ਉੱਥੇ ਜਾ ਕੇ ਤੇਰੇ ਨਾਲ ਹੋਈ ਜ਼ਿਆਦਤੀ ਦਾ ਸਾਰਾ ਪ੍ਰਸੰਗ ਆਪਾਂ ਬਾਦਸ਼ਾਹ ਨੂੰ ਸੁਣਾਵਾਂਗੇ। ਸ਼ਿਤਾਬ ਬੋਲਵਾਵਈ ਸੁਨਿਆਉ ਕੋ ਚੁਕਾਵਈ। ਬਾਦਸ਼ਾਹ ਬਹੁਤ ਚੰਗੇ ਆ, ਬਾਦਸ਼ਾਹ ਸਲਾਮਤ ਜਹਾਂਗੀਰ, ਉਹ ਛੇਤੀ ਦੇ ਨਾਲ ਤੇਰੀ ਸੁਣਵਾਈ ਕਰਨਗੇ ਤੇ ਅਰਜਨ ਦੇਵ ਨੂੰ ਜਿਹੜੀ ਸਜ਼ਾ ਕੀਤੀ ਜਾਵੇਗੀ ਬੜੀ ਛੇਤੀ ਦੇ ਨਾਲ ਬਲਵਾ ਕੇ ਨਿਆਂ ਕੀਤਾ ਜਾਵੇਗਾ। ਝਗੜੇ ਮਿਟਾਏ ਸਿੱਖ ਸਗਰੇ ਸ਼ਰਨ ਪਾਏ। ਤੇਰੇ ਸਾਰੇ ਝਗੜੇ ਅਸੀਂ ਮਿਟਾ ਦੇਵਾਂਗੇ। ਸਾਰੇ ਸਿੱਖ ਜਿੰਨੇ ਗੁਰੂ ਅਰਜਨ ਦੇਵ ਨੂੰ ਮੰਨਦੇ ਆ ਸਭ ਤੇਰੇ ਚਰਨੀ ਪਾ ਦੇਵਾਂਗੇ। ਨਗਰੀ ਬਿਠਾਏ ਗੁਰੂ ਤੋਹੇ ਕੋ ਬਨਾਵਈ। ਤੇ ਫੌਜਾਂ ਦੇ ਬਲ ਦੇ ਨਾਲ ਅਸੀਂ ਇਸ ਅੰਮ੍ਰਿਤਸਰ ਸ਼ਹਿਰ ਸਾਰਾ ਤੇਰੇ ਕਬਜ਼ੇ ਹੇਠ ਕਰ ਦੇਵਾਂਗੇ, ਤੈਨੂੰ ਗੁਰੂ ਬਣਾ ਦਿੱਤਾ ਜਾਵੇਗਾ। ਕਰਾਂ ਉਪਕਾਰ ਨਿਜ ਸਖਾ ਹੈ ਜਗਤ ਜਾਣੈ। ਬੜਾ ਪਰਉਪਕਾਰ ਜਿਹੜਾ ਨਾ ਇਹ ਤੇਰੇ ਤੇ ਮੈਂ ਕਰਾਂਗਾ, ਕਿਉਂਕਿ ਨਿਜ ਸਖਾ ਮੈਂ ਇਹ ਆਪਦਾ ਸਖਾ ਮਿੱਤਰ ਜਾਣ ਕੇ ਤੇਰੇ ਤੇ ਇਹ ਪਰਉਪਕਾਰ ਕਰਾਂਗਾ। ਜਾਂ ਸੰਸਾਰ ਵੇਖੇਗਾ ਪ੍ਰਿਥੀ ਚੰਦ ਤੇਰੀ ਤੇ ਮੇਰੀ ਯਾਰੀ ਨੂੰ, ਸਭ ਆਖਣਗੇ ਵੀ ਵਾਕਈ ਸੁਲਹੀ ਪ੍ਰਿਥੀ ਚੰਦ ਦਾ ਵਾਕਈ ਸਖਾ ਮਿੱਤਰ ਹੈ, ਪੱਕਾ ਮਿੱਤਰ ਹੈ, ਬੜਾ ਵੱਡਾ ਪਰਉਪਕਾਰ ਕੀਤਾ। ਸੁਲਹੀ ਨੇ ਪ੍ਰਿਥੀ ਚੰਦ ਨੂੰ ਗੁਰਤਾ ਦਵਾ ਦਿੱਤੀ ਹੈ। ਇਹ ਮੇਰਾ ਵਾਅਦਾ ਹੈ ਤੇਰੇ ਨਾਲ ਪ੍ਰਿਥੀ ਚੰਦ, ਸੰਸਾਰ ਆਪਣੀ ਦੋਸਤੀ ਵੇਖੇਗਾ। ਸਕਲ ਉਪਾਇਨ ਕੋਲੇ ਹੋ ਹਰ ਖਾਵਈ। ਤੇ ਸਾਰਾ ਜਿਹੜਾ ਧਨ ਆਊਗਾ ਗੁਰੂ ਘਰ ਆਉਂਦਾ ਜਿਹੜਾ ਅਰਜਨ ਦੇਵ ਨੂੰ, ਹੁਣ ਉਹ ਤੇਰੇ ਚਰਨੀ ਮੱਥਾ ਟੇਕਿਆ ਜਾਵੇਗਾ ਸੰਗਤਾਂ ਵੱਲੋਂ। ਖੁੱਲੀ ਮਾਇਆ ਲਿਆ ਕਰੀ ਤੇ ਬੜਾ ਖੁਸ਼ ਰਿਹਾ ਕਰੀ, ਖੁਸ਼ੀ ਪ੍ਰਾਪਤ ਹੋ ਜਾਵੇਗੀ। ਹੋਏ ਕੈ ਅਸ਼ਤਰ ਫਲ ਲੀਜੈ ਮਿੱਤਰ ਹੋਨ ਕੋ। ਹਾਂ, ਫਿਰ ਪ੍ਰਿਥੀ ਚੰਦ ਜਾਣ ਵੀ ਜਦੋਂ ਤੂੰ ਦੁਸ਼ਮਣ ਤੋਂ ਰਹਿਤ ਹੋ ਜਾਵੇਂਗਾ, ਭਾਵ ਤੇਰੇ ਦੁਸ਼ਮਣ ਅਰਜਨ ਦੇਵ ਨੂੰ ਅਸੀਂ ਫੜ ਕੇ ਕੈਦ ਵਿੱਚ ਕਰ ਲਵਾਂਗੇ, ਤੈਨੂੰ ਗੁਰੂ ਬਣਾ ਕੇ ਅੰਮ੍ਰਿਤਸਰ ਸਾਹਿਬ ਦੇ ਤਖਤ ਤੇ ਬਿਠਾਵਾਂਗੇ, ਉਸ ਸਮੇਂ ਫਿਰ ਤੂੰ ਮੇਰੇ ਮਿੱਤਰ ਹੋਣ ਦਾ ਭਰਪੂਰ ਫਾਇਦਾ ਚੁੱਕ ਲਵੀਂ। ਜਾਣ ਲਵੀਂ ਵੀ ਤੇਰਾ ਮਿੱਤਰ ਸਰਕਾਰੇ ਦਰਬਾਰੇ ਉਹਦੀ ਬਹੁਤ ਚੱਲਦੀ ਹੈ, ਮੇਰੀ ਦੋਸਤੀ ਦਾ ਫਾਇਦਾ ਚੁੱਕੀ, ਤੈਨੂੰ ਦੁਸ਼ਮਣ ਤੋਂ ਰਹਿਤ ਕਰ ਦੇਵਾਂਗੇ। ਖੂਬ ਆਨੰਦ ਲਵੀਂ ਗੁਰਤਾ ਤੇ ਬੈਠ ਕੇ। ਐਸ਼ਵਰ ਜਬ ਚਿੱਤਰ ਪਾਏ ਮੋਦ ਉਪਜਾਵਈ। ਤੇ ਨਾਨਾ ਤਰ੍ਹਾਂ ਦੀ ਐਸ਼ਵਰਜ ਕਹੀਏ ਵਿਭੂਤੀ, ਘੋੜੇ ਹਾਥੀ ਰਥ ਕਪੜਾ ਸੋਨਾ ਚਾਂਦੀ ਜਿੰਨਾ ਵੀ ਆਵੇਗਾ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਨੂੰ ਸਾਰਾ ਤੂੰ ਲੈ ਲਵੀਂ, ਸਭ ਕੁਝ ਹੜੱਪ ਕਰਕੇ ਤੇ ਆਪਦੇ ਮਨ ਵਿੱਚ ਆਨੰਦ ਮਨਾਵੀਂ। ਤੂੰ ਬੜਾ ਖੁਸ਼ ਤੇ ਆਪਦੇ ਮਨ ਵਿੱਚ ਖੁਸ਼ੀਆਂ ਮਨਾਇਆ ਕਰੀ, ਆਨੰਦ ਮਾਣਿਆ ਕਰੀ। ਕੇਤਕ ਦਿਵਸ ਬਾਸ ਕੀਜੀਏ ਸਮੀਪ ਮੋਹੇ। ਇਸ ਕਰਕੇ ਕੁਝ ਕੁ ਦਿਨ ਹੁਣ ਤੂੰ ਕਿਤੇ ਨਾ ਜਾ ਪ੍ਰਿਥੀ ਚੰਦ, ਇੱਥੇ ਹੀ ਮੇਰੇ ਪਾਸ ਰਹਿਣਾ ਕਰ। ਜੇ ਰਹਿਣ ਨੂੰ ਥਾਂ ਨਹੀਂ, ਨਾ ਜਾ ਕਿਤੇ, ਮੇਰੇ ਕੋਲ ਰਹਿ ਲੈ। ਕਾਜ ਫੇਰ ਹੋਏ ਤੇਰੋ ਦਿੱਲੀ ਜਾਬ ਜਾਵਈ। ਤੇ ਮੈਨੂੰ ਇੱਕ ਵਾਰੀ ਇੱਧਰੋਂ ਮਾਮਲਾ ਉਗਰਾਹੀ ਕਰ ਲੈਣ ਦੇ, ਫਿਰ ਆਪਾਂ ਦੋਵੇਂ ਦਿੱਲੀ ਚੱਲਾਂਗੇ, ਤੇਰਾ ਕੰਮ ਕਰਵਾ ਦੇਵਾਂਗੇ, ਕੰਮ ਹੋ ਜਾਵੇਗਾ। ਹੇ ਹਰ ਜੋ ਗ੍ਰਾਮ ਇਹ ਪਾਤਸ਼ਾਹ ਦੀਨ ਮੋਹੇ। ਜਿਹੜਾ ਇਹ ਹਰ ਪਿੰਡ ਜਿੱਥੇ ਆਪਾਂ ਬੈਠੇ ਹੋਇਆ ਨਾ ਹੁਣ, ਇਹ ਮੇਰੇ ਮਿੱਤਰ, ਇਹ ਨਗਰ ਮੈਨੂੰ ਪਾਤਸ਼ਾਹ ਨੇ ਪਟੇ ਵਿੱਚ ਦਿੱਤਾ ਲਿਖ ਕੇ ਵੀ ਇਹਦਾ ਮਾਮਲਾ ਸੁਲਹੀ ਤੂੰ ਗਰਾਇਆ ਕਰ। ਇਹ ਮੇਰੀ ਤਨਖਾਹ ਵਜੋਂ ਜਾਂ ਮੇਰੇ ਰੁਤਬੇ ਨੂੰ ਵੇਖ ਕੇ ਜਹਾਂਗੀਰ ਨੇ ਖਿਲਤ ਦਿੱਤੀ ਹੋਈ ਮੈਨੂੰ, ਇਹ ਮੇਰੇ ਨਾਮ ਤੇ ਹੈ। ਦੇਵਾ ਸੋਈ ਤੋਹੇ ਬਾਸ ਸੁਖ ਸੋ ਕਰੀਜੀਏ। ਤੇ ਇਹ ਨਗਰ ਜਿਹੜਾ ਮੈਂ ਤੈਨੂੰ ਦੇ ਦੇਣ ਲੱਗਾ, ਲੈ
ਹੇਹਰ ਪਿੰਡ ਸਾਰਾ ਤੂੰ, ਭਾਵ ਇਹਦਾ ਜਿਵੇਂ ਹੁੰਦਾ ਨਾ ਟੈਕਸ ਲੈਂਦੇ ਆ, ਇਹਦੀ ਉਗਰਾਹੀ ਜਿਹੜੀ ਮਾਮਲਾ ਹੈ, ਪਿੰਡ ਦੀ ਜਿੰਨੀ ਜ਼ਮੀਨ ਹੈ ਉਹਦਾ ਮਾਮਲਾ ਤੂੰ ਲਿਆ ਕਰੀ ਇੱਥੋਂ ਦੇ ਜ਼ਿਮੀਂਦਾਰਾਂ ਤੋਂ। ਇਹ ਸਾਰਾ ਪਿੰਡ ਮੈਂ ਤੇਰੇ ਹੇਠ ਕਰਦਾ ਹਾਂ, ਪਿੰਡ ਦਾ ਸਾਰਾ ਰਕਬਾ ਇਹ ਪਿੰਡ ਤੈਨੂੰ ਗੁਜ਼ਾਰੇ ਵਾਸਤੇ ਦਿੰਦਾ ਹਾਂ। ਕਰੋ ਗੁਜਰਾਨ ਸਿੱਖ ਸੰਗਤਾਂ ਮਹਾਨ ਹੋਹੇ। ਤੇ ਇੱਥੇ ਹੀ ਰਿਹਾ ਕਰ ਪ੍ਰਿਥੀ ਚੰਦ, ਤੂੰ ਇੱਥੇ ਗੁਜ਼ਾਰਾ ਕਰ ਆਪਦਾ। ਤੇ ਇੱਥੇ ਮੈਨੂੰ ਪਤਾ ਹੈ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਤਾਪ ਘੱਟ ਹੋਵੇਗਾ, ਕਿਉਂਕਿ ਇਹਨਾਂ ਦੀ ਸੋਚ ਹੈ ਨਾ, ਇਸ ਕਰਕੇ ਇੱਥੇ ਲਾਹੌਰ ਦੇ ਲਾਗੇ ਲਾਗੇ ਤੇਰੀ ਸਿੱਖੀ ਸੇਵਕੀ ਵੱਧ ਜਾਵੇਗੀ ਤੇ ਖਾਣ ਪੀਣ ਜੋਗੀ ਤੈਨੂੰ ਇੱਥੇ ਮੈਂ ਜ਼ਮੀਨ ਦੇ ਰਿਹਾ ਪਿੰਡ ਦੀ। ਇਸ ਤਰ੍ਹਾਂ ਤੂੰ ਆਪਦਾ ਗੁਜ਼ਾਰਾ ਕਰ ਲੈ ਨਵੀਂ। ਬਾਸ ਸੁਖ ਸੋ ਕਰੀ ਜੀਏ। ਤੇ ਸੁੱਖ ਦੇ ਨਾਲ ਇੱਥੇ ਰਹਿਣਾ ਕਰ। ਦੂਜਾ ਨਾ ਸਮਾਨ ਪੂਜਾ ਨਿਜ ਕਰ ਬੀਜੀਏ। ਬਾਕੀ ਇੱਥੇ ਕਿਹੜਾ ਗੁਰੂ ਅਰਜਨ ਦੇਵ ਜੀ ਰਹਿੰਦੇ ਆ, ਇੱਥੇ ਤੇਰੇ ਵਰਗਾ ਹੋਰ ਕੋਈ ਨਹੀਂ ਪ੍ਰਿਥੀ ਚੰਦ, ਕਿਉਂਕਿ ਤੂੰ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ। ਤੇਰੇ ਤੁੱਲ ਤੇਰੇ ਬਰਾਬਰ ਹੋਰ ਕੋਈ ਨਹੀਂ। ਇੱਥੇ ਤੇਰਾ ਬਹੁਤ ਸਨਮਾਨ ਵਧਿਆ ਜਾਵੇਗਾ, ਬਹੁਤ ਤੇਰੀ ਜਿਹੜੀ ਆਓ ਭਗਤ ਹੋਵੇਗੀ, ਬੜੀ ਤੇਰੀ ਪੂਜਾ ਹੋਵੇਗੀ। ਪ੍ਰੀਤੀਆ ਸੁਨਤ ਮਾਨ ਆਨੰਦ ਉਪਾਇਓ ਬਾਹ। ਤੇ ਇੱਥੇ ਰਹਿ ਕੇ ਆਪਣੀ ਪੂਜਾ ਕਰਵਾ। ਪ੍ਰਿਥੀ ਚੰਦ ਸੁਣ ਕੇ ਸੁਲਹੀ ਤੋਂ ਤੇ ਬੜਾ ਖੁਸ਼ ਹੁੰਦਾ ਹੈ। ਸੋਲਹੀ ਸੁਭਾਖਿਓ ਮੇਰੇ ਬਾਕ ਕੋ ਸੁਨੀਜੀਏ। ਤੇ ਸੁਲਹੀ ਪਠਾਨ ਨੂੰ ਇਹ ਪ੍ਰਿਥੀ ਚੰਦ ਕਹਿੰਦਾ, ਹੈ ਮੇਰੇ ਮਿੱਤਰ ਸੁਲਹੀ, ਫਿਰ ਇਸ ਤਰ੍ਹਾਂ ਕਰ, ਇਹ ਮੇਰੀ ਇੱਕ ਹੋਰ ਗੱਲ ਮੰਨਣੀ ਕਰ। ਸੁਖੀ ਨਿਤ ਥੀਜੀਏ ਪ੍ਰਤਾਪ ਮੈਂ ਬਧੀਜੀਏ। ਵੀ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਅਸੀਸਾਂ, ਮੈਂ ਅਸੀਸਾਂ ਦੇਣਾ ਤੈਨੂੰ। ਮੇਰੇ ਅਰਦਾਸ ਹੈ ਪਰਮੇਸ਼ਰ ਅੱਗੇ ਵੀ ਸੁਲਹੀ ਤੂੰ ਸਦਾ ਸੁਖੀ ਰਵੇਂ, ਸੁੱਖ ਵਿੱਚ ਟਿਕਾ ਹੋਵੇ ਤੇਰਾ, ਰੋਜ਼ ਬਰ ਰੋਜ਼ ਤੇਰਾ ਪ੍ਰਤਾਪ ਵੱਧਦਾ ਜਾਵੇ। ਮਨੋਰਥ ਪੁਰੀਜੀਏ ਸਮੇਤ ਜਸ ਜੀਜੀਏ। ਤੇ ਸਮੇਤ ਜਸ ਦੇ, ਸਹਿਤ ਜਸ ਦੇ ਤੁਸੀਂ ਸੰਸਾਰ ਵਿੱਚ ਜਿਉਂਦੇ ਰਹੋ ਸੁਲਹੀ, ਤੁਹਾਡੀ ਵਡਿਆਈ ਵੱਧਦੀ ਰਵੇ। ਸਮੇਤ ਜਸ ਦੇ ਤੁਸੀਂ ਸੰਸਾਰ ਤੇ ਜਿਉਂਦੇ ਰਹੋ, ਲੰਮੀਆਂ ਉਮਰਾਂ ਹੋਣ, ਆਪਦੇ ਮਨ ਦੇ ਸਾਰੇ ਫੁਰਨੇ ਤੁਹਾਡੇ ਸਦਾ ਪਰਮੇਸ਼ਰ ਪੂਰੇ ਕਰੇ। ਗੁਰੂ ਅੰਗ ਸੰਗ ਹੋਏ ਸੰਕਟ ਨਿਵਾਰੈ ਸੋਏ। ਗੁਰੂ ਨਾਨਕ ਪਾਤਸ਼ਾਹ ਜੀ ਸੁਲਹੀ ਤੇਰੇ ਸਦਾ ਅੰਗ ਸੰਗ ਰਹਿਣ, ਤੇਰੇ ਸੰਕਟ ਸੱਚੇ ਪਾਤਸ਼ਾਹ ਜੀ ਸਦਾ ਦੂਰ ਕਰੀ ਰੱਖਣ। ਵੱਡੋ ਉਪਕਾਰ ਜੋਏ ਮੇਰੇ ਪਾਰ ਠਾਨਿਓ। ਵੱਡਾ ਪਰਉਪਕਾਰ ਹੈ ਤੇਰਾ ਮਿੱਤਰ ਮੇਰੇ, ਜਿਹੜਾ ਤੂੰ ਮੇਰੇ ਤੇ ਕੀਤਾ, ਮੈਨੂੰ ਗੁਜ਼ਾਰੇ ਜੋਗਾ ਪਿੰਡ ਦਿੱਤਾ ਹੈ, ਪਿੰਡ ਦੀ ਜ਼ਮੀਨ ਦੇ ਰਿਹਾ ਹੈ। ਦੀਨ ਸ਼ੁਭ ਗ੍ਰਾਮ ਕਰੋ ਬਾਸ ਬੇਕੁ ਧਾਮ ਇਹਾਂ। ਇਹ ਸੋਹਣਾ ਹੇਹਰ ਪਿੰਡ ਮੈਨੂੰ ਦਿੱਤਾ ਹੈ ਗੁਜ਼ਾਰੇ ਵਜੋਂ, ਤੇ ਤੇਰਾ ਬਚਨ ਮੰਨ ਕੇ ਮੈਂ ਹੁਣ ਇੱਥੇ ਹੀ ਰਵਾਂਗਾ। ਹੇਹਰ ਪਿੰਡ ਇੱਥੇ ਹੀ ਆਪਦਾ ਗੁਜ਼ਾਰਾ ਕਰਾਂਗਾ, ਘਰ ਪਾ ਕੇ ਰਹਿ ਲਵਾਂਗਾ। ਆਟੋ ਜਾਮ ਤੇਰੀ ਸ਼੍ਰੇਅ ਮੁਖ ਤੇ ਬਖਾਨਿਓ। ਤੇ ਤੇਰੀ ਸੁੱਖ ਤੇਰੀ ਸ਼ਾਂਤੀ ਮੈਂ ਅਠੇ ਪਹਿਰ ਹੀ ਆਪਦੇ ਮੁਖੋਂ ਮੰਗਦਾ ਰਵਾਂਗਾ। ਅਰਦਾਸਾਂ ਵਿੱਚ ਸੁਲਹੀ ਮੈਂ ਸਦਾ ਤੈਨੂੰ ਯਾਦ ਰੱਖਾਂਗਾ। ਏਕ ਕਾਮ ਔਰ ਸੁਣ ਤਾਲ ਬਨਵਾਇਓ ਤਿਨ। ਤੇ ਫਿਰ ਹੁਣ ਪ੍ਰਿਥੀ ਚੰਦ ਚਤੁਰਾਈ ਕਰਦਾ ਹੋਇਆ ਫਿਰ ਸੁਲਹੀ ਨੂੰ ਕਹਿੰਦਾ, ਮੇਰੇ ਮਿੱਤਰ ਇੱਕ ਫਿਰ ਹੋਰ ਕੰਮ ਕਰ ਜੇ, ਹੁਣ ਤਰੁੱਠਿਆ ਹੀ ਹੈ ਵੀ ਗੁਰੂ ਅਰਜਨ ਦੇਵ ਜੀ ਭਰਾ ਤਾਂ ਮੇਰੇ ਨੇ ਅੰਮ੍ਰਿਤਸਰ ਸਾਹਿਬ ਵਿੱਚ ਸਰੋਵਰ ਬਣਵਾਉਣਾ ਕੀਤਾ ਹੈ, ਸਰੋਵਰ ਵਿੱਚ ਹਰਿਮੰਦਰ ਸਾਹਿਬ ਸਥਾਨ ਬਣਵਾਇਆ ਹੈ। ਆਏ ਸਿੱਖ ਸੰਗਤਾਂ ਮਹਾਨ ਹੀ ਇਸ਼ਨਾਨਿਓ। ਤੇ ਇਸ਼ਨਾਨ ਕਰਨ ਵਾਸਤੇ ਉੱਥੇ ਬਹੁਤ ਭਾਰੀ ਸੰਗਤਾਂ ਦਾ ਜੋੜ ਮੇਲਾ ਸਦਾ ਲੱਗਾ ਰਹਿੰਦਾ ਹੈ। ਤੈਸੇ ਮੇਰੇ ਮਨ ਹੈ ਤੜਾਗ ਕੋ ਬਣਾਏ ਦਿਓ। ਇਸ ਲਈ ਮੇਰੇ ਮਨ ਵਿੱਚ ਵੀ ਇਹ ਹੈ ਵੀ ਆਪਾਂ ਅਰਜੁਨ ਦੇਵ ਦੀ ਬਰਾਬਰੀ ਕਰੀਏ, ਤੇ ਕਿਉਂ ਨਾ ਆਪਾਂ ਇੱਕ ਹਰਿਮੰਦਰ ਸਾਹਿਬ ਇਸੇ ਪਿੰਡ ਵਿੱਚ ਬਣਾ ਦਈਏ। ਆਪਾਂ ਵੀ ਜਿਵੇਂ ਗੁਰੂ ਅਰਜਨ ਦੇਵ ਸਾਡੇ ਭਰਾ ਤਾਂ ਮੇਰੇ ਦੁਸ਼ਮਣ ਨੇ ਤਲਾਬ ਖਟਾਉਣਾ ਕੀਤਾ ਹੈ, ਸਰੋਵਰ ਬਣਾਇਆ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ, ਤੇ ਇਸੇ ਤਰ੍ਹਾਂ ਹੇ ਸੁਲਹੀ ਮੇਰੇ ਮਿੱਤਰ ਆਪਾਂ ਵੀ ਇਹ ਕੰਮ ਕਰੀਏ ਵੀ ਹੇਰ ਪਿੰਡ ਵਿੱਚ ਆਪਾਂ ਇੱਕ ਤੜਾਗ ਬਣਾਈਏ, ਭਾਵ ਤਲਾਬ ਖੱਟ ਲਈਏ। ਬੜੀ ਭਾਂਤ ਇਹ ਬਾਤ ਹੈ ਮਨੋਰਥ ਉਠਾਨਿਓ। ਇਹ ਜਿਹੜਾ ਮੈਂ ਮਨੋਰਥ ਉਠਾਇਆ ਤੇਰੇ ਕੋਲ ਸੰਕਲਪ ਵੀ ਆਪਾਂ ਵੀ ਕਿਉਂ ਨਾ ਇੱਕ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਇੱਥੇ ਬਣਾ ਲਈਏ ਹੇਰ ਪਿੰਡ ਵਿੱਚ। ਕੀ ਮੇਰਾ ਜਿਹੜਾ ਮਨੋਰਥ ਹੈ ਸੰਕਲਪ ਹੈ ਤੈਨੂੰ ਚੰਗਾ ਲੱਗਾ, ਪਸੰਦ ਹੈ ਮੇਰੀ ਗੱਲ ਜੋ ਮੈਂ ਆਖੀ ਹੈ? ਹੋ ਜੇ ਪ੍ਰਸੰਨ ਆਪ ਨਿਰਮਲ ਜਾਮੈ। ਜੇ ਸੁਲਹੀ ਜੀ ਤੁਸੀਂ ਪ੍ਰਸੰਨ ਹੋ ਮੇਰੇ ਇਸ ਗੱਲ ਤੇ ਵੀ ਸਰੋਵਰ ਇੱਥੇ ਬਣਨਾ ਚਾਹੀਦਾ, ਤੇ ਫਿਰ ਬਹੁਤ ਵਧੀਆ ਹੋਵੇਗਾ।
ਕਿਉਂ? ਕਿਉਂਕਿ ਇਸ ਸਰੋਵਰ ਦੇ ਵਿੱਚ ਬਹੁਤ ਸੁੰਦਰ ਜਲ ਭਰਿਆ ਜਾਵੇਗਾ, ਪਵਿੱਤਰ ਹੀ। ਐਸੋ ਤਾਲ ਸੁੰਦਰ ਵਿਸ਼ਾਲ ਬਨ ਜਾਏ ਤੇ ਹੈ। ਤੁਹਾਡੀ ਕਿਰਪਾ ਦੇ ਨਾਲ ਇੱਥੇ ਬਹੁਤ ਵੱਡਾ ਅੰਮ੍ਰਿਤਸਰ ਸਾਹਿਬ ਤੋਂ ਵੀ ਵੱਡਾ ਅੰਮ੍ਰਿਤ ਸਰੋਵਰ ਬਣ ਜਾਵੇਗਾ। ਸੁਲਹੀ ਨੇ ਭਨਿਓ ਇਹੋ ਨੀਕੀ ਬਾਤ ਠਾਨੀ ਚਿੱਤ। ਸੁਲਹੀ ਸੁਣ ਕੇ ਖੁਸ਼ ਹੋਇਆ, ਕਹਿੰਦਾ ਵਾਹ ਬਈ ਪ੍ਰਿਥੀ ਚੰਦ, ਤਾਂ ਬਹੁਤ ਚੰਗੀ ਗੱਲ ਹੈ ਜੋ ਤੂੰ ਆਖ ਰਿਹਾ। ਚੰਗੀ ਮੱਤ, ਚੰਗਾ ਫੁਰਨਾ ਤੂੰ ਮਨ ਵਿੱਚ ਕੀਤਾ ਹੈ। ਸਭ ਕੋ ਸੁਖ ਦੁਹੈ ਅਨੇਕੋ ਨਾਰ ਨਾਏ ਤੇ ਹੈ। ਸਾਰਿਆਂ ਦੇ ਸੁੱਖ ਦੀ ਗੱਲ ਹੈ। ਬਾਕੀ ਜੇ ਇੱਥੇ ਸਰੋਵਰ ਬਣ ਜਾਵੇ ਲਾਹੌਰ ਦੇ ਲਾਗੇ ਹੇਰ ਪਿੰਡ ਵਿੱਚ, ਤੇ ਮਾੜਾ ਕੀ ਹੈ, ਸਭ ਇੱਥੇ ਸੰਗਤਾਂ ਇਧਰਲੇ ਲੋਕ ਇਸ਼ਨਾਨ ਪ੍ਰਾਪਤ ਕਰਨਗੇ, ਇਸ਼ਨਾਨ ਕਰਕੇ ਤੇ ਆਪਦਾ ਜਨਮ ਸਫਲਾ ਕਰ ਲੈਣਗੇ। ਖਾਗ ਮ੍ਰਿਗ ਨੀਰ ਪਾਣ ਪੁੰਨ ਹੈ ਮਹਾਨ ਜਾਂ ਬਾਕੀ ਕੋ। ਵੱਡਾ ਪੁੰਨ ਦਾ ਕੰਮ ਵੀ ਹੈ ਨਾ, ਇੱਥੇ ਪਾਣੀ ਦੀ ਬਹੁਤ ਲੋੜ ਹੈ। ਤੇ ਜਿੰਨੇ ਪਸ਼ੂ ਪੰਛੀ ਮ੍ਰਿਗ ਆਦਿਕ ਹੈ, ਜਾਂ ਇੱਧਰ ਦੇ ਇਲਾਕੇ ਦੇ ਲੋਕ ਜਿੰਨੇ ਲਾਹੌਰ ਦੇ ਲਾਗੇ ਇਹ ਸਾਰੇ ਹੀ ਪਾਣੀ ਦੀ ਸਹੂਲਤ ਤੋਂ ਸੌਖੇ ਹੋ ਜਾਣਗੇ, ਜਲ ਛਕਿਆ ਕਰਨਗੇ। ਵੱਡਾ ਪੁੰਨ ਕਰੇਗਾ ਜੇ ਸਰੋਵਰ ਲਵਾ ਲਵੇਂ ਤਾਂ। ਰਚੀਤ ਡਾਗ ਚਾਰੋਂ ਭਾਗ ਤੇ ਸੁਹਾਏ ਹੈ। ਕੋਈ ਗੱਲ ਨਹੀਂ, ਜ਼ਰੂਰ ਮੇਰੀ ਹਾਮੀ ਹੈ, ਮੈਂ ਰਾਜੀ ਇਸ ਗੱਲ ਤੋਂ ਵੀ ਇਹ ਜਿਹੜਾ ਪਿੰਡ ਮੈਂ ਤੈਨੂੰ ਦੇ ਰਿਹਾ ਨਾ ਪਟਾ ਲਿਖ ਕੇ, ਇਸ ਪਿੰਡ ਦੇ ਵਿੱਚ ਤੂੰ ਬਣਾ ਲੈ ਸਰੋਵਰ। ਚਾਰ ਪਾਸਿਆਂ ਤੋਂ ਬੜਾ ਸੋਹਣਾ ਸੁੰਦਰ ਸਰੋਵਰ ਵੱਡਾ ਬਣਾ ਲੈ। ਜੈਸੇ ਵੱਡੀ ਸੰਗਤਾਂ ਸਾ ਪ੍ਰੇਮ ਤੇ ਇਸ਼ਨਾਨੈ ਤਾਹਾਂ। ਤੇ ਜਿਹਦੇ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਬੜੇ ਪ੍ਰੇਮ ਦੇ ਨਾਲ ਇੱਥੇ ਇਸ਼ਨਾਨ ਕਰਨ, ਭਾਵ ਖੁੱਲਾ ਡੁੱਲਾ ਚਾਰ ਚਫੇਰਿਓਂ ਸਰੋਵਰ ਬਣਾਉਣਾ ਕਰ। ਤੈਸੇ ਤੇਰੋ ਹੋਏ ਹੈ ਸੋ ਜਸ ਪਸਰਾਏ ਹੈ। ਤੇ ਜਿੰਨਾ ਪ੍ਰੇਮ ਤੇ ਸੰਗਤਾਂ ਇੱਥੇ ਆ ਕੇ ਇਸ਼ਨਾਨ ਕਰਨਗੀਆਂ, ਓਨੀ ਵਡਿਆਈ ਓਨੀ ਸੋਭਾ ਤੇਰੀ ਪ੍ਰਿਥੀ ਚੰਦ ਸੰਸਾਰ ਉੱਪਰ ਹੋਰ ਵਧੇਗੀ। ਸਭ ਆਖਣਗੇ ਅਸੀਂ ਪ੍ਰਿਥੀ ਚੰਦ ਦੇ ਲਗਾਏ ਸਰੋਵਰ ਵਿੱਚ ਇਸ਼ਨਾਨ ਕਰਕੇ ਆਏ ਹਾਂ, ਓਨੀ ਤੇਰੀ ਸੋਭਾ ਸੰਸਾਰ ਤੇ ਵੱਧ ਜਾਵੇਗੀ। ਐਸੇ ਕਹਿ ਸੁਲਹੀ ਨੇ ਦੀਨ ਸੁਧਰ ਬਤਬ। ਇਸ ਤਰ੍ਹਾਂ ਕਹਿ ਕੇ ਨਾ ਸਾਧ ਸੰਗਤ ਸੁਲਹੀ ਨੇ ਪ੍ਰਿਥੀ ਚੰਦ ਨੂੰ ਬਹੁਤ ਖੁੱਲੀ ਮਾਇਆ ਜਿਹੜੀ ਵੈ ਦੇ ਦਿੱਤੀ ਆਪਣੇ ਕੋਲੋਂ, ਕਿਉਂਕਿ ਇਧਰਲੇ ਪਾਸੇ ਮਾਮਲਾ ਜੋ ਗਰਾਉਣ ਆਇਆ ਸੀ ਤੇ ਸੁਲਹੀ ਕੋਲ ਮਾਇਆ ਖੁੱਲੀ ਸੀ। ਆਪਣੇ ਹਿੱਸੇ ਵਿੱਚੋਂ ਮਾਇਆ ਕੁਝ ਜਿਹੜੀ ਨਾ ਜਾਂ ਬਹੁਤੀ ਮਾਤਰਾ ਵਿੱਚ ਸਰੋਵਰ ਲਗਾਉਣ ਵਾਸਤੇ ਪ੍ਰਿਥੀ ਚੰਦ ਨੂੰ ਦੇ ਦਿੱਤੀ ਹੈ। ਮੇਰੋ ਪੁੰਨ ਹੋਏ ਗੋਤ ਡਾਗ ਬਨ ਜਾਏ ਹੈ। ਕਹਿੰਦਾ ਲੈ ਪ੍ਰਿਥੀ ਚੰਦ ਆ ਮਾਇਆ ਚੁੱਕ, ਮੇਰਾ ਵੀ ਹਿੱਸਾ ਪੈ ਜਾਵੇਗਾ, ਮੇਰਾ ਵੀ ਭਲਾ ਹੋ ਜਾਵੇਗਾ ਜੇ ਤੂੰ ਸਰੋਵਰ ਲਗਵਾ ਲਵੇਂ ਤਾਂ। ਪ੍ਰਿਥੀਏ ਨੇ ਭਾਖ ਕੈ ਪਟਾ ਸੋ ਲੇਖ ਵਾਇਓ ਗ੍ਰਾਮ। ਤਾਂ ਹੁਣ ਪ੍ਰਿਥੀ ਚੰਦ ਚੁਸਤ ਤੇਜ ਤਰਾਰ ਹੈ। ਇਹਨੇ ਆਖਿਆ ਲੈ ਹੁਣ ਪਠਾਨ ਮੰਨਿਆ ਹੈ, ਤੇ ਰਾਜੇ ਲੋਕਾਂ ਦਾ ਕੀ ਪਤਾ ਕਦੋਂ ਵਿਗੜ ਜਾਣ ਕਿਸੇ ਗੱਲੋਂ ਤੇ ਕੱਲ ਨੂੰ ਅਣਬਣ ਹੋ ਜਾਵੇ। ਕਹਿੰਦਾ ਜੀ ਫਿਰ ਇਉਂ ਕਰੋ, ਇੱਥੇ ਪਟਾ ਲਿਖ ਦਿਓ ਮੈਨੂੰ। ਬੜੀ ਚਤੁਰਾਈ ਨਾਲ ਸਿਫਤ ਜੀ ਗਾ ਗੂ ਕੇ ਸੁਲਹੀ ਤੋਂ ਪ੍ਰਿਥੀ ਚੰਦ ਨੇ ਕੁਝ ਸਾਲਾਂ ਦਾ ਪਟਾ ਇਹ ਪਿੰਡ ਆਪਣੇ ਨਾਮ ਕਰਵਾ ਲਿਆ ਹੈ। ਰਚੇ ਨਿਜ ਧਾਮ ਕੀਨ ਬਾਸ ਸੁਖ ਪਾਏ ਹੈ। ਫੇਰ ਸਾਧ ਸੰਗਤ ਪ੍ਰਿਥੀ ਚੰਦ ਇੱਥੇ ਹੀ ਨਹੀਂ ਰਿਹਾ ਫਿਰ ਬੜਾ ਸਮਾਂ। ਇੱਥੇ ਹੀ ਇਹਨੇ ਆਪਦੇ ਘਰ ਬਣਾਏ, ਪਹਿਲਾਂ ਆਪਦੇ ਘਰ ਬਣਾਏ, ਸੋਹਣੇ ਮਕਾਨ ਬਣਵਾ ਕੇ ਰਹਿਣ ਲੱਗਿਆ ਪਰਿਵਾਰ ਸਮੇਤ। ਆਏ ਲਗਵਾਏ ਨਿਤ ਠਾਨ ਤੋ ਪਾਏ ਵੱਡੋ। ਤੇ ਆਵੇ ਲਗਵਾ ਦਿੱਤੇ ਇੱਥੇ, ਜਿਹਦੇ ਚਿੱਟਾਂ ਬਣਦੀਆਂ ਨਾ ਉਹ ਆਵੇ ਨੇ ਲਗਵਾ ਦਿੱਤੇ, ਜਿਵੇਂ ਹੁਣ ਪੱਠੇ ਲੱਗਦੇ ਆ ਇੱਟਾਂ ਪਕਾਉਣ ਵਾਸਤੇ ਆਵੇ ਨੇ ਲਗਵਾ ਦਿੱਤੇ। ਤੇ ਛੇਤੀ ਤੋਂ ਛੇਤੀ ਵੱਡਾ ਸਰੋਵਰ ਬਣੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਇੱਥੇ ਉਸੇ ਹੀ ਆਕਾਰ ਦਾ ਮੈਂ ਬਣਾਵਾਂ। ਹਰਿਮੰਦਰ ਸਾਹਿਬ ਦੀ ਮਹਿਮਾ ਘਟੇਗੀ ਤੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਸੰਗਤ ਟੁੱਟ ਕੇ ਖਰੇ ਮੇਰੇ ਵਾਲੇ ਪਾਸੇ ਆ ਜਾਵੇ। ਇਹ ਵਿਚਾਰ ਕਰਦਾ ਹੋਇਆ ਪ੍ਰਿਥੀ ਚੰਦ ਬੜਾ ਉਦਮ ਕਰ ਰਿਹਾ, ਛੇਤੀ ਦੇ ਨਾਲ ਆਵੇ ਭਾਵ ਛੋਟੇ ਭੱਠੇ ਲਾ ਦਿੱਤੇ ਇੱਟਾਂ ਪਕਾਉਣ ਨੂੰ। ਸਮਾਤਾ ਕੋ ਚਾਹੇ ਸੁਧਾਸਰ ਜਾਂ ਸੁਹਾਏ ਹੈ। ਤੇ ਜਿਵੇਂ ਅੰਮ੍ਰਿਤਸਰ ਸਾਹਿਬ ਨਗਰ ਵਸਿਆ ਹੋਇਆ ਨਾ ਵੱਡਾ, ਗੁਰੂ ਅਰਜਨ ਦੇਵ ਮਹਾਰਾਜ ਨੇ ਸਰੋਵਰ ਲਵਾਇਆ ਹੈ। ਹਰਿਮੰਦਰ ਸਾਹਿਬ ਪਾਵਨ ਸਥਾਨ, ਇਹਨਾਂ ਸਥਾਨਾਂ ਦੀ ਬਰਾਬਰੀ ਕਰਨੀ ਚਾਹੁੰਦਾ ਹੈ। ਆਵੇਗੀ ਉਪਾਇਨ ਅਨੇਕ ਹੀ ਪ੍ਰਕਾਰ ਕਰ। ਤੇ ਮਨ ਵਿੱਚ ਇਹਦੇ ਹੈ ਵੀ ਉਵੇਂ ਹੀ ਮੇਰੀ ਵਡਿਆਈ ਹੋਵੇਗੀ। ਉਹ ਬਰਾਬਰੀ ਕਰਨੀ ਚਾਹੁੰਦਾ ਵੀ ਇਹ ਸਥਾਨ ਉਹਦੇ ਬਰਾਬਰ ਖੜਾ ਕਰ ਦੇਵਾਂ। ਉਹਦੇ ਵਿੱਚ ਹੁਣ ਗੁਰੂ ਅਰਜਨ ਦੇਵ ਮਹਾਰਾਜ ਤਾਂ ਭਲੇ ਖਾਤਰ ਸਥਾਨ ਇਹ ਲਵਾਇਆ ਸਰੋਵਰ ਤੇ ਹਰਿਮੰਦਰ ਸਾਹਿਬ, ਕਲਿਆਣ ਜੀਵਾਂ ਦੀ ਵਾਸਤੇ। ਪਰ ਪ੍ਰਿਥੀ ਚੰਦ ਨੂੰ ਕੋਈ ਕਲਿਆਣ ਨਹੀਂ ਕਿਸੇ ਕਰਨ ਦੀ ਇੱਛਾ। ਇਹਨੂੰ ਕੇਵਲ ਤੇ ਕੇਵਲ ਇਹ ਹੈ ਵੀ ਵੱਡਾ ਸਰੋਵਰ ਲੱਗੇਗਾ, ਹਰਿਮੰਦਰ ਸਾਹਿਬ ਇੱਕ ਇੱਥੇ ਬਣੇਗਾ,
ਜਿਵੇਂ ਹਰਿਮੰਦਰ ਸਾਹਿਬ ਚਾਰ ਚਫੇਰਿਓਂ ਸੰਗਤਾਂ ਆਉਂਦੀਆਂ, ਖੁੱਲੀ ਮਾਇਆ ਆਉਂਦੀ ਹੈ, ਇੱਥੇ ਮੇਰੇ ਕੋਲ ਖੁੱਲੀ ਮਾਇਆ ਆਇਆ ਕਰੇਗੀ। ਮਿਲ ਹੋਏ ਤੀਰਥ ਕੋ ਮਿਲੈ ਸਮੁਦਾਇ ਤੇ ਹੈ। ਅਨੇਕਾਂ ਪ੍ਰਕਾਰ ਦੀ ਭੇਟ ਆਵੇਗੀ, ਤੇ ਮੇਰੇ ਬਣਵਾਏ ਹੋਏ ਤੀਰਥ ਇਸ ਸਰੋਵਰ ਤੇ ਬੜੇ ਬੜੇ ਭਾਰੀ ਜੋੜ ਮੇਲੇ ਲੱਗਿਆ ਕਰਨਗੇ। ਮੈਨੂੰ ਬੜਾ ਸੁੱਖ ਹੋਵੇਗਾ। ਬੜੀਆਂ ਸਿੱਖ ਸੰਗਤਾਂ ਮੈਨੂੰ ਗੁਰੂ ਰਾਮਦਾਸ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ ਜਾਣ ਕੇ ਮੱਥੇ ਟੇਕਿਆ ਕਰਨਗੀਆਂ। ਮੈਂ ਗੁਰੂ ਬਣ ਜਾਵਾਂਗਾ ਜੇ ਇੱਥੇ ਅੰਮ੍ਰਿਤਸਰ ਇੱਕ ਨਵਾਂ ਮੈਂ ਸ਼ਹਿਰ ਵਸਾ ਦੇਵਾਂ ਤਾਂ। ਦੋਹਰਾ ਲੱਗਿਓ ਕਰਾਵਨ ਤਾਲਕੋ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਮਨ ਵਿੱਚ ਇੱਛਾ ਧਾਰ ਕੇ ਵੀ ਸ਼ਾਇਦ ਅੰਮ੍ਰਿਤਸਰ ਸਰੋਵਰ ਤੇ ਹਰਿਮੰਦਰ ਸਾਹਿਬ ਇੱਥੇ ਸਥਾਨ ਬਣਾ ਲਵਾਂ ਮੈਂ, ਹੇਰ ਪਿੰਡ, ਤੇ ਇੱਥੇ ਮੇਰੀ ਪੂਜਾ ਹੋਣ ਲੱਗ ਜਾਵੇਗੀ, ਮੈਂ ਗੁਰੂ ਬਣ ਜਾਵਾਂਗਾ। ਇਹ ਮਨ ਵਿੱਚ ਖੋਟੀ ਮਨਸਾ ਧਾਰ ਕੇ ਪ੍ਰਿਥੀ ਚੰਦ ਇੱਥੇ ਸਰੋਵਰ ਪਟਵਾਉਣ ਲੱਗਿਆ ਬੜੇ ਉਤਸ਼ਾਹ ਦੇ ਨਾਲ ਹੀ। ਧਾਰ ਉਤਸਾਹ ਵਿਸਾਲ। ਤੇ ਬੜਾ ਉਤਸ਼ਾਹ ਮਨ ਵਿੱਚ ਧਾਰਿਆ ਹੋਇਆ ਵੀ ਛੇਤੀ ਤੋਂ ਛੇਤੀ ਇਹ ਸਰੋਵਰ ਕਿਸੇ ਤਰ੍ਹਾਂ ਬਣ ਜਾਵੇ। ਖਰਚਹਿ ਦਰਬ ਸੋ ਸਰਬ ਕੋ। ਤੇ ਸਾਰਾ ਧਨ ਸੀ ਨਾ ਜਿਹੜਾ, ਉਹ ਕੁਝ ਸੁਲਹੀ ਦੇ ਕੇ ਗਿਆ ਸੀ ਇਹਨੂੰ, ਕੁਝ ਬੜੇ ਚਿਰ ਦਾ ਚੂਨਾ ਲਾਉਂਦਾ ਸੀ ਗੁਰੂ ਘਰ ਦੀਆਂ ਗੋਲਕਾਂ ਨੂੰ। ਗੁਰੂ ਅਮਰਦਾਸ ਮਹਾਰਾਜ ਵੇਲੇ ਦਾ ਮਾਇਆ ਜੋੜਨ ਲੱਗਿਆ ਸੀ ਇਹ। ਔਰ ਪ੍ਰਿਥੀ ਚੰਦ ਨੇ ਕੀ ਕੀਤਾ ਵੀ ਜਿੰਨੀ ਮਾਇਆ ਜੋੜੀ ਸੀ ਨਾ ਪਹਿਲਾਂ ਤੋਂ ਲੈ ਕੇ, ਬਹੁਤ ਧਨ ਜੋੜਿਆ ਸੀ, ਉਹ ਪੈਸਾ ਹੁਣ ਸਰੋਵਰ ਬਣਾਉਣ ਵਿੱਚ, ਸਰੋਵਰ ਨੂੰ ਪਟਾਉਣ ਵਿੱਚ ਖਰਚ ਕਰਨ ਲੱਗਿਆ ਹੈ। ਗੁਰ ਕੀ ਮਤ ਸਰਨਾਲ। ਤੇ ਸਰੋਵਰ ਤੇ ਹਰਿਮੰਦਰ ਸਾਹਿਬ ਇੱਕ ਇੱਥੇ ਬਣਾਉਣ ਦਾ ਕਾਰਨ ਇੱਕੋ ਹੀ ਹੈ, ਕਿਸੇ ਦਾ ਭਲਾ ਨਹੀਂ। ਕਾਰਨ ਇੱਕ ਹੀ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਮੈਂ ਬਰਾਬਰੀ ਕਰਨੀ ਹੈ, ਸਤਿਗੁਰਾਂ ਦੇ ਨਾਲ ਈਰਖਾ ਕਰਦਾ ਹੋਇਆ। ਸ਼੍ਰੀ ਅਰਜਨ ਕੇ ਸਮ ਬਨੋ। ਮਨ 'ਚ ਵਿਚਾਰ ਹੈ ਵੀ ਮੈਂ ਜੇ ਸਰੋਵਰ ਬਣ ਜਾਵੇ, ਅੰਮ੍ਰਿਤਸਰ ਸਥਾਨ ਬਣ ਜਾਵੇ, ਤੇ ਮੈਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਛੋਟੇ ਭਰਾਤਾ ਦੇ ਬਰਾਬਰ ਭਾਵ ਗੁਰੂ ਬਣ ਜਾਵਾਂਗਾ। ਕਰਤ ਪਖੰਡ ਅਨੇਕ। ਸਤਿਗੁਰਾਂ ਦੇ ਬਰਾਬਰੀ ਕਰਨ ਵਾਸਤੇ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਅਨੇਕਾਂ ਤਰ੍ਹਾਂ ਦੇ ਪਾਪੜ ਵੇਲਦਾ, ਪਖੰਡ ਕਰਦਾ ਹੈ। ਅਜਮਤ ਪਾਵੈ ਕਹਾਂ ਤੇ। ਜੇ ਫਰਜ਼ ਕਰੋ, ਕਵੀ ਜੀ ਕਹਿੰਦੇ ਸਥਾਨ ਪ੍ਰਿਥੀ ਚੰਦ ਬਣਾ ਵੀ ਲਵੇ, ਹਰਿਮੰਦਰ ਸਾਹਿਬ ਬਿਲਕੁਲ ਉਸ ਇਨ ਬਿਨ ਸਭ ਕੁਝ ਉਸੇ ਤਰ੍ਹਾਂ ਸੋਨਾ ਚਾਂਦੀ ਲਾ ਦੇਵੇ, ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਬਰਾਬਰੀ ਕਿਵੇਂ ਕਰ ਸਕਦਾ, ਕਿਉਂਕਿ ਖਾਲੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਵਰਗੀ ਸ਼ਕਤੀ, ਸਤਿਗੁਰਾਂ ਵਰਗੀ ਕਰਾਮਾਤ ਬਲ ਕਿੱਥੋਂ ਲਿਆਵੇਗਾ। ਗਿਆਨ ਬਹੀਨ ਵਿਵੇਕ। ਤੇ ਸਿਰੇ ਦਾ ਮੂਰਖ ਈਰਖਾਲੂ ਔਗਣਾ ਦਾ ਭਰਿਆ ਹੋਇਆ ਹੈ, ਇਹਦਾ ਹਿਰਦਾ ਗਿਆਨ ਤੋਂ ਖਾਲੀ ਹੈ। ਬਿਬ ਦੋ ਜੀਵ ਈਸ਼ ਦੀ ਏਕਤਾ ਵਾਲੀ ਆਤਮ ਸ਼ੈਣੀ ਬੁੱਧ ਕਿੱਥੋਂ ਲਿਆਵੇਗਾ। ਦੋਹਰਾ ਸ਼੍ਰੀ ਗੁਰ ਸੋ ਮਤ ਸਰ ਤਰਤ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਪ੍ਰਿਥੀ ਚੰਦ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਨਾਲ ਈਰਖਾ ਕਰਦਿਆਂ ਹੋਇਆਂ ਰਚਤ ਦੰਭ ਬਹ ਭਾਂਤ। ਤੇ ਹੋਰ ਹੀ ਨਵਾਂ ਹੀ ਅੱਜ ਪਖੰਡ ਕਰਨ ਲੱਗਿਆ, ਅੰਮ੍ਰਿਤਸਰ ਸਾਹਿਬ ਜਿਹੜਾ ਵੱਡਾ ਨਵਾਂ ਹੀ ਸਥਾਨ ਬਣਾਉਣ ਲੱਗਿਆ। ਇਸ ਤਰ੍ਹਾਂ ਬੜੇ ਤਰ੍ਹਾਂ ਦੇ ਪਖੰਡ ਕਰਦਾ ਹੈ। ਲਾਗਤ ਡਾਗ ਬਨਾਵਨੇ। ਤੇ ਇਹਨੇ ਕਰ ਦਿੱਤਾ ਸ਼ੁਰੂ ਕਾਰਜ, ਸਰੋਵਰ ਦੀ ਟੱਕ ਲਾ ਕੇ ਤੇ ਸਰੋਵਰ ਦੀ ਪਟਾਈ ਸ਼ੁਰੂ ਕਰਵਾ ਦਿੱਤੀ ਹੈ। ਕਹਿ ਕਹਿ ਮਹਿਮਾ ਬਾਤ। ਤੇ ਪਾਸੇ ਆਸੇ ਸੰਗਤਾਂ ਨੂੰ ਪ੍ਰੇਰਦਾ ਵੀ ਇਹ ਤਾਂ ਆਖੇ ਜੀ ਸਤਜੁਗ ਤੋਂ ਵੀ ਪਹਿਲਾਂ ਦਾ ਸਥਾਨ ਮੈਂ ਆਖੇ ਪ੍ਰਗਟ ਕਰਨ ਲੱਗਿਆ। ਮਹਿਮਾ ਦੀ ਗੱਲ ਕਰਦਾ, ਸੰਗਤਾਂ ਵਿੱਚ ਫੈਲਾਉਂਦਾ ਇਹ ਅਫਵਾਹ ਵੀ ਇਸ ਸਥਾਨ ਤੇ ਜਿਹੜਾ ਇਸ਼ਨਾਨ ਕਰੇਗਾ ਪੁੱਤ ਦੁੱਧ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ। ਜਿਹੜਾ ਇਸ ਸਥਾਨ ਦੀ ਸੇਵਾ ਕਰ ਲਵੇ, ਆ ਕੇ ਟੋਕਰੀ ਢੋਵੋ, ਇੱਥੇ ਸੇਵਾ ਕਰੋ। ਇਸ ਤਰ੍ਹਾਂ ਦੀ ਚਾਰੇ ਪਾਸੇ ਮਹਿਮਾ ਦੀਆਂ ਗੱਲਾਂ ਜੀਆਂ ਫੈਲਵਾਉਂਦਾ, ਆਪਦੇ ਬੰਦੇ ਭੇਜ ਪਿੰਡਾਂ ਵਿੱਚ ਪ੍ਰਚਾਰ ਕਰਵਾਉਂਦਾ ਹੈ। ਨਿਸ਼ਾਨੀ ਛੰਦ ਖਰਚਤ ਦਰਬ ਵਿਸਾਲ। ਵਿਸਾਲ ਕੋ ਬੜੇ ਖੁੱਲੇ ਧਨ, ਜਿਹੜਾ ਇਹਦੇ ਕੋਲ ਕੁਝ ਆਪਦਾ ਜੋੜਿਆ, ਕੁਝ ਸੁਲਹੀ ਦਾ ਦਿੱਤਾ, ਉਹ ਸਾਰਾ ਖੁੱਲਾ ਧਨ ਖਰਚ ਰਿਹਾ ਹੈ। ਆਵੇ ਲਗਵਾਏ। ਪਹਿਲਾਂ ਇਹਨੇ ਆਵੇ ਲਗਵਾਏ, ਛੋਟੇ ਪੱਠੇ ਉਸ ਸਮੇਂ ਦੇ ਜਿਵੇਂ ਸਨ ਉਹ ਇਸ ਪ੍ਰਿਥੀ ਚੰਦ ਨੇ ਲਗਵਾ ਦਿੱਤੇ ਹਨ। ਬ੍ਰਿੰਦ ਮਿਹਨਤੀ ਲਗ ਪਰੇ। ਤੇ ਲਾਹੌਰ ਸ਼ਹਿਰ ਸਾਧ ਸੰਗਤ ਜੀ ਉਹਨਾਂ ਸਮੇਂ ਵਿੱਚ ਪ੍ਰਸਿੱਧ ਸੀ ਮਜ਼ਦੂਰੀ ਵਾਸਤੇ। ਬੜੇ ਬੜੇ ਰਾਜ ਮਿਸਤਰੀ, ਤੁਸੀਂ ਸੁਣਿਆ ਨਾ ਜਿਹੜੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਬਣੀ, ਉੱਥੇ 2 ਟਕੇ ਤੇ ਦਿਹਾੜੀ ਮਜ਼ਦੂਰ ਲਾਹੌਰੋਂ ਬੜੇ ਆਉਂਦੇ ਰਹੇ, ਕਿਉਂਕਿ ਲਾਹੌਰ ਸ਼ਹਿਰ ਬਹੁਤ, ਅੰਮ੍ਰਿਤਸਰ ਸਾਹਿਬ ਤਾਂ ਗੁਰੂ ਰਾਮਦਾਸ ਮਹਾਰਾਜ ਸਮੇਂ ਵਸਿਆ ਨਾ, ਗੁਰੂ ਅਰਜਨ ਦੇਵ ਮਹਾਰਾਜ ਸਮੇਂ ਪੂਰਾ ਵਸਿਆ। ਗੋਇੰਦਵਾਲ ਸਾਹਿਬ
ਦੀ ਵਸੋਂ ਹੁਣ ਵੀ ਵੇਖਦੇ ਹਾਂ ਵੀ ਕੋਈ ਬਹੁਤੀ ਨਹੀਂ। ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਨੇ ਵਸਾਇਆ। ਇਸ ਇਲਾਕੇ ਦੇ ਵਿੱਚ ਇਧਰਲੇ ਪਾਸੇ ਸਭ ਤੋਂ ਵੱਡਾ ਸ਼ਹਿਰ ਲਾਹੌਰ ਗਿਣਿਆ ਜਾਂਦਾ ਸੀ। ਤੇ ਪ੍ਰਿਥੀ ਚੰਦ ਜਿਹੜਾ ਹੇਰ ਪਿੰਡ ਸਰੋਵਰ ਲਵਾਲ ਹੈ, ਇਹ ਬਿਲਕੁਲ ਲਾਹੌਰ ਦੇ ਲਾਗੇ ਹੈ। ਜਿਸ ਕਰਕੇ ਲਾਗਿਓਂ ਤਾਗਿਓਂ ਫਿਰ ਬੜੇ ਮਜ਼ਦੂਰ ਜਿਹੜੇ ਵਾ ਦਿਹਾੜੀਦਾਰ ਉਹ ਇਸ ਨੇ ਮੰਗਵਾ ਲਏ ਹਨ। ਬਾਹਕਾਰ ਕਰਾਏ। ਉਹ ਲੱਗ ਪਏ ਆ ਕੇ ਪੁੱਟਣਾ ਤੇ ਸਰੋਵਰ ਦੀ ਬੜੀ ਕਾਰ ਚੱਲ ਰਹੀ, ਬੜਾ ਕੰਮ ਜ਼ੋਰਾਂ ਤੇ ਚੱਲਦਾ ਹੈ। ਖਨਿਓ ਤੁਰਤ ਵੱਡ ਤਾਲ ਕੋ। ਬੜੇ ਦਿਹਾੜੀਦਾਰ ਲਾ ਕੇ ਨਾ ਪ੍ਰਿਥੀ ਚੰਦ ਨੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਕਰਾਈ ਉਦੋਂ ਠੀਕ ਮਜ਼ਦੂਰ ਵੀ ਸਨ, ਪਰ ਸੰਗਤਾਂ ਨੇ ਸ਼ਰਧਾ ਤੇ ਪ੍ਰੇਮ ਨਾਲ ਸੇਵਾ ਕੀਤੀ। ਹੱਥੀਂ ਸੇਵਾ ਕਰ ਕਰ ਸਰੋਵਰ ਪੁੱਟਿਆ। ਇਹ ਪੈਸੇ ਦੇ ਕੇ ਕਰਵਾ ਰਿਹਾ ਹੈ। ਪ੍ਰਿਥੀ ਚੰਦ ਨੇ ਮਾਇਆ ਦੇ ਕੇ ਖੁੱਲੀ ਤੇ ਮਜ਼ਦੂਰ ਜਿਹੜੇ ਲਿਆ ਕੇ ਦਿਹਾੜੀਦਾਰ, ਤੇ ਥੋੜੇ ਦਿਨਾਂ 'ਚ ਹੀ ਸਰੋਵਰ ਸਾਰਾ ਪਟਵਾ ਦਿੱਤਾ ਹੈ। ਮ੍ਰਿਤਕਾ ਨਿਕਸਾਈ। ਤੇ ਵਿੱਚੋਂ ਸਾਰੀ ਮਿੱਟੀ ਕਢਾ ਕੇ ਬਾਹਰ ਕਢਵਾ ਦਿੱਤੀ ਪਟਾ ਕਰ। ਚਾਹਾਂ ਦਿਸ ਤੇ ਇੱਕ ਸਾਰ ਕਰ। ਚਾਰ ਚਫੇਰੇ ਇੱਕੋ ਜੇ ਚਾਰ ਕੋਨੇ ਗੁੱਠਾਂ ਸਰੋਵਰ ਦੀਆਂ ਪਟਾ ਕੇ ਬਰਾਬਰ ਕਰ ਦਿੱਤੀਆਂ ਨੇ। ਚਿੰਨਤੀ ਲਗਵਾਈ। ਤੇ ਆਵੇ ਲੱਗੇ ਸੀ, ਮਾਇਆ ਖੁੱਲੀ ਸੀ। ਮਾਇਆ ਦੀ ਖੇਡ ਹੈ। ਛੇਤੀ ਦੇ ਨਾਲ ਜਿਹੜੇ ਲੱਗੇ ਹੋਏ ਆਵੇ ਹੈ ਉਹਨਾਂ 'ਚੋਂ ਇੱਟਾਂ ਕਢਵਾ ਕੇ ਤੇ ਚਿਣਾਈ ਕਰਵਾਉਣੀ ਸ਼ੁਰੂ ਕਰਵਾ ਦਿੱਤੀ। ਭਾਵ ਵੀ ਨਾਲ ਦੀ ਨਾਲ ਸਰੋਵਰ ਪਟਵਾ ਕੇ ਤੇ ਨਾਲ ਹੀ ਹੁਣ ਪੱਕਾ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਸਗਰੇ ਬੈਠਿਓ ਰਹੈ। ਤੇ ਕਾਮਿਆਂ ਦਿਹਾੜੀ ਮਜ਼ਦੂਰਾਂ ਦੇ ਮਿਸਤਰੀਆਂ ਦੇ ਉੱਪਰ ਸਾਰਾ ਦਿਨ ਆਪ ਬੈਠਾ ਰਹਿੰਦਾ ਹੈ। ਕਹਿ ਕਹਿ ਕਰਵਾਵੈ। ਉੱਤੇ ਚੜ੍ਹ ਕੇ ਆਪ ਕੰਮ ਕਰਵਾਉਂਦਾ, ਕਹਿ ਕਹਿ ਕੇ ਸਾਰੀ ਉਸ ਸਰੋਵਰ ਦੀ ਤਿਆਰੀ ਕਰਵਾਉਂਦਾ ਪੱਕਾ ਵੀ ਇੱਥੋਂ ਇਸ ਤਰ੍ਹਾਂ ਬਣਾਉਣਾ ਹੈ। ਕਿਉਂਕਿ ਇਹਨੇ ਵੇਖਿਆ ਸੀ ਨਾ ਹਰਿਮੰਦਰ ਸਾਹਿਬ ਬਣਦਾ ਸਾਰਾ ਉਹਦੇ ਵਿੱਚ ਹੀ ਸੀ। ਇੱਥੇ ਜਦੋਂ ਹਰਿਮੰਦਰ ਸਾਹਿਬ ਬਣਦਾ ਇਹਨੂੰ ਪਤਾ ਸੀ ਉਹ ਕਿਸ ਆਕਾਰ ਕਿਸ ਨਕਸ਼ੇ ਤੇ ਬਣਿਆ। ਉਸੇ ਤਰ੍ਹਾਂ ਹਰਿਮੰਦਰ ਸਾਹਿਬ ਦੀ ਸ਼ਕਲ ਵਾਂਗੂ ਸਾਰਾ ਸਰੋਵਰ ਆਪ ਬਣਵਾ ਰਿਹਾ ਕਹਿ ਕਰਕੇ। ਦੇਤ ਮਜ਼ਦੂਰੀ ਸੰਜ ਕੋ। ਤੇ ਸ਼ਾਮ ਨੂੰ ਸਭ ਨੂੰ ਨਗਦ ਮਾਇਆ ਦਿੰਦਾ। ਦਿਨੇ ਸਾਰਾ ਦਿਨ ਦਿਹਾੜੀ ਹੁੰਦੀ ਹੈ ਤੇ ਮਜ਼ਦੂਰ ਜਿਹੜੇ ਉਹਨਾਂ ਨੂੰ ਸ਼ਾਮ ਨੂੰ ਜਾਣ ਤੋਂ ਪਹਿਲਾਂ ਸਾਰੀ ਮਾਇਆ ਨਗਦ ਦੇ ਦਿੰਦਾ ਹੈ। ਪੁਨ ਸਾਰ ਲਗਾਵੈ। ਸਵੇਰੇ ਆ ਕੇ ਫੇਰ ਉਹਨਾਂ ਨੂੰ ਲਾ ਲੈਂਦਾ ਹੈ। ਗਨ ਕਾਰੀਗਰ ਚਿਨਤ ਹੈ। ਤੇ ਬੜੇ ਕਾਰੀਗਰ ਰਾਜ ਮਿਸਤਰੀ ਇੱਟਾਂ ਦੀ ਚਿਨਾਈ ਕਰ ਰਹੇ ਸਰੋਵਰ ਪੱਕਾ ਹੁੰਦਾ ਹੈ। ਸੁੰਦਰਤਾ ਸੰਗਾ। ਬੜੀ ਸੁੰਦਰਤਾ ਹੋ ਰਹੀ ਹੈ, ਬਹੁਤ ਸੋਹਣਾ ਫੱਬ ਰਿਹਾ। ਪੱਕੀਆਂ ਇੱਟਾਂ ਲਾਲ ਸੁਰਖ ਸਰੋਵਰ ਬਣਦਾ ਜਾਂਦਾ ਹੈ। ਦੇਖ ਦੇਖ ਹਰ ਖੈਰਦੈ। ਤੇ ਜਿਵੇਂ ਜਿਵੇਂ ਸਥਾਨ ਬਣਦਾ ਜਾਂਦਾ ਹੈ ਪ੍ਰਿਥੀ ਚੰਦ ਵੇਖ ਵੇਖ ਕੇ ਮਨ ਵਿੱਚ ਬੜਾ ਹੀ ਖੁਸ਼ ਹੁੰਦਾ ਹੈ। ਧਰ ਵੱਡੀ ਉਮੰਗਾ। ਤੇ ਮਨ ਵਿੱਚ ਬੜੀ ਵੱਡੀਆਂ ਇੱਛਾਵਾਂ ਕਰਨ ਲੱਗਿਆ ਸ਼ੇਖ ਚਿੱਲੀ ਵਾਂਗੂ ਵੀ ਜੇ ਸਰੋਵਰ ਬਣੇਗਾ ਸੰਗਤਾਂ ਆਉਣਗੀਆਂ, ਸੋਨਾ ਚਾਂਦੀ ਮੇਰੇ ਕੋਲ ਮਾਇਆ ਹੋਵੇਗੀ, ਬੜੀ ਸੰਗਤ ਮੇਰੇ ਚਰਨੀ ਪਿਆ ਕਰੇਗੀ। ਇਸ ਤਰ੍ਹਾਂ ਦੀਆਂ ਵੱਡੀਆਂ ਇੱਛਾ। ਸਰੋਵਰ ਪਿੰਡ ਵਸਿਆ ਨਹੀਂ। ਉਹ ਇਹਦੀ ਸਾਧ ਸੰਗਤ ਦੀ ਹੈ ਵੀ ਅਜੇ ਸਰੋਵਰ ਬਣਿਆ ਨਹੀਂ ਹੈ ਤੇ ਇੱਛਾ ਇਹ ਕਰਦਾ ਵੀ ਕਿਹੜਾ ਵੇਲਾ ਹੋਵੇਗਾ ਸਰੋਵਰ ਬਣੇਗਾ, ਮੇਰੇ ਚਰਨੀ ਸੰਗਤਾਂ ਝੁਕਣਗੀਆਂ, ਬੜਾ ਇਕੱਠ ਹੋਇਆ ਕਰੇਗਾ। ਇਸ ਤਰ੍ਹਾਂ ਦੇ ਮਨ ਵਿੱਚ ਇੱਛਾ ਕਰਕੇ ਤੇ ਸਰੋਵਰ ਦੇ ਕੰਢੇ ਸਾਰਾ ਦਿਨ ਬੈਠਾ ਰਹਿੰਦਾ, ਸੇਵਾ ਕਰਵਾਉਂਦਾ ਹੈ। ਕਰਤ ਸੁਧਾ ਸਰ ਰੀਸ ਕੋ। ਇਹ ਚਾਹੁੰਦਾ ਹੈ ਰੀਸ ਕਰੇ ਇਹ ਸਥਾਨ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦੀ। ਤਿਸ ਹੀ ਬਿਧ ਕੀਨੋ। ਤੇ ਬਿਲਕੁਲ ਉਸੇ ਨਕਸ਼ੇ ਉਸੇ ਆਕਾਰ ਦਾ ਬਣਵਾ ਰਿਹਾ ਹੈ। ਮੰਦਰ ਤੀਰਤ ਡਾਗ ਕੇ। ਤੇ ਉਵੇਂ ਫਿਰ ਜਿਵੇਂ ਦਰਸ਼ਨੀ ਡਿਉੜੀ ਬਣਵਾਈ ਉਸੇ ਸਰੋਵਰ ਦੇ ਵਿੱਚ ਜਿਹੜਾ ਵੈ ਉਹ ਸਰੋਵਰ ਦੇ ਵਿੱਚ ਮੰਦਰ ਭਾਵ ਹਰਿਮੰਦਰ ਸਾਹਿਬ ਵਾਂਗੂ ਸਥਾਨ ਖੜਾ ਕਰਵਾ ਦਿੱਤਾ ਹੈ। ਸ਼ੁਭ ਰਚਨਾ ਚੀਨੋ। ਤੇ ਜਾਣਿਆ ਵੀ ਸ਼ੁਭ ਰਚਨਾ ਚੀਨੋ ਵੀ ਇਹ ਜਾਣਾ ਵੀ ਸੋਹਣਾ ਬਣੇ, ਉਵੇਂ ਜਾਣਿਆ ਜਾਵੇ ਜਿਵੇਂ ਹਰਿਮੰਦਰ ਸਾਹਿਬ ਸੁੰਦਰ ਬਣਿਆ ਹੈ। ਹਰਿਮੰਦਰ ਸਮਦਰ ਕਰੇ। ਤੇ ਹਰਿਮੰਦਰ ਸਾਹਿਬ ਵਾਂਗੂ ਦਰਵਾਜ਼ੇ ਜਿਵੇਂ ਉਹ ਤੁਸੀਂ ਸੁਣਿਆ ਨਾ, ਉਹ ਦੂਰੀ ਛੱਤ ਇੱਕੋ ਵਿਚਕਾਰਲੀ ਛੱਤ ਉੱਚੀ ਆ ਤੇ ਪਾਸੇ ਦਰਵਾਜ਼ਿਆਂ ਦੇ ਉੱਪਰਲੀ ਪਰਿਕਰਮਾ ਵਾਲੀ ਛੱਤ ਉਹ ਦੋਹਰੀ ਬਣੀ ਹੋਈ ਹੈ। ਤੇ ਇਹਨੂੰ ਪਤਾ ਸੀ ਕਿਵੇਂ ਬਣਿਆ ਹਰਿਮੰਦਰ ਸਾਹਿਬ। ਇਨ ਬਿਨ ਉਸੇ ਤਰ੍ਹਾਂ ਕਹਿ ਕਵਾ ਕੇ ਤੇ ਹਰਿਮੰਦਰ ਸਾਹਿਬ ਦੀ ਸ਼ਕਲ ਦਾ ਸਥਾਨ ਬਣਵਾ ਰਿਹਾ ਹੈ। ਕਹਿ ਆਪ ਬਤਾਵੈ। ਆਪ ਕਹਿ ਕਹਿ ਕੇ ਵੀ ਇੱਥੋਂ ਮਿਸਤਰੀਆਂ ਨੂੰ ਇਸ ਤਰ੍ਹਾਂ ਕਰੋ, ਇੱਥੋਂ ਇਸ ਤਰ੍ਹਾਂ ਕਰੋ, ਜਿਹੜੇ ਦਰਵਾਜ਼ੇ ਚਾਰ ਦਿਸ਼ਾਵਾਂ ਤੇ ਰੱਖੇ ਜਾਣ, ਇਹਨਾਂ ਦੀ ਛੱਤ ਦੂਰੀ ਹੋਵੇ, ਇੱਕ ਪਰਿਕਰਮਾ ਅੰਦਰਲੀ ਇੱਕ ਬਾਹਰਲੀ, ਇੱਕ ਛੱਤ ਦੀ ਵਿਚਕਾਰ ਭਾਵ ਦੂਰੀ ਛੱਤ ਜਿਹੜੀ ਵਿਚਕਾਰਲੀ ਛੱਤ ਉਹਦੀ ਪਰਿਕਰਮਾ
ਵਿਚਾਲਿਓਂ ਛੱਤ ਉੱਪਰ ਇੱਕੋ ਰੱਖਣੀ ਹੈ। ਇਸ ਤਰ੍ਹਾਂ ਕਹਿ ਕਵਾ ਕੇ ਤੇ ਆਪ ਖੜ ਕੇ ਹਰਿਮੰਦਰ ਸਾਹਿਬ ਆਪਦੇ ਜਾਣੇ ਤਿਆਰ ਕਰਵਾਉਂਦਾ ਹੈ। ਕਹਿ ਕਹਿ ਛਿਪਰਲ ਕਰਾਵਤ, ਤੇ ਛੇਤੀ ਖੁੱਲੀ ਮਾਇਆ ਦੇ ਦੇ ਕੇ ਦਿਹਾੜੀਆਂ ਮਜ਼ਦੂਰੀਆਂ ਵਧਾ ਵਧਾ ਕੇ ਛੇਤੀ ਸਥਾਨ ਤਿਆਰ ਕਰਵਾ ਰਿਹਾ ਹੈ। ਤਨ ਦੇਹ ਲਸਾਵੈ, ਜਿਹੜਾ ਕੋਈ ਢਿੱਲਾ ਪੈਂਦਾ ਹੈ ਉਹਨੂੰ ਥੋੜੀ ਜਿਹੀ ਦਿਹਾੜੀ ਵਧਾ ਕੇ ਕੰਮ ਛੇਤੀ ਨਾਲ ਕਰਵਾਉਣ ਦਾ ਲਾਲਚ ਦਿੰਦਾ ਹੈ। ਮਾਨ ਸਰੋਵਰ ਬਿਮਲ ਜਲ, ਕਵੀ ਜੀ ਕਹਿੰਦੇ ਹੁਣ ਇੱਕ ਪਾਸੇ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ, ਦੂਜੇ ਪਾਸੇ ਇਹ ਝੂਠੇ ਦੰਭੀ ਪਖੰਡੀ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰੋਂ ਖਾਰਜ ਕੀਤੇ ਹੋਏ ਪ੍ਰਿਥੀ ਚੰਦ ਆਪਦਾ ਜਾਨੇ ਹਰਿਮੰਦਰ ਸਾਹਿਬ ਬਣਾ ਰਿਹਾ ਹੈ। ਹੁਣ ਕਵੀ ਜੀ ਇਹਨਾਂ ਦੀ ਤੁਲਨਾ ਕਰਦੇ ਹੈ ਵੀ ਹਰਿਮੰਦਰ ਸਾਹਿਬ ਕਿਹੋ ਜਿਹਾ ਹੈ ਤੇ ਪ੍ਰਿਥੀ ਚੰਦ ਦਾ ਹੀਰਾਂ ਵਾਲਾ ਸਥਾਨ ਜਿਹੜਾ ਤੀਰਥ ਬਣਾਉਣ ਨੂੰ ਫਿਰਦਾ ਉਹ ਕਿਹੋ ਜਿਹਾ। ਕਵੀ ਜੀ ਕਹਿੰਦੇ ਇਸ ਤਰ੍ਹਾਂ ਹੈ ਭਾਈ, ਜਿਹੜਾ ਮਾਨ ਸਰੋਵਰ ਹੁੰਦਾ, ਜਿਵੇਂ ਮਾਨ ਸਰੋਵਰ ਦੇ ਵਿੱਚ ਸੋਹਣਾ ਜਲ ਭਰਿਆ ਹੁੰਦਾ ਹੈ, ਘਰ ਹੰਸਨ ਕੇਰਾ, ਤੇ ਹੰਸਾਂ ਦਾ ਘਰ ਹੁੰਦਾ। ਜਿਹੜਾ ਮਾਨ ਸਰੋਵਰ ਹੈ ਉਹ ਹੰਸਾਂ ਦਾ ਘਰ ਹੁੰਦਾ ਤੇ ਉਸ ਹੰਸਾਂ ਦੇ ਘਰ ਮਾਨ ਸਰੋਵਰ ਵਿੱਚ ਗੰਦਾ ਜਲ ਨਹੀਂ, ਬਿਲਕੁਲ ਉਜਲ ਚਿੱਟਾ ਸਫੈਦ ਪਾਣੀ ਭਰਿਆ ਹੁੰਦਾ ਹੈ। ਤੇਮ ਅੰਮ੍ਰਿਤਸਰ ਕੀਰਤਨ, ਕਵੀ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਅੰਮ੍ਰਿਤਸਰ ਸਾਹਿਬ ਸਰੋਵਰ ਹੈ ਨਾ, ਇਹ ਮਾਨ ਸਰੋਵਰ ਹੈ, ਜਿਹੜਾ ਉਹਦੇ ਵਿੱਚ ਕੀਰਤਨ ਹੁੰਦਾ ਹੈ ਉਹ ਜਲ ਭਰਿਆ ਹੋਇਆ ਹੈ। ਗਨ ਸੰਤਨ ਸੰਤ ਬਸੇਰਾ, ਤੇ ਜਿੰਨੇ ਸਾਧੂ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਜੀ ਵਰਗੇ ਹੈ, ਭਾਈ ਭਗਤੂ ਜੀ ਵਰਗੇ ਤੇ ਆਦਿਕ ਭਾਈ ਮੰਧ ਜੀ ਵਰਗੇ ਹੈ, ਉਹ ਸਾਰੇ ਜਿਹੜੇ ਸਿੱਖ ਹਨ ਉਹ ਹੰਸਾਂ ਵਰਗੇ ਹੈ। ਭਾਵ ਵੀ ਮਾਨ ਸਰੋਵਰ ਉਹਦੇ ਵਿੱਚ ਪਾਣੀ ਹੁੰਦਾ ਹੈ, ਉਹ ਹੰਸਾਂ ਦਾ ਘਰ ਹੁੰਦਾ ਹੈ ਮਾਨ ਸਰੋਵਰ। ਕਹਿੰਦੇ ਆ ਹਰਿਮੰਦਰ ਸਾਹਿਬ ਮਾਨ ਸਰੋਵਰ ਹੈ ਅੰਮ੍ਰਿਤਸਰ ਸਾਹਿਬ, ਉਹਦੇ ਵਿੱਚ ਸਰੋਵਰ 'ਚ ਜਿਹੜਾ ਜਲ ਭਰਿਆ ਉਹ ਕੀਰਤਨ ਰੂਪੀ ਜਲ ਭਰਿਆ ਹੈ। ਤੇ ਹੰਸ ਕਿਹੜੇ ਹੈ? ਜਿਵੇਂ ਮਾਨ ਸਰੋਵਰ ਤੇ ਹੰਸ ਬਹਿੰਦੇ ਹੈ, ਇੱਥੇ ਗੁਰਸਿੱਖ ਗੁਰਮੁਖ ਪਿਆਰੇ ਪ੍ਰਕਰਮਾਂ ਦੇ ਦੁਆਲੇ ਦੁਆਲੇ ਸਮਾਧੀਆਂ ਲਾ ਲਾ ਕੇ ਬਹਿੰਦੇ ਹਨ। ਕਮਲ ਪ੍ਰਫੁੱਲਤ ਬਹੁ ਬਰਨ, ਤੇ ਜਿਹੜੇ ਬਹੁਤ ਵਰਨ ਨਾਨਾ ਤਰ੍ਹਾਂ ਦੇ ਵਰਨ ਆ ਰਹੇ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਚਾਰ ਦਰਵਾਜ਼ੇ ਸਭ ਧਰਮਾਂ ਆਸ਼ਰਮਾਂ ਵਰਨਾਂ ਵਾਸਤੇ ਜਿਹੜੇ ਖੋਲ੍ਹੇ ਆ ਗੁਰੂ ਰਾਮਦਾਸ ਮਹਾਰਾਜ ਨੇ, ਇਹ ਮਾਨੋ ਕਮਲ ਖਿੜ ਰਹੇ ਹੋਣ। ਜਿਵੇਂ ਸਾਧ ਸੰਗਤ ਜੀ ਮਾਨ ਸਰੋਵਰ ਤੇ ਜਿਵੇਂ ਕਮਲਾਂ ਦੀ ਬਗੀਚੀ ਹੁੰਦੀ ਹੈ, ਹਰਿਮੰਦਰ ਸਾਹਿਬ ਰੂਪੀ ਅੰਮ੍ਰਿਤਸਰ ਸਾਹਿਬ ਰੂਪੀ ਮਾਨ ਸਰੋਵਰ ਸਥਾਨ ਤੇ ਕਮਲਾਂ ਦੀ ਬਗੀਚੀ ਇਹ ਹੈ, ਜਿਹੜੇ ਚਾਰ ਦਰਵਾਜ਼ੇ ਰੱਖੇ ਸਾਰੇ ਧਰਮਾਂ ਦੇ ਲੋਕ ਜੁੜਦੇ ਆ, ਮਾਨੋ ਕਮਲਾਂ ਦੀ ਬਗੀਚੀ ਖੜੀ ਹੈ। ਦੇਪਤਾਵਤ ਸੋਭਾ, ਤੇ ਜਿਵੇਂ ਕਮਲ ਸ਼ੋਭਾ ਪਾਉਂਦੇ ਆ ਮਾਨ ਸਰੋਵਰ ਤੇ, ਉਵੇਂ ਨਾਨਾ ਤਰ੍ਹਾਂ ਦੇ ਵਰਨ ਭੇਖ ਸਭ ਤਰ੍ਹਾਂ ਦੇ ਲੋਕ ਉੱਚੇ ਨੀਵੇਂ ਹਰਿਮੰਦਰ ਸਾਹਿਬ ਰੂਪ ਮਾਨ ਸਰੋਵਰ ਵਿੱਚ ਸੋਭਾ ਪਾਉਂਦੇ ਆ। ਸਤਨਾਮ ਹਰ ਰਾਮ ਪ੍ਰਭ, ਸਤਨਾਮ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਰਾਮ ਰਾਮ ਅੱਲਾ ਅੱਲਾ ਇਤਿਆਦਿਕ ਜਿਹੜੇ ਸ਼ਬਦ ਗੁਰਬਾਣੀ ਦੇ। ਅਲ ਜਨ ਗਨ ਲੋਭਾ, ਇਹ ਸਾਧ ਸੰਗਤ ਜੀ ਭੌਰੇ ਹੈ। ਜਨ ਗਣ ਲੋਭਾ, ਜਾਨੋ ਜਾਂ ਗਣ ਸਮੁੱਚੇ ਜਨ ਦਾਸ ਉਹ ਲੁਭਾਏ ਮਾਨ ਹੋ ਰਹੇ। ਭਾਵ ਜਿਹੜਾ ਵਾਹਿਗੁਰੂ 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 ਕਰਨਾ ਹੈ ਨਾ, ਉਹ ਸਿੱਖਾਂ ਰੂਪੀ ਭੌਰੇ, ਜਿਵੇਂ ਭੌਰਾ ਲੁਭਾਏਮਾਨ ਹੁੰਦਾ ਨਾ ਫੁੱਲ ਤੇ, ਉਵੇਂ ਨਾਨਾ ਤਰ੍ਹਾਂ ਦੇ ਵਰਨ ਆਸ਼ਰਮ ਜਿਹੜੇ ਆ, ਇਹ ਤਾਂ ਹੈ ਕਮਲਾਂ ਦੀ ਬਗੀਚੀ ਅੰਮ੍ਰਿਤਸਰ ਸਾਹਿਬ ਵਿੱਚ। ਤੇ ਜਿਹੜੇ ਸਿੱਖ ਬਾਣੀ ਪੜ੍ਹਦੇ ਆ, ਬਾਣੀ ਸੁਣਦੇ ਆ, ਬਾਣੀ ਗਾਉਂਦੇ, ਉਹ ਸਿੱਖ ਭੌਰਿਆਂ ਵਰਗੇ ਆ, ਬਾਣੀ ਪੜ੍ਹਨ ਰੂਪੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿਣ ਰੂਪੀ ਲੁਭਾਏਮਾਨ ਹੋ ਰਹੇ ਹਨ। ਵਿੱਚ ਸੁੰਦਰ ਮਕਰੰਦ ਹੈ, ਜਿਵੇਂ ਕਮਲ ਦੇ ਫੁੱਲ ਦੇ ਵਿੱਚ ਮਕਰੰਦ ਹੁੰਦਾ ਹੈ, ਜਿਹੜਾ ਸਾਧ ਸੰਗਤ ਧੂੜੀ ਆਈ ਹੁੰਦੀ ਨਾ ਫੁੱਲ ਦੇ ਉੱਪਰ, ਬਰੀਕ ਬਰੀਕ ਪਰਾਗ ਆਇਆ ਹੁੰਦਾ, ਉਹਨੂੰ ਮਕਰੰਦ ਆਖਿਆ ਜਾਂਦਾ। ਜਿਵੇਂ ਫੁੱਲਾਂ ਵਿੱਚ ਮਕਰੰਦ ਹੁੰਦਾ ਹੈ। ਆਨੰਦ ਸੰਦੋਹਾ, ਉਵੇਂ ਸਾਧ ਸੰਗਤ ਜੀ ਸਮੂਹ ਜਿਹੜਾ ਆਨੰਦ ਹੈ ਨਾ, ਉਹ ਕਮਲ ਦੇ ਫੁੱਲਾਂ ਦੇ ਵਿੱਚ ਜਿਵੇਂ ਮਕਰੰਦ ਹੁੰਦਾ ਹੈ। ਅੰਮ੍ਰਿਤਸਰ ਸਾਹਿਬ ਵਿੱਚ ਬਹਿਣ ਦਾ ਆਨੰਦ ਮਾਨੋ ਕਮਲ ਦੇ ਫੁੱਲਾਂ ਦੇ ਮਕਰੰਦ ਦੇ ਤੁਲ ਹੋਵੇ। ਲਗ ਦੀਰਘ ਦਲ ਬ੍ਰਿੰਦ ਹੈ, ਤੇ ਜਿਹੜੇ ਛੋਟੇ ਤੇ ਵੱਡੇ
ਦਲ ਆ ਰਹੇ ਆ, ਜਿੰਨੀਆਂ ਸੰਗਤਾਂ ਆਉਂਦੀਆਂ ਜਾਂਦੀਆਂ ਸਭ, ਸਾਧ ਗੁਣ ਗਨ ਸੋਹਾ। ਉਹ ਜਾਂ ਜਿੰਨੇ ਹੈ ਸਿੱਖ, ਉਹ ਛੋਟੇ ਵੱਡੇ ਗਣਾ ਰੂਪੀ ਦਲ ਜਿਹੜਾ ਵੈ ਸੋਭ ਰਿਹਾ ਹੈ। ਜਹ ਪਰਾਗ ਸਰਧਾ ਸੁਭਗ। ਤੇ ਜਿੱਥੇ ਪਰਾਗ ਰੂਪੀ ਖੁਸ਼ਬੂ ਰੂਪੀ ਸ਼ਰਧਾ ਜਿਹੜੀ ਸੋਹਣੀ ਫਲੀਭੂਤ ਹੋ ਰਹੀ ਹੈ। ਚਹੁ ਦਿਸ ਪਸਰੰਤੀ। ਜਿਵੇਂ ਮਾਨ ਸਰੋਵਰ ਤੇ ਖੁਸ਼ਬੂ ਹੁੰਦੀ ਨਾ ਫੁੱਲਾਂ ਦੀ ਪਸਰੀ ਹੋਈ, ਕਵੀ ਜੀ ਕਹਿੰਦੇ ਅੰਮ੍ਰਿਤਸਰ ਸਾਹਿਬ ਇਸ ਪਾਵਨ ਸਥਾਨ ਤੇ ਸ਼ਰਧਾ ਰੂਪੀ ਸੁਗੰਧੀ ਆ ਰਹੀ ਹੈ। ਸਾਰੇ ਪਾਸੇ ਸਿੱਖਾਂ ਦੀ ਸ਼ਰਧਾ ਡੁੱਲ ਡੁੱਲ ਪੈਂਦੀ ਦਿਸਦੀ ਹੈ। ਸੋਠ ਮ੍ਰਿਣਾਲ ਗੁਰ ਚਰਨ ਕੀ। ਤੇ ਜਿਹੜੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ, ਗੁਰੂ ਗਰੀਬ ਨਵਾਜ ਮਹਾਰਾਜ ਦੇ ਜਿਹੜੇ ਸੁੰਦਰ ਚਰਨ ਹਨ, ਉਹ ਮਾਨੋ ਕਮਲਾਂ ਦੇ ਡੰਡੀ, ਜਿਵੇਂ ਕਮਲ ਡੰਡੀ ਤੇ ਲੱਗਿਆ ਹੁੰਦਾ ਨਾ ਫੁੱਲ, ਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸੁੰਦਰ ਚਰਨ ਮਾਨੋ ਕਮਲਾਂ ਦੀ ਡੰਡੀ ਰੂਪ ਹੋਵਣ। ਪ੍ਰੀਤੀ ਉਪਜੰਤੀ। ਤੇ ਜਿਸ ਵਿੱਚ ਬੜੀ ਪ੍ਰੀਤੀ ਉਪਜ ਰਹੀ ਹੈ, ਪ੍ਰੀਤੀ ਪੈਦਾ ਹੋ ਰਹੀ, ਜਾਂ ਪ੍ਰੀਤੀ ਰੂਪੀ ਜਲ ਵਿੱਚ ਉਪਜ ਰਹੀ ਹੈ। ਮੁਕਤਾ ਮੁਕਤ ਅਨੇਕ ਹੀ। ਫਿਰ ਸਾਧ ਸੰਗਤ ਜੀ, ਮਾਨ ਸਰੋਵਰ ਤੇ ਕਵੀ ਜੀ ਕਹਿੰਦੇ ਮੋਤੀ ਹੁੰਦੇ ਆ। ਅੰਮ੍ਰਿਤਸਰ ਸਾਹਿਬ ਜੇ ਮਾਨ ਸਰੋਵਰ ਹੈ ਤੇ ਇੱਥੇ ਮੋਤੀ ਕੀ ਹੈ? ਸਭ ਤਰ੍ਹਾਂ ਦੀਆਂ ਮੁਕਤੀਆਂ, ਸਮੀਪ, ਕੈਵਲ, ਸਜੁਜ, ਸਾਲੋਕ ਇਤਿਆਦਿਕ ਜਿੰਨੀਆਂ ਮੁਕਤੀਆਂ ਹਨ, ਸਾਰੀਆਂ ਮੋਤੀਆਂ ਦੇ ਤੁੱਲ ਹਨ। ਲੈ ਸੰਤ ਮਰਾਲਾ। ਤੇ ਜਿਵੇਂ ਹੰਸ ਹੀਰੇ ਮੋਤੀ ਚੁਗਦੇ ਆ ਮਾਨ ਸਰੋਵਰ ਤੋਂ, ਅੰਮ੍ਰਿਤਸਰ ਸਾਹਿਬ ਵਿੱਚ ਜੇ ਮੁਕਤੀਆਂ ਮੋਤੀ ਹਨ, ਚੁਗਣ ਵਾਲੇ ਕੌਣ ਹੈ? ਤੋ ਕਵੀ ਜੀ ਕਹਿੰਦੇ ਸੰਤ ਮਰਾਲਾ। ਜਿਹੜੇ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਹੈ, ਉਹ ਅੰਮ੍ਰਿਤਸਰ ਸਾਹਿਬ ਰੂਪੀ ਮਾਨ ਸਰੋਵਰ ਤੋਂ ਮੁਕਤੀਆਂ ਰੂਪੀ ਮੋਤੀ ਚੁਗ ਕੇ ਆਨੰਦ ਮਾਣਦੇ ਹਨ। ਮਿਲਹਿ ਬਿਨੋਦ ਪ੍ਰਮੋਦ ਤੇ ਆਪਸ ਵਿੱਚ ਬੜੇ ਪ੍ਰੇਮ, ਪਰ ਵਿਸ਼ੇਸ਼ ਕਰਕੇ ਮੋਦ ਆਨੰਦ ਦੇ ਸਹਿਤ ਸੰਗਤਾਂ ਮਿਲਦੀਆਂ ਹਨ। ਚਾਹ ਕੋਦ ਵਿਸਾਲਾ। ਚਾਰ ਚਫੇਰਿਆਂ ਤੋਂ ਆਣ ਕੇ ਸੰਗਤਾਂ ਅੰਮ੍ਰਿਤਸਰ ਸਾਹਿਬ ਜਿਹੜੀਆਂ ਇਕੱਠੀਆਂ ਹੁੰਦੀਆਂ, ਇਹ ਭਾਰੀ ਮਾਨ ਸਰੋਵਰ ਦਾ ਇਕੱਠ, ਸਿੱਖਾਂ ਦਾ ਇਕੱਠ, ਕਵੀ ਜੀ ਕਹਿੰਦੇ ਮਾਨ ਸਰੋਵਰ ਤੇ ਹੰਸਾਂ ਦੇ ਇਕੱਠ ਵਰਗਾ ਹੈ। ਬਕ ਸਮ ਪ੍ਰਿਥਿਆ ਦੇਖ ਕੈ। ਤੇ ਪ੍ਰਿਥੀ ਚੰਦ ਕਿਹੋ ਜਿਹਾ, ਜਾਂ ਪ੍ਰਿਥੀ ਚੰਦ ਦਾ ਉਹ ਜਿਹੜਾ ਸਥਾਨ ਬਣ ਰਿਹਾ ਉਹ ਕਿਹੋ ਜਿਹਾ? ਕਵੀ ਜੀ ਕਹਿੰਦੇ ਉਹ ਐ ਹੈ, ਪ੍ਰਿਥੀ ਚੰਦ ਹੈ ਬਗਲਾ, ਬਗਲੇ ਵਰਗਾ ਜਿਹੜਾ ਪ੍ਰਿਥੀ ਚੰਦ, ਮਾਨੋ ਬਗਲਾ ਮਾਨ ਸਰੋਵਰ ਕਿਤੇ ਜਾ ਕੇ ਵੇਖ ਆਵੇ, ਇਸ ਤਰ੍ਹਾਂ ਪ੍ਰਿਥੀ ਚੰਦ ਹੈ ਤਾਂ ਬਗਲਾ ਤੇ ਅੰਮ੍ਰਿਤਸਰ ਸਾਹਿਬ ਵੇਖ ਕੇ ਜੂ ਗਿਆ ਹੋਇਆ। ਇਸ ਤਰ੍ਹਾਂ ਜਿਵੇਂ ਬਗਲਾ ਮਾਨ ਸਰੋਵਰ ਵੇਖ ਕੇ ਫਿਰ ਉਹਦੀ ਰੀਸ ਕਰਦਾ ਵੀ ਮੈਂ ਵੀ ਖਰੇ ਪਿੰਡ ਦੇ ਛੱਪੜ ਤੇ ਬਹਿ ਕੇ ਇਹਨੂੰ ਮਾਨ ਸਰੋਵਰ ਬਣਾਵਾਂ। ਅੰਮ੍ਰਿਤਸਰ ਸਾਹਿਬ ਮਾਨ ਸਰੋਵਰ ਹੈ, ਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖ ਹੰਸ ਹਨ। ਤੋ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਬਗਲਾ ਹੈ, ਇਹ ਮਾਨ ਸਰੋਵਰ ਤੇ ਬਹਿ ਕੇ ਵੇਖ ਕੇ ਜਿਵੇਂ ਬਗਲਾ ਆ ਜਾਵੇ। ਚਿਤ ਚਾਓ ਉਠਾਵਾ। ਤੇ ਬਗਲਾ ਆ ਕੇ ਪਿੰਡ ਦੇ ਛੱਪੜ ਤੇ ਕੰਢੇ ਬਹਿ ਕੇ ਮਨ ਚ ਚਾਹ ਉਠਾਵੇ ਵੀ ਖਰੇ ਮੈਂ ਵੀ ਹੁਣ ਮਾਨ ਸਰੋਵਰ ਤੇ ਰਹਿਣ ਲੱਗਿਆ ਹਾਂ। ਵੇਖ ਛੱਪੜੀ ਟਿਗ ਗ੍ਰਾਮ ਕੀ। ਤੇ ਇਹ ਕਵੀ ਜੀ ਕਹਿੰਦੇ ਪਿੰਡ, ਇਹ ਸਰੋਵਰ ਨਹੀਂ ਹੈ ਪ੍ਰਿਥੀ ਚੰਦ ਨੇ ਜਿਹੜਾ ਲਾਇਆ, ਇਹ ਪਿੰਡ ਦਾ ਛੱਪੜ ਹੈ। ਜਿਵੇਂ ਪਿੰਡ ਦੇ ਛੱਪੜ ਤੇ ਬਗਲਾ ਬਹਿੰਦਾ, ਪ੍ਰਿਥੀ ਚੰਦ ਸਾਰਾ ਦਿਨ ਹੀ ਇਹ ਛੱਪੜ ਦੇ ਕੰਢੇ ਬੈਠਾ ਰਹਿੰਦਾ ਹੈ। ਚੀਕਰ ਬਿਥਰਾਵਾ। ਤੇ ਮਾਨ ਸਰੋਵਰ ਵਿੱਚ ਪਾਣੀ ਭਰਿਆ ਹੁੰਦਾ ਹੈ। ਪ੍ਰਿਥੀ ਚੰਦ ਦੇ ਇਸ ਸਰੋਵਰ ਦੇ ਵਿੱਚ ਪਾਣੀ ਕਿੱਥੇ ਰਹਿਣਾ, ਚਿੱਕੜ ਹੀ ਇਕੱਲਾ ਰਹੇਗਾ, ਇਸ ਲਈ ਕਵੀ ਜੀ ਨੂੰ ਪਿੰਡ ਦਾ ਛੱਪੜ ਕਹਿ ਰਹੇ ਆ। ਕਹਿੰਦੇ ਪ੍ਰਿਥੀ ਚੰਦ ਬਗਲਾ ਮਾਨ ਸਰੋਵਰ ਵੇਖ ਆਇਆ, ਭਾਵ ਹਰਿਮੰਦਰ ਸਾਹਿਬ ਉਹਦੀ ਰੀਸ ਕਰਦਾ ਵੀ ਖਰੇ ਹੁਣ ਮੈਂ ਵੀ ਛੱਪੜ ਤੇ ਬਹਿ ਕੇ ਹੰਸ ਬਣ ਜਾਵਾਂਗਾ, ਛੱਪੜ ਨੂੰ ਮੈਂ ਮਾਨ ਸਰੋਵਰ ਸਮਝ ਲਵਾਂਗਾ। ਤੋ ਇਸ ਤਰ੍ਹਾਂ ਸਮਝ ਰਿਹਾ ਹੈ, ਇਹ ਹੈ ਪਿੰਡ ਦਾ ਛੱਪੜ ਤੇ ਚਿੱਕੜ ਬੜਾ ਫੈਲ ਰਿਹਾ ਹੈ। ਸਮਤਾ ਮਾਨਸ ਕੀ ਰਚ ਹੈ। ਤੇ ਮਾਨ ਸਰੋਵਰ ਦੀ ਸਮਤਾ ਬਰਾਬਰੀ ਕਰਨ ਵਾਸਤੇ ਮਾਨਸ ਹਰਿ ਖਾਵੈ। ਇਹ ਜਿਹੜਾ ਨਾ ਪ੍ਰਿਥੀ ਚੰਦ ਮਨ ਵਿੱਚ ਖੁਸ਼ ਹੁੰਦਾ ਵੀ ਖਰੇ ਜਿਵੇਂ ਬਗਲਾ ਸਾਧ ਸੰਗ ਜੀ ਛੱਪੜ ਤੇ ਬਹਿ ਕੇ ਤੇ ਇਹ ਮਹਿਸੂਸ ਕਰੇ ਵੀ ਖਰੇ ਮੈਂ ਹੁਣ ਮਾਨ ਸਰੋਵਰ ਤੇ ਰਹਿਣ ਲੱਗਿਆ ਤੇ ਮੈਂ ਹੰਸ ਬਣ ਜਾਵਾਂਗਾ। ਕਵੀ ਜੀ ਕਹਿੰਦੇ ਪ੍ਰਿਥੀ ਚੰਦ ਬਗਲਾ ਤੇ ਹਰਿਮੰਦਰ ਸਾਹਿਬ ਦੀ ਰੀਸ ਨਾਲ ਇੱਥੇ ਸਥਾਨ ਬਣਾ ਲਵੇਗਾ ਤੇ ਕੀ ਬਗਲਾ ਹੰਸ ਬਣ ਜਾਵੇਗਾ, ਕੀ ਪਿੰਡ ਦਾ ਛੱਪੜ ਉਹ ਮਾਨ ਸਰੋਵਰ ਬਣ ਜਾਵੇਗਾ। ਇਹ ਪ੍ਰਿਥੀ ਚੰਦ ਦੀ ਹਾਲਤ ਹੈ, ਮਨ ਵਿੱਚ ਐਵੇਂ ਖੁਸ਼ ਹੋਈ ਜਾਂਦਾ ਜਿਵੇਂ ਬਗਲਾ ਪਿੰਡ ਦੇ ਛੱਪੜ ਤੇ ਕੰਢੇ ਬਹਿ ਕੇ ਖੁਸ਼ ਹੁੰਦਾ ਹੈ। ਮਾਨਸ ਮੂਰਖ ਬ੍ਰਿੰਦ ਕੇ। ਤੇ ਜਿੰਨੇ ਮੂਰਖ ਮਨੁੱਖਾਂ ਦੇ ਸਮੂਹ ਹੈ, ਭਾਵ ਜਿੰਨੇ ਸੰਸਾਰ ਦੇ ਮੂਰਖ ਬੰਦੇ ਹਨ,
ਧਨ ਹਿਤ ਬਿਰਮਾਵੈ। ਉਹ ਇੱਥੇ ਪ੍ਰਿਥੀ ਚੰਦ ਕੋਲ ਆਉਂਦੇ ਆ। ਸੰਸਾਰ ਦੇ ਜਿੰਨੇ ਮੂਰਖ ਹੈ ਪ੍ਰਿਥੀ ਚੰਦ ਕੋਲ ਆਉਂਦੇ ਆ। ਭਾਵ ਬਗਲੇ ਕੋਲ ਸਾਧ ਸੰਗਤ ਜੀ ਬਗਲਾ ਹੀ ਨਹੀਂ ਆਉਣਾ ਨਾ, ਹੰਸਾ ਕੋਲ ਹੰਸਾ ਨੇ। ਤੋ ਕਵੀ ਜੀ ਕਹਿੰਦੇ ਇਹ ਧਨ ਦੇ ਲਾਲਚ ਨੂੰ ਵਿਚਾਰਾ ਬੜਾ ਬਿਰਮਾ ਰਿਹਾ ਹੈ, ਭਰਮ ਭੁਲੇਖੇ ਵਿੱਚ ਪਿਆ ਹੋਇਆ ਹੈ। ਭੇਕ ਅਨੇਕ ਜੇ ਅਵਗੁਣਾ। ਤੇ ਜਿਹੜੇ ਅਨੇਕਾਂ ਤਰ੍ਹਾਂ ਦੇ ਔਗਣ ਆ ਨਾ ਪ੍ਰਿਥੀ ਚੰਦ ਵਿੱਚ, ਕਵੀ ਜੀ ਕਹਿੰਦੇ ਇਹ ਸਰੋਵਰ ਦੇ ਡੱਡੂ ਬਣੇ ਹੋਏ ਆ। ਜਿਵੇਂ ਛੱਪੜ 'ਚ ਡੱਡੂ ਹੁੰਦੇ ਆ, ਪ੍ਰਿਥੀ ਚੰਦ ਦੇ ਜਿੰਨੇ ਔਗਣ ਹੈ ਇਹ ਛੱਪੜ ਦੇ ਡੱਡੂਆਂ ਦੇ ਸਮਾਨ ਹਨ। ਤਿਨ ਸੋ ਬਹੁ ਛਾਵਾ। ਇਹ ਪ੍ਰਿਥੀ ਚੰਦ ਦੇ ਹਿਰਦੇ ਰੂਪੀ ਛੱਪੜ ਕਹਿ ਲਓ, ਇਹ ਡੱਡੂਆਂ ਔਗਣ ਰੂਪੀ ਡੱਡੂਆਂ ਨਾਲ ਭਰਿਆ ਹੋਇਆ ਹੈ। ਮਤ ਸਰ ਤ੍ਰਿਸ਼ਨਾ ਦ્વੈਸ਼ ਰਿਸ। ਇਸ ਤੋਂ ਇਲਾਵਾ ਮਤਸਰ ਈਰਖਾ ਅੰਦਰਲੀ, ਦ્વੈਸ਼ ਬਾਹਰਲੀ ਈਰਖਾ, ਤ੍ਰਿਸ਼ਨਾ ਤੇ ਰਿਸ ਜਿਹੜਾ ਗੁੱਸਾ ਕ੍ਰੋਧ ਹੁੰਦਾ ਹੈ। ਸਮੁਦਾਇ ਰਹਾਵਾ। ਇਹ ਸਾਰੇ ਜਿਵੇਂ ਕੋਈ ਗਡੋਆ, ਕੋਈ ਆ ਕਿੰਨਾ ਕੁਝ ਗੰਦ ਪਿਲ ਰਹਿੰਦਾ ਛੱਪੜਾਂ ਵਿੱਚ, ਡੱਡੂ ਰਹਿੰਦੇ ਆ, ਕੋਈ ਕੱਛੂ ਜੇ ਰਹੀ ਜਾਂਦੇ ਆ, ਕਿੰਨੀਆਂ ਜੋਕਾਂ ਰਹਿੰਦੀਆਂ, ਗੰਦ ਖਾਣੇ ਕਿੰਨੇ ਜੀਵ ਰਹਿੰਦੇ ਆ। ਕਵੀ ਜੀ ਕਹਿੰਦੇ ਈਰਖਾ, ਦਵੈਸ਼, ਤ੍ਰਿਸ਼ਨਾ, ਧੋਖਾ, ਠੱਗੀ, ਗੁੱਸਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿੰਨਾ ਇਹ ਇਕੱਠ ਹੈ ਨਾ ਇਹਨਾਂ ਸਾਰੇ ਔਗਣਾਂ ਦਾ, ਇਹ ਪ੍ਰਿਥੀ ਚੰਦ ਦੇ ਛੱਪੜ ਦੇ ਸਾਰੇ ਡੱਡੂ ਤੇ ਭੈੜੇ ਜੀਵ ਹਨ। ਇਸ ਪ੍ਰਕਾਰ ਪ੍ਰਿਥੀਆ ਕਰ ਹੈ। ਸੋ ਇਸ ਤਰ੍ਹਾਂ ਪ੍ਰਿਥੀ ਚੰਦ ਕਰ ਰਿਹਾ ਹੈ। ਹਿਤ ਠਗ ਬੇ ਮੂਢਾ। ਵੀ ਸਰੋਵਰ ਸੰਸਾਰ ਨੂੰ ਤੇ ਸਿੱਖਾਂ ਨੂੰ ਠੱਗਣ ਵਾਸਤੇ ਬਣਾ ਰਿਹਾ, ਹੋਰ ਇਹਦੀ ਕੋਈ ਮਨਸ਼ਾ ਨਹੀਂ ਮੂਰਖ ਦੀ। ਬੁੱਧਵਾਨ ਕਿਮ ਭਰਮ ਹੈ। ਪਰ ਜਿਹੜੇ ਸਿਆਣੇ ਸਿੱਖ ਹੈ, ਹੁਣ ਬਾਬਾ ਬੁੱਢਾ ਸਾਹਿਬ ਵਰਗੇ ਜਾਂ ਕੋਈ ਸੋਝੀ ਰੱਖਣ ਵਾਲੇ, ਬਾਣੀ ਪੜ੍ਹਨ ਸੁਣਨ ਵਾਲੇ ਸਿਆਣੇ ਸਿੱਖ ਕਿਵੇਂ ਭਰਮ ਸਕਦੇ ਆ ਪ੍ਰਿਥੀ ਚੰਦ ਦੀਆਂ ਇਹਨਾਂ ਗੱਲਾਂ ਵਿੱਚ। ਜਿਨ ਕੋ ਰਿਦ ਗਾੜਾ। ਜਿਨ੍ਹਾਂ ਦਾ ਰਿਦ ਗੂੜਾ, ਜਿਨ੍ਹਾਂ ਦਾ ਰਿਦਾ ਗੂੜਾ ਹੈ, ਭਾਵ ਸੰਘਣਾ ਹੈ, ਰਤਿਆ ਹੋਇਆ ਹੈ ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰੇਮ ਵਿੱਚ, ਉਹ ਪ੍ਰਿਥੀ ਚੰਦ ਦੇ ਛੱਪੜ ਤੇ ਇਸ਼ਨਾਨ ਕਰਨਾ ਜਮਾਂ ਵੀ ਪ੍ਰਵਾਨ ਨਹੀਂ ਕਰਨਗੇ। ਮੰਦਰ ਚਾਰ ਬਣਾਏ ਕੈ। ਇਸ ਤਰ੍ਹਾਂ ਪ੍ਰਿਥੀ ਚੰਦ ਨੇ 4 ਚਫੇਰੇ ਹਰਮੰਦਰ ਸਾਹਿਬ ਦੇ ਦਰਸ਼ਨੀ ਡਿਉੜੀਆਂ ਦਰਵਾਜ਼ੇ ਬਣਵਾ ਦਿੱਤੇ ਐ। ਅੰਦਰ ਤਿਹੁ ਬੈਸੈ। ਤੇ ਚੰਗੇ ਸਾਧ ਸੰਗਤ ਦੀ ਪੱਗ ਬੰਨ੍ਹ ਕੇ ਨਾ ਚਿੱਟੀ ਤੇ ਸੋਹਣਾ ਚੋਲਾ ਪਾ ਕੇ ਪ੍ਰਿਥੀ ਚੰਦ ਹਰਮੰਦਰ ਸਾਹਿਬ ਬਣਾ ਕੇ ਨਾ ਹੇਰ ਪਿੰਡ ਵਿੱਚ, ਤੇ ਰੋਜ਼ ਤੜਕੇ ਉਹਦੇ ਵਿੱਚ ਚੌਂਕੜਾ ਲਾ ਕੇ ਤੇ ਅੱਖਾਂ ਦੀਆਂ ਬੰਦ ਕਰਕੇ ਸਿੰਘਾਸਣ ਲਾ ਕੇ ਹਰਮੰਦਰ ਸਾਹਿਬ ਵਿੱਚ ਬਹਿ ਜਾਂਦਾ ਹੈ। ਲਖ ਹੈ ਕਿ ਸੰਗਤ ਆਏ ਹੈ। ਤੇ ਫਿਰ ਡੀਕਦਾ ਹੈ ਵੀ ਹੁਣ ਮੈਨੂੰ ਮੱਥਾ ਟੇਕਣ ਵਾਸਤੇ ਸੰਗਤ ਆਵੇਗੀ। ਅੰਮ੍ਰਿਤ ਸਰ ਜੈਸੇ। ਜਿਵੇਂ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਭੀੜ ਲੱਗੀ ਰਹਿੰਦੀ ਹੈ, ਹੁਣ ਮੈਂ ਹਰਮੰਦਰ ਵੀ ਬਣਾ ਲਿਆ ਤੇ ਸਰੋਵਰ ਵੀ ਬਣਾ ਲਿਆ, ਹੁਣ ਸੰਗਤਾਂ ਮੈਨੂੰ ਮੱਥਾ ਟੇਕਣ ਵਾਸਤੇ ਆਉਣਗੀਆਂ। ਸਾਰਾ ਦਿਨ ਉਡੀਕਦਾ ਰਹਿੰਦਾ ਹੈ। ਸੁਲਹੀ ਅਰ ਪ੍ਰਿਥੀਆ ਮਿਲ ਹੈ। ਹੋਰ ਨਹੀਂ ਕੋਈ ਆਉਂਦਾ, ਇਹ ਸੁਲਹੀ ਆਉਂਦਾ ਕਦੇ ਕਦੇ ਇਹਦੇ ਕੋਲ। ਜਦੋਂ ਸੁਲਹੀ ਇਹਦੇ ਕੋਲ ਆ ਜਾਂਦਾ ਤੇ ਪ੍ਰਿਥੀ ਚੰਦ ਨੂੰ ਆ ਕੇ ਮਿਲਦਾ ਹੈ। ਦੇਖੈ ਹਰ ਖਾਵੈ। ਤੇ ਪ੍ਰਿਥੀ ਚੰਦ ਸੁਲਹੀ ਨੂੰ ਵੇਖ ਕੇ ਖੁਸ਼ ਹੋ ਲੈਂਦਾ ਹੈ। ਅਧਿਕ ਸਰਾਹੈ ਤਾਲੁਕੋ। ਤੇ ਉਹ ਹੁਣ ਜਿਹੜਾ ਸੁਲਹੀ ਆ, ਉਹ ਵੀ ਕਹਿੰਦੇ ਨਾ ਛੱਪੜ ਦਾ ਗਵਾਹ ਡੱਡੂ, ਵੀ ਉਹਨੂੰ ਪਤਾ ਜੇ ਛੱਪੜ ਦੀ ਹਾਮੀ ਨਾ ਭਰੀ ਤੇ ਰਾਂਗੇ ਕਿੱਥੇ। ਉਹ ਸੁਲਹੀ ਆਉਂਦਿਆਂ ਤੇ ਸਰੋਵਰ ਦੀ ਬੜੀ ਸਿਫਤ ਕਰਨ ਲੱਗ ਜਾਂਦਾ। ਪ੍ਰਿਥੀ ਚੰਦ ਸੁਲਹੀ ਦੇ ਕੋਲ ਸਰੋਵਰ ਦੀਆਂ ਸਿਫਤਾਂ ਦੇ ਪੁਲ ਬੰਨ੍ਹਦਾ ਹੈ। ਨਿਜ ਨਰਨ ਸੁਨਾਵੈ। ਤੇ ਆਪਦੇ ਜਿਹੜੇ ਨਾਲ ਦੇ ਚੇਲੇ ਚਾਪੜੇ ਐ ਉਹਨਾਂ ਨੂੰ ਸੋਭਾ ਕਰ ਕਰਕੇ ਸੁਣਾਉਂਦਾ ਹੈ। ਮੱਝਹਿ ਲੱਖਾਂ ਨਰ ਇਹਾਂ। ਕਹਿੰਦਾ ਪ੍ਰਿਥੀ ਚੰਦ ਸੁਲਹੀ ਨੂੰ, ਤੇ ਸੁਲਹੀ ਦੀ ਜਿਹੜੀ ਨਾਲ ਕੋਈ ਸੈਨਾ ਆਈ ਹੋਈ ਉਹਨੂੰ, ਕੁਝ ਆਪਦੇ ਬੰਦੇ ਨੂੰ ਕਹਿੰਦਾ ਸੁਲਹੀ ਇੱਥੇ ਤਾਂ ਲੱਖਾਂ ਲੋਕ ਰੋਜ਼ ਇਸ਼ਨਾਨ ਕਰਨ ਆਉਂਦੇ ਹਨ। ਤੀਰਥ ਹੋਏ ਭਾਰੀ। ਇਹ ਤਾਂ ਬੜਾ ਤੀਰਥ ਪ੍ਰਗਟ ਹੋ ਜਾਣਾ ਕਲਯੁਗ ਦੇ ਸਮੇਂ ਦਾ, ਸਭ ਤੋਂ ਵੱਡਾ ਤੀਰਥ ਮਹਾਨ ਹੋਵੇਗਾ। ਮਹਿਮਾ ਪਸਰਹਿਗੀ ਅਧਿਕ। ਤੇ ਇਹਦੀ ਮਹਿਮਾ ਸੰਸਾਰ ਦੇ 10 ਦਿਸ਼ਾਵਾਂ ਵਿੱਚ, ਸਭ ਕੋਨਿਆਂ ਵਿੱਚ ਫੈਲ ਜਾਵੇਗੀ। ਹੇ ਰਹਿ ਨਰ ਨਾਰੀ। ਤੇ ਦੂਰੋਂ ਦੂਰੋਂ ਲੋਕ ਦੇਸ਼ਾਂ ਵਿਦੇਸ਼ਾਂ ਵਿੱਚੋਂ ਇਸ ਸਰੋਵਰ ਨੂੰ, ਇਸ ਪਾਵਨ ਸਥਾਨ ਨੂੰ ਵੇਖਣ ਵਾਸਤੇ ਆਉਣਗੇ, ਦਰਸ਼ਨ ਕਰਨ ਆਇਆ ਕਰਨਗੇ। ਸ਼੍ਰੀ ਅੰਮ੍ਰਿਤਸਰ ਤੇ ਵੱਡੋ। ਇਹ ਤਾਂ ਆਖੇ ਅੰਮ੍ਰਿਤਸਰ ਸਾਹਿਬ ਸਥਾਨ ਤੋਂ ਵੀ ਵੱਡਾ ਸਥਾਨ ਮੈਂ ਖੜਾ ਕਰ ਦਿੱਤਾ ਹੈ। ਇਹ ਹੋਏ ਪ੍ਰਭਾਉ। ਇਹਦਾ ਪ੍ਰਭਾਵ ਜਿਹੜਾ ਉਹ ਤਾਂ ਅੰਮ੍ਰਿਤਸਰ ਸਾਹਿਬ ਤੋਂ ਵੀ ਜ਼ਿਆਦਾ ਹੋਣ ਵਾਲਾ ਹੈ। ਭਲੇ ਦੇਸ਼ ਮਹਿ ਬਨਿਓ ਬਰ। ਕਿਉਂਕਿ ਇਹ ਭਲੇ ਦੇਸ਼ ਵਿੱਚ ਬਣਿਆ ਹੋਇਆ ਹੈ। ਇਹ ਤਾਂ ਚੰਗੇ ਟਿਕਾਣੇ ਦਾ ਸਥਾਨ ਬਣਿਆ ਹੋਇਆ ਲਾਹੌਰ ਦੇ ਲਾਗੇ।
ਲਾਗੇ ਹੀ। ਮਾਨਵ ਸਮੁਦਾਉ ਬੜੇ ਮਨੁੱਖ ਸਿੱਖ ਇੱਥੇ ਆ ਕੇ ਇਸ਼ਨਾਨ ਕਰਿਆ ਕਰਨਗੇ। ਮੂਰਖ ਭਾਵੀ ਨਹਿ ਲਖ ਹੈ। ਕਵੀ ਜੀ ਕਹਿੰਦੇ ਦੋਵੇਂ ਹੀ ਮੂਰਖ ਹੈ, ਪ੍ਰਿਥੀ ਚੰਦ ਤੇ ਸੁਲਹੀ ਵੀ। ਇਹ ਭਾਵੀ ਨਹੀਂ ਜਾਣਦੇ। ਭਾਵੀ ਭਾਵ ਆਉਣ ਵਾਲਾ ਸਮਾਂ ਜਿਹੜਾ ਭਵਿੱਖ ਵਰਤਣ ਵਾਲਾ ਨਾ, ਪਰਮੇਸ਼ਰ ਦੀ ਕਰਨੀ ਹੋਣੀ, ਇਹ ਦੋਵੇਂ ਹੀ ਉਸ ਚੀਜ਼ ਤੋਂ ਅਣਜਾਣ ਹਨ। ਸਭ ਹੋਏ ਖੁਆਰੂ ਇਹਨਾਂ ਨੂੰ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਪ੍ਰਿਥੀ ਚੰਦ ਦਾ ਨਾ ਇਹ ਸਰੋਵਰ ਰਹਿਣਾ ਹੈ ਤੇ ਨਾ ਹੀ ਇਹ ਬਣਾਇਆ ਝੂਠਾ ਹਰਮੰਦਰ ਸਾਹਿਬ ਰਹਿਣਾ। ਸਭ ਢਹਿ ਢੇਰੀ ਹੋ ਜਾਵੇਗਾ, ਖੁਆਰ ਹੋ ਜਾਵੇਗਾ। ਸੂਕਹਿ ਜਲ ਟਹਿ ਜਾਏਗੋ ਇਹਦੇ ਸਰੋਵਰ ਚੋਂ ਜਲ ਆਉਣ ਵਾਲੇ ਸਮੇਂ ਵਿੱਚ ਸੁੱਕ ਜਾਣਾ ਹੈ ਤੇ ਸੁੱਕਾ ਸਰੋਵਰ ਸਮਾਂ ਪਾ ਕੇ ਢਹਿ ਜਾਵੇਗਾ। ਮੰਦਰ ਸਮਬਾਰੂ ਤੇ ਵਿੱਚ ਜਿਹੜਾ ਬਣਾਇਆ ਹੋਇਆ ਨੇ ਹਰਮੰਦਰ ਹੈ, ਉਹ ਸਥਾਨ ਬਣਾਇਆ ਹੋਇਆ ਰੇਤੇ ਦੀ ਕੰਧ ਵਾਂਗੂ ਵਿੱਚ ਡਿੱਗ ਜਾਣਾ ਸਰੋਵਰ ਦੇ। ਬਿਨ ਅਜਮਤ ਜਾਣਹਿ ਕੁਤੋ ਕਿਉਂਕਿ ਜਾਣਿਆ ਜਾਂਦਾ ਵੀ ਪ੍ਰਿਥੀ ਚੰਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਜਮਤ ਹੈ ਨਹੀਂ। ਕਿਆ ਹੋਏ ਅਗਾਰੀ ਤੇ ਅੱਗੇ ਕੀ ਹੋਣਾ ਇਹਨੂੰ ਕੀ ਵਿਚਾਰੇ ਨੂੰ ਜਾਣਿਆ ਪੈਂਦਾ। ਇਹ ਤਾਂ ਉਹ ਸਥਾਨ ਬਣ ਜੂ ਗਿਆ ਤੇ ਨਵਾਂ ਨਵਾਂ ਬਣਿਆ ਸਥਾਨ ਵੇਖ ਕੇ ਖੁਸ਼ ਹੋ ਲੈਂਦਾ, ਪਰ ਇਹਨੂੰ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਤੇਰੀਆਂ ਨਸਲਾਂ ਨੇ ਵੀ ਇਹ ਸਥਾਨ ਨਹੀਂ ਪੂਜਣਾ। ਦੂਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦੀ ਤਾਂ ਗੱਲ ਹੀ ਕੀ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਮੂਰਖ ਹੈ, ਨਾ ਹੀ ਇਹਦੇ ਵਿੱਚ ਕੋਈ ਅਜਮਤ ਹੈ। ਜੇ ਅਜਮਤ ਹੁੰਦੀ ਤੇ ਆਉਣ ਵਾਲਾ ਸਮਾਂ ਬੁੱਝ ਲੈਂਦਾ। ਕੁਝ ਨਹੀਂ ਪੱਲੇ ਹੈ। ਗਿਆਨ ਬਿਲੋਚਨ ਉਰ ਨਹੀਂ ਕਿਉਂਕਿ ਇਹਦੇ ਹਿਰਦੇ ਰੂਪੀ ਮੁਖ ਤੇ ਗਿਆਨ ਰੂਪੀ ਨੇਤਰ ਨਹੀਂ ਉਕਰੇ ਹੋਏ। ਅੰਧੇ ਦੁਖ ਭਾਰੀ ਤੇ ਅੰਧੇ ਆ ਦੋਵੇਂ ਹੀ। ਪ੍ਰਿਥੀ ਚੰਦ ਵੀ ਵੱਡਾ ਅੰਨਾ ਹੈ। ਭਾਰੀ ਦੁੱਖ ਹੁੰਦਾ ਜਿਹਦੇ ਹਿਰਦੇ ਵਿੱਚ ਗਿਆਨ ਰੂਪੀ ਨੇਤਰ ਨਾ ਹੋਣ। ਉਹਨਾਂ ਵਾਂਗੂ ਇਹ ਅੰਨੇ ਹਨ ਦੋਵੇਂ ਹੀ। ਕੋਏ ਕੋਏ ਸਿੱਖ ਤਿਸੀ ਕੋ ਤੇ ਕਦੀ ਕਦੀ ਕੋਈ ਕੋਈ ਸਿੱਖ ਜਿਹੜਾ ਹੈ ਚੱਲ ਕਰ ਤਹ ਆਵੈ ਵੀ ਪ੍ਰਿਥੀ ਚੰਦ ਦਾ ਹੀ ਸਿੱਖ ਜਿਹੜਾ ਚੱਲ ਚੁੱਲ ਕੇ ਨਾ ਕਿਤੇ ਭਟਕਿਆ ਜਾਂ ਭੁੱਲਿਆ ਮਾੜਾ ਮੋਟਾ ਕਦੇ ਛਮਾਈ ਮਹੀਨੇ ਬਾਅਦ ਆ ਜਾਂਦਾ ਹੈ। ਕਰ ਸਨਮਾਨ ਬਖਾਨ ਤੋ ਤੇ ਉਹ ਪ੍ਰਿਥੀ ਚੰਦ ਦਾ ਸਨਮਾਨ ਜਿਹਾ ਕਰਦਾ ਹੈ ਤੇ ਪ੍ਰਿਥੀ ਚੰਦ ਉਹ ਆਏ ਹੋਏ ਸਿੱਖ ਦਾ ਸਤਿਕਾਰ ਕਰ ਛੱਡਦਾ ਹੈ। ਜੋ ਨਰ ਸਰ ਨਾਵੈ ਤੇ ਉਹਨੂੰ ਕਹਿੰਦਾ ਕਿ ਤੂੰ ਆਇਆ ਇੱਥੇ, ਇਹ ਸਰੋਵਰ ਦਾ ਇਸ਼ਨਾਨ ਤੂੰ ਕੀਤਾ ਹੈ, ਇਹ ਤਾਂ ਉਹ ਪਾਵਨ ਸਥਾਨ ਹੈ ਜਿਹੜਾ ਮਨੁੱਖ ਇਸ ਸਰੋਵਰ ਵਿੱਚ ਇਸ਼ਨਾਨ ਕਰਿਆ ਕਰੇਗਾ। ਮਨ ਬਾਛਤ ਫਲ ਪਾਏ ਹੈ ਉਹ ਮਨ ਇੱਛਕ ਫਲ ਪ੍ਰਾਪਤ ਕਰੇਗਾ। ਜੋ ਮੰਗੇਗਾ ਇਸ ਸਰੋਵਰ ਦੇ ਇਸ਼ਨਾਨ ਵਿੱਚੋਂ ਨੂੰ ਉਹੀ ਪ੍ਰਾਪਤ ਹੋ ਜਾਵੇਗਾ। ਸਭ ਪਾਪ ਉਤਾਰੈ ਤੇ ਸਾਰੇ ਸੰਸਾਰ ਦੇ ਪਾਪ ਉਤਰ ਜਾਣੇ ਆ। ਇਹ ਤਾਂ ਸਾਧ ਸੰਗਤ ਗੰਜੀ ਕੰਗੀਆਂ ਵੇਚਦੀ ਹੈ ਨਾ, ਉਹ ਹੁਣ ਪਾਪੀ ਤਾਂ ਸਭ ਤੋਂ ਵੱਡਾ ਆਪ ਹੈ। ਤੋ ਜੇ ਇੱਥੇ ਭੁੱਲ ਭੁਲੇਖੇ ਕੋਈ ਆ ਵੀ ਜਾਂਦਾ ਨਾ ਸਿੱਖ, ਉਹਨੂੰ ਕਹਿੰਦਾ ਇਹ ਤਾਂ ਬੜਾ ਮਹਾਨ ਤੀਰਥ ਹੈ ਭਾਈ, ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਮਨ ਵਿੱਚ ਕੋਈ ਪਾਪ ਰਹਿਣਾ ਹੀ ਨਹੀਂ, ਸਾਰੇ ਪਾਪ ਲੈ ਜਾਵਣਗੇ। ਇਤਿਆਦਿਕ ਮਹਿਮਾ ਮਹਾ ਇਸ ਤੋਂ ਆਦਿਕ ਹੋਰ ਮੈਂ ਕੀ ਕੀ ਬੋਲ ਕੇ ਦੱਸਾਂ। ਇਹ ਸਥਾਨ ਦੀ ਬਹੁਤ ਭਾਰੀ ਮਹਿਮਾ ਹੈ। ਨਰ ਮਿਲ ਹੈ ਉਚਾਰੈ ਇਸ ਤਰ੍ਹਾਂ ਜਦੋਂ ਵੀ ਕੋਈ ਮਿਲਦੇ ਹਨ ਆ ਕੇ ਕੋਈ ਸਿੱਖ ਇਹਦੇ ਜਿਹੜੇ ਮਾੜੇ ਮੋਟੇ ਬਣੇ ਹੋਏ ਆ, ਉਹ ਆ ਕੇ ਜਦੋਂ ਇਹਨੂੰ ਮਿਲਦੇ ਆ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਗੱਲਾਂ ਕਰਦਾ, ਸੋਭਾ ਕਰਦਾ ਆਪਦੇ ਸਥਾਨ ਦੀ। ਯਤਨ ਕਰਤ ਬਹ ਭਾਂਤ ਕੇ ਤੇ ਬੜੇ ਤਰ੍ਹਾਂ ਦੇ ਯਤਨ ਕਰਦਾ ਰਹਿੰਦਾ ਹੈ ਸਦਾ ਹੀ। ਹਾਰਿਓ ਦੁਖ ਪਾਏ ਪਰ ਕੋਈ ਯਤਨ ਸਿਰੇ ਨਾ ਚੜਿਆ। ਕਿਉਂਕਿ ਇੱਕ ਵਾਰੀ ਆਵੇ, ਦੋ ਵਾਰੀ ਆਵੇ, ਜਦੋਂ ਕੁਝ ਮਿਲਿਆ ਹੀ ਨਾ ਆਉਣਾ ਕਿੰਨੇ ਆ। ਸੰਗਤਾਂ ਜਿਹੜੀਆਂ ਆਉਂਦੀਆਂ ਸੀ ਉਹ ਵੀ ਹਟ ਗਈਆਂ, ਪੈਸਾ ਸਾਰਾ ਲਾ ਬੈਠਾ ਤੇ ਹੁਣ ਬੜਾ ਦੁਖੀ ਹੁੰਦਾ ਹੈ। ਮੇਲਾ ਲੱਗਿਓ ਨਾ ਤਾਲ ਕੋ ਇਹਨੇ ਮੇਲਾ ਵੀ ਦੱਸਦੇ ਲਵਾਇਆ ਇੱਕਰੀ, ਪਰ ਕੋਈ ਨਹੀਂ ਪਹੁੰਚਿਆ। ਸਭ ਪਕਵਾਨ ਬਣੇ ਰਹਿ ਗਏ। ਜਿਵੇਂ ਹਰਮੰਦਰ ਸਾਹਿਬ ਵਿਸਾਖੀ ਤੇ ਦੀਵਾਲੀ ਤੇ ਮੇਲੇ ਲੱਗਦੇ, ਇਹਨੇ ਵੀ ਮੇਲੇ ਸ਼ੁਰੂ ਕੀਤੇ, ਪਰ ਕੋਈ ਜੋੜ ਮੇਲਾ ਨਾ ਭਰਿਆ, ਸਭ ਧਰਿਆ ਧਰਾਇਆ ਰਹਿ ਗਿਆ ਹੈ। ਨਹਿ ਭੇ ਸਮੁਦਾਏ ਤੇ ਕੋਈ ਸਿੱਖਾਂ ਦਾ ਇਕੱਠ ਨਹੀਂ ਹੋਇਆ ਹੈ। ਸੁਧਾ ਸਰੋਵਰ ਸੰਗਤਾਂ ਜਿਹੜੀਆਂ ਸੰਗਤਾਂ ਉਹ ਸਾਧ ਸੰਗ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਪਾਵਨ ਸਰੋਵਰ ਅਸਥਾਨ ਹੈ, ਨਿਤ ਪ੍ਰਤ ਬਹੁ ਆਵੈ ਬਹੁਤ ਆਉਂਦੀਆਂ। ਭਾਵ ਕਵੀ ਜੀ ਕਹਿੰਦੇ ਇੱਧਰ ਤਾਂ ਪ੍ਰਿਥੀ ਚੰਦ ਸੰਗਤਾਂ ਉਡੀਕਦਾ ਵੀ ਕੋਈ ਆ ਜਾਵੇ ਭੁੱਲਿਆ ਭਟਕਿਆ, ਤੇ ਉਧਰ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਬਹੁਤ ਗਿਣਤੀ ਸੰਗਤਾਂ ਤਿਲ ਸੁੱਟਣ ਨੂੰ ਥਾਂ ਨਹੀਂ ਰਹਿੰਦਾ ਹੈ। ਕਰਹਿ ਇਸ਼ਨਾਨ ਸੁਭਾਵਨੀ ਤੇ ਸਹਿਤ ਭਾਵਨਾ ਦੇ ਪ੍ਰੇਮ ਨਾਲ ਇਸ਼ਨਾਨ ਕਰਦੀਆਂ ਹਨ। ਮਨ ਬਾਸ਼ਤ ਪਾਵੈ ਜੋ ਵੀ ਇੱਛਾ ਰੱਖ ਕੇ ਇਸ਼ਨਾਨ ਕਰਦਾ ਕੋਈ ਅੰਮ੍ਰਿਤਸਰ ਸਾਹਿਬ ਸਰੋਵਰ ਦਾ,
ਸੰਗਤਾਂ ਦੀ ਉਹੀ ਇੱਛਾ ਪੂਰੀ ਹੁੰਦੀ। ਕਿਉਂ? ਕਿਉਂਕਿ ਉੱਥੇ ਪਰਮੇਸ਼ਰ ਆਪ ਚੌਂਕੜਾ ਲਾ ਬੈਠਾ ਹੈ। ਸੋ ਬਹੁ ਦਿਨ ਮੇਲਾ ਨਰਨ ਕੋ। ਤੇ ਚੰਗੇ ਦਿਨ ਮੇਲਾ ਹੁੰਦਾ ਹੈ, ਭਾਵ ਵੀ ਸਾਰਾ ਦਿਨ ਮੇਲਾ ਲੱਗਦਾ, ਜਾਂ ਜਿਵੇਂ ਦੀਵਾਲੀ ਹੈ ਤੇ ਇੱਕ ਵਿਸਾਖੀ, ਇਹ ਮੇਲੇ ਭਰਦੇ ਭਾਰੀ ਹੀ। ਮਿਲ ਜਾਏ ਹਜ਼ਾਰੋਂ। ਉਦੋਂ ਸੰਗਤਾਂ ਹਜ਼ਾਰਾਂ, ਜਾਂ ਜਿਵੇਂ ਪੁੰਨਿਆ ਮੱਸਿਆ, ਇਹਨਾਂ ਦਿਹਾੜਿਆਂ ਤਿਉਹਾਰਾਂ ਤੇ ਸੰਗਤਾਂ ਬਹੁਤ ਆਉਂਦੀਆਂ, ਤਿਲ ਸੁੱਟਣ ਨੂੰ ਥਾਂ ਨਹੀਂ ਰਹਿੰਦਾ। ਇਕੱਠ ਕਵੀ ਜੀ ਕਹਿੰਦੇ ਅੱਗੇ ਵੀ ਬਹੁਤ ਰਹਿੰਦਾ, ਪਰ ਕਦੇ ਕਦੇ ਤਿਉਹਾਰਾਂ ਤੇ ਮੇਲੇ ਪੁੰਨੇ ਮੱਸਿਆ ਤੇ ਬਹੁਤ ਭਾਰੀ ਇਕੱਠ ਹੋ ਜਾਂਦਾ ਹੈ। ਚਾਰਾਂ ਦਿਸ਼ ਤੇ ਆਵਤੇ। ਸੰਸਾਰ ਦੇ ਵਿੱਚੋਂ 4 ਦਿਸ਼ਾਵਾਂ ਤੋਂ, ਕੋਨਿਆਂ ਤੋਂ ਸਿੱਖ ਸੰਗਤਾਂ ਆਉਂਦੀਆਂ ਹਨ। ਬਹੁ ਦੇ ਉਪਹਾਰੋ। ਤੇ ਬੜਾ ਉਪਹਾਰ, ਬੜੀ ਖੁੱਲੀ ਮਾਇਆ ਸੰਗਤਾਂ ਮਹਾਰਾਜ ਨੂੰ ਦਿੰਦੀਆਂ, ਭੇਟਾਂ ਕਰਦੀਆਂ ਨੇ। ਜਰਹਿ ਦੇ ਮੈਂ ਜਰਹਿ ਨਹਿ। ਪ੍ਰਿਥੀ ਚੰਦ ਸੜਦਾ ਵੇਖ ਕੇ ਜਰਿਆ ਨਹੀਂ ਜਾਂਦਾ ਹੈ। ਸੁਣ ਚਿੰਤ ਰਖੰਤਾ। ਸੁਣ ਸੁਣ ਕੇ, ਜਦ ਕਿਉਂਕਿ ਦਾਸੀ ਦਿੰਦੇ ਆ ਨਾ ਵੀ ਉੱਥੇ ਤਾਂ ਐ ਹੁੰਦਾ, ਸੁਣ ਸੁਣ ਕੇ ਅੰਮ੍ਰਿਤਸਰ ਸਾਹਿਬ ਦੀ ਚੜ੍ਹਾਈ ਸੋਭਾ ਨੂੰ ਪ੍ਰਿਥੀ ਚੰਦ ਬੜੀ ਚਿੰਤਾ ਰੱਖਦਾ ਇਹਦੇ ਵਿੱਚ। ਪਾਚ ਹਾਰਿਓ ਮਹਿਮਾ ਕਹਿਤ। ਤੇ ਸਾਰੇ ਲੋਕਾਂ ਵਿੱਚ ਆਪਦੇ ਮਸੰਦ ਵੀ ਭੇਜੇ, ਪਿੰਡ ਪਿੰਡ ਪ੍ਰਚਾਰ ਕਰਾਇਆ ਵੀ ਇੱਥੇ ਬੜਾ ਵੱਡਾ ਸਥਾਨ ਹੈ। ਮਹਿਮਾ ਜਣਾਉਂਦਾ ਜਣਾਉਂਦਾ ਸਭ ਨੂੰ ਥੱਕ ਗਿਆ ਹੈ। ਓੜਕ ਪਛਤੰਤਾ। ਪਰ ਕੋਈ ਹੱਥ ਪੱਲੇ ਨਾ ਪਿਆ, ਤੇ ਅੰਤਲੇ ਸਮੇਂ ਨੂੰ ਕਵੀ ਜੀ ਕਹਿੰਦੇ ਹੁਣ ਪਛਤਾ ਰਿਹਾ ਹੈ। ਪ੍ਰਿਥੀਏ ਕੇ ਸਿੱਖ ਰੰਕ ਜੇ। ਜਿਹੜੇ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਦੇ ਸਿੱਖ ਸੀ, ਉਹ ਮਾਇਆ ਦੇ ਕੇ ਬਣਾ ਲੈਂਦਾ ਸੀ ਨਾ, ਵੀ ਕਿਉਂਕਿ ਜਿਹੜੇ ਨੰਗ ਮਲੰਗ ਸਨ ਵਿਚਾਰੇ, ਉਹਨਾਂ ਨੂੰ ਕੋਈ ਮਾਇਆ ਦੇ ਦਿੰਦਾ ਸੀ ਤੇ ਉਹ ਇੱਥੇ ਹਾਜ਼ਰੀ ਭਰ ਛੱਡਦੇ ਸੀ। ਜਿਵੇਂ ਹੁਣ ਵੀ ਆ ਨਾ, ਉਹ ਧਰਮ ਤਬਦੀਲੀ ਕਰਦੇ ਆ ਤੇ ਉਹ ਥੋੜ੍ਹੀ ਬਹੁਤੀ ਮਾਇਆ ਦੇ ਛੱਡਦੇ ਆ। ਉਹ 10,000 ਦੇ ਤਾ, ਟੱਬਰ ਉਧਰ ਰਲ ਗਿਆ, ਕੱਲ ਨੂੰ ਕੋਈ 20,000 ਦੇਣ ਵਾਲਾ ਆਇਆ ਤੇ ਉਹ ਮੁੜ ਕੇ ਕੋਈ ਕਿਸੇ ਹੋਰ ਦਾ ਨਿਸ਼ਾਨ ਪਾਈ ਫਿਰਦੇ ਆ। ਇਸ ਤਰ੍ਹਾਂ ਉਹ ਲੋਭ ਦੀ ਜਿਹੜੀ ਸਿੱਖੀ ਧਾਰਦੇ ਆ, ਤੋ ਇੱਕ ਪਾਸਾ ਛੱਡ ਕੇ ਦੂਜੇ, ਦੂਜੇ ਛੱਡ ਕੇ ਤੀਜੇ, ਆਪਦੇ ਸਰੀਰ ਦੇ ਸੁੱਖ ਵੇਖਣੇ। ਤੋ ਇਸ ਤਰ੍ਹਾਂ ਦੇ ਸਿੱਖ ਜਿਹੜੇ ਉਹ ਸਾਧ ਸੰਗਤ ਜੀ ਪ੍ਰਿਥੀ ਚੰਦ ਦੇ ਆ। ਕਵੀ ਜੀ ਕਹਿੰਦੇ ਕੋਈ ਸਿੱਖ ਆ ਜਾਂਦਾ ਪ੍ਰਿਥੀ ਚੰਦ ਕੋਲ, ਆਉਂਦਾ ਉਹ ਆ ਜਿਹੜਾ ਕੋਈ ਘਰੋਂ ਮਾਇਆ ਕਰਕੇ ਬਹੁਤਾ ਤੰਗ ਹੁੰਦਾ, ਤੇ ਪ੍ਰਿਥੀ ਚੰਦ ਕੋਈ 10-20, ਕਿਉਂਕਿ ਮਾਇਆ ਬਹੁਤ ਹੈ, ਉਹ ਦੇ ਛੱਡਦਾ ਤੇ ਉਹ ਸਿੱਖ ਹਾਜ਼ਰੀ ਭਰ ਛੱਡਦੇ ਆ ਇਹੋ ਜਿਹੇ ਜਿਹੜੇ ਆ। ਤੋ ਜਦੋਂ ਕਿਤੇ ਕੋਈ ਇਹੋ ਜਿਹਾ ਸਿੱਖ ਜਿਹੜਾ ਨੰਗ ਮਲੰਗ ਕੋਈ ਪ੍ਰਿਥੀ ਚੰਦ ਦਾ ਬਣਿਆ ਹੋਇਆ, ਜਦੋਂ ਪ੍ਰਿਥੀ ਚੰਦ ਦੇ ਪਾਸ ਹੀਰੀ ਜਾਂਦਾ ਹੈ, ਕਬ ਕਬ ਚੱਲ ਜਾਵੈ। ਉਹ ਵੀ ਕਦੀ ਕਦੀ ਕਿਤੇ ਜਾਂਦੇ ਹਨ। ਆਏ ਬਿਨਾ ਉਤਸਾਹ ਤੇ ਉਹਨਾਂ ਵਿੱਚ ਉਤਸ਼ਾਹ ਕੋਈ ਨਹੀਂ ਹੁੰਦਾ, ਵੀ ਜਿਵੇਂ ਉਹ ਢੱਠੇ ਜਿਹੇ ਆਉਂਦੇ ਆ, ਬਾਹਾਂ ਜੀਆਂ ਲਮਕਾਉਂਦੇ, ਆਲਸ ਦੇ ਮਾਰੇ ਆ ਜਾਂਦੇ ਪ੍ਰਿਥੀ ਚੰਦ ਕੋਲ। ਵੀ ਜਿਹੜਾ ਉਤਸ਼ਾਹ ਸੰਗਤਾਂ ਅੰਮ੍ਰਿਤਸਰ ਸਾਹਿਬ ਜਾਣ ਲੱਗੀਆਂ ਮਨ ਵਿੱਚ ਐਨ ਤਿਆਰ ਬਰ ਤਿਆਰ ਖੁਸ਼ੀ ਹੁੰਦੀ ਆ ਵੀ ਚਲੋ ਭਾਈ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਚੱਲੇ, ਕਿੰਨਾ ਚਾਅ ਹੁੰਦਾ। ਉਹ ਪ੍ਰਿਥੀ ਚੰਦ ਦੇ ਕੋਲ ਕਵੀ ਜੀ ਕਹਿੰਦੇ ਪਹਿਲੀ ਗੱਲ ਤਾਂ ਆਉਂਦਾ ਨਹੀਂ ਕੋਈ, ਜੇ ਆਉਂਦਾ ਤੇ ਕੋਈ ਆ ਜਾਂਦਾ ਕੋਈ ਬਹੁਤਾ ਗਰੀਬ ਮਾਇਆ ਦਾ ਲਾਲਚੀ ਲੋਭੀ, ਤੇ ਉਹ ਆਲਸੀ ਬੜਾ ਹੁੰਦਾ, ਵੀ ਕਿਉਂਕਿ ਪਤਾ ਹੀ ਹੈ ਵੀ ਗਾਂਹ ਕਿਹੜਾ ਕੁਝ ਇੱਛਾ ਪੂਰੀ ਹੋਣੀ ਹੈ। ਤੇ ਬਸ ਮਾਰੀ ਦੇ ਜਿਹੜੇ ਆਉਂਦੇ ਆ, ਆਲਸ ਜਿਹਾ ਧਾਰ ਕੇ ਆਉਂਦੇ, ਉਤਸ਼ਾਹ ਨਹੀਂ ਕਿਸੇ ਦੇ ਅੰਦਰ ਹੁੰਦਾ। ਬਾਛਤ ਨਹਿ ਪਾਵੈ। ਉਹ ਕਿਉਂ? ਕਿਉਂਕਿ ਮਨ ਦੀ ਇੱਛਾ ਇੱਥੇ ਪੂਰੀ ਨਹੀਂ ਹੁੰਦੀ ਕਿਸੇ। ਉਤਸ਼ਾਹ ਦਾ ਤਾਂ ਹੋਵੇ ਨਾ, ਸਾਧ ਸੰਗਤ ਜੀ ਦੁੱਖ ਤੇ ਸਾਹਿਬ ਪਹਿ ਆਖੀ ਹੈ, ਸੁਖ ਜਿਸ ਹੀ ਪਾਸ। ਵੀ ਜੇ ਸੁੱਖ ਮਿਲਦਾ ਉਹਨੂੰ ਦੁੱਖ ਦੱਸਦਾ ਕੋਈ। ਪ੍ਰਿਥੀ ਚੰਦ ਕੋਲ ਕੀ ਕੋਈ ਖੁਸ਼ੀ ਨਾਲ ਆਵੇ, ਕਿਉਂਕਿ ਪਤਾ ਹੀ ਆ ਵੀ ਇੱਥੇ ਜਿਹੋ ਜਿਹਾ ਛੱਪੜ 'ਚ ਨਹਾ ਲਿਆ, ਉਹੋ ਜਿਹਾ ਪ੍ਰਿਥੀ ਚੰਦ ਦੇ ਸਰੋਵਰ 'ਚ ਇਸ਼ਨਾਨ ਕਰ ਲਿਆ, ਇੱਛਾ ਕੋਈ ਪੂਰੀ ਨਹੀਂ ਹੋਣੀ। ਇਸ ਕਰਕੇ ਕੋਈ ਵੀ ਉਤਸ਼ਾਹ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਨਹੀਂ ਆਉਂਦਾ ਹੈ। ਸ੍ਰੀ ਅਰਜਨ ਕੀ ਸੰਗਤਾਂ। ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਸੰਗਤਾਂ ਹਨ, ਅੰਮ੍ਰਿਤ ਸਰ ਜੈ ਹੈ, ਉਹ ਸਾਰੀਆਂ ਬੜੇ ਚੜ੍ਹਦੀ ਕਲਾ ਦੇ ਨਾਲ ਤਿਆਰ ਬਰ ਤਿਆਰ ਹੋ ਕਰਕੇ ਜੈਕਾਰੇ ਲਾਉਂਦੀਆਂ, ਜਾਂ ਬਾਣੀ ਪੜ੍ਹਦੀਆਂ ਉੱਚੀ ਉੱਚੀ, ਮਹਾਰਾਜ ਦੀ ਜੈ ਜੈਕਾਰ ਕਰਦੀਆਂ ਅੰਮ੍ਰਿਤਸਰ ਜਾਂਦੀਆਂ ਨੇ। ਮਿਲੈ ਹੈ ਮੇਖ ਸੰਕਰਾਂਤ ਕੋ। ਜਦੋਂ ਮੇਖ ਦੀ ਸੰਗਰਾਂਦ ਭਾਵ ਵਿਸਾਖ ਦਾ ਸੰਗਰਾਂਦ ਕਹੀਏ, ਵਿਸਾਖੀ, ਜਦੋਂ ਵਿਸਾਖੀ ਆਉਂਦੀ ਹੈ, ਤਰ ਸ਼ਰਧਾ ਨਹਿ। ਤੇ ਬੜੇ ਸ਼ਰਧਾ ਦੇ ਨਾਲ ਇੱਥੇ ਇਸ਼ਨਾਨ ਕਰਦੀਆਂ ਦੀਵਾਲੀ ਵਿਸਾਖੀ ਤੇ। ਮਨ ਬਾਛਤ ਕੋ ਪਾਵਤੇ। ਤੇ ਮਨ ਦੇ ਇੱਛੇ ਫਲ ਸੰਗਤਾਂ ਨੂੰ ਪ੍ਰਾਪਤ ਹੋ ਰਹੇ ਹਨ। ਨਿਤ ਅਤ ਉਤਸਾਹੂ। ਜਿਸ ਕਰਕੇ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ, ਪੂਰੀ ਸ਼ਰਧਾ ਨਾਲ ਸੰਗਤਾਂ ਆ ਰਹੀਆਂ ਹਨ।
ਧੁੰਧਬ ਅਲਪਨ ਫੀਰ ਗਨ ਛੋਟੇ ਨਗਾਰੇ ਵੱਜਦੇ ਐ, ਨਫੀਰੀਆਂ ਸਦਾ ਵੱਜਦੀਆਂ ਹਨ। ਬਾਜਤ ਧੁਨ ਤਾਹੂ ਇਸ ਤਰ੍ਹਾਂ ਮਹਾਰਾਜ ਦੇ ਦਰਵਾਜ਼ਿਆਂ ਤੇ ਨਗਾਰਿਆਂ ਦੀ ਧੁਨ ਸਦਾ ਗੂੰਜਦੀ ਰਹਿੰਦੀ ਹੈ। ਬੱਜਹਿ ਰਬਾਬ ਮ੍ਰਿਦੰਗ ਗਾਨ ਤੇ ਕਦੇ ਮਰਦੰਗ ਵੱਜਦੀ ਹੈ, ਰਬਾਬੀ ਰਬਾਬ ਵਜਾਉਂਦੇ ਹਨ। ਸ਼ੰਖਨ ਕੈ ਸ਼ੂਰਾ ਕਿਸੇ ਪਾਸੇ ਸ਼ੰਖ ਵਜਾਏ ਜਾ ਰਹੇ, ਸ਼ੰਖ ਪੂਰਿਆਂ ਦੀ ਆਵਾਜ਼ ਆ ਰਹੀ ਹੈ। ਗਾਵਹਿ ਰਾਗਨ ਮਹਿ ਸ਼ਬਦ ਜਿਹੜੇ ਰਾਗੀ ਸਿੱਖ ਆ ਉਹ ਰਾਗਾਂ ਦੇ ਵਿੱਚ ਸ਼ਬਦ ਗਾ ਰਹੇ ਹਨ। ਫਿਰ ਕਰ ਚਾਹ ਓਰਾ ਤੇ ਜਾਂ ਚਾਰ ਚਫੇਰੇ ਸੰਗਤਾਂ ਪ੍ਰਕਰਮਾਂ ਦੇ ਦੁਆਲੇ ਦੁਆਲੇ, ਜਿਵੇਂ ਹੁਣ ਪ੍ਰਭਾਤ ਫੇਰੀਆਂ ਕੱਢਦੇ ਆ ਨਾ, ਉਹ ਚੌਂਕੀਆਂ ਚਫੇਰੇ ਚਫੇਰੇ ਸੰਗਤਾਂ ਸ਼ਬਦ ਗਾਉਂਦੀਆਂ ਰਾਗਾਂ ਵਿੱਚ ਉੱਚੀ ਉੱਚੀ ਹੀ। ਜਾਮ ਤ੍ਰਿਜਾਮਾ ਰਹੇ ਤੇ ਜਦੋਂ ਇੱਕ ਪਹਿਰ ਰਾਤ ਰਹਿ ਜਾਂਦੀ ਹੈ ਮੰਗਲ ਨਿਤ ਹੋਵੈ ਤੇ ਮੰਗਲ ਖੁਸ਼ੀਆਂ ਹੋਣੀਆਂ ਸ਼ੁਰੂ, ਜਿਵੇਂ ਉਹ ਅੰਮ੍ਰਿਤ ਵੇਲੇ ਤੁਸੀਂ ਸੁਣਦੇ ਹੋ ਨਾ, ਮੰਗਲ ਧੰਨ ਧੰਨ ਰਾਮਦਾਸ ਗੁਰਜਨ ਸਿਰਿਆਤ ਨੇ ਸਵਾਰਿਓ, ਭੱਟ ਗਾਉਂਦੇ ਆ ਸਵਈਏ ਹਰਿਮੰਦਰ ਸਾਹਿਬ ਵਿੱਚ। ਹੁਣ ਵੀ ਕਵੀ ਜੀ ਕਹਿੰਦੇ ਭੱਟ ਸਵਈਏ ਗਾਉਣ ਲੱਗ ਪੈਂਦੇ, ਮੰਗਲਾਚਾਰ ਉੱਚੀ ਉੱਚੀ ਇੱਕ ਪਹਿਰ ਰਾਤ ਰਹਿੰਦੇ ਆ ਤੇ ਸਿੱਖ ਜਾਗ ਜਾਂਦੇ ਆ, ਮੰਗਲ ਗਾਉਂਦੇ ਆ ਭੱਟ, ਗੁਰੂ ਪਾਤਸ਼ਾਹ ਮਹਾਰਾਜ ਦੀ ਉਸਤਤੀ ਗਾਉਣੀ ਸ਼ੁਰੂ ਕਰ ਦਿੰਦੇ ਹਨ। ਭਰਤ ਹੈ ਬਹੁਤ ਕਰਾਹ ਤੇ ਸਭ ਬੜੀ ਖੁੱਲੀ ਮਾਤਰਾ ਵਿੱਚ ਕੜਾਹ ਪ੍ਰਸ਼ਾਦ ਵਰਤਦਾ ਰਹਿੰਦਾ ਹੈ। ਗੁਰ ਦਰਸ਼ਨ ਜੋਵੈ ਜਿਹੜੇ ਜਿਹੜੇ ਮਹਾਰਾਜ ਦੇ ਦਰਸ਼ਨ ਕਰਨ ਜਾਂਦੇ ਐ, ਸਾਰਾ ਦਿਨ ਉੱਥੇ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਵੈ। ਜਾਮ ਦਿਵਸ ਕੇ ਚੜੇਲਾ ਇੱਕ ਪਹਿਰ ਦਿਨ ਚੜੇ ਤੱਕ, ਭਾਵ ਕੋਈ 9 ਵਜੇ ਦੇ ਸਮੇਂ ਤੱਕ ਮੇਲਾ ਰਹਿ ਪਾਰੀ ਬੜਾ ਭਾਰੀ ਦਰਸ਼ਨਾਂ ਵਾਸਤੇ ਲੈਣ ਲੱਗੀ ਰਹਿੰਦੀ ਹੈ, ਮੇਲਾ ਬਣਿਆ ਰਹਿੰਦਾ ਵੈ। ਅਰਪਹਿ ਅਨੇਕ ਉਪਾਏ ਨਾ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ, ਬਹੁਤ ਨਾਨਾ ਤਰ੍ਹਾਂ ਦੇ ਬੇਸ਼ਕੀਮਤੀ ਪਦਾਰਥ ਉਹ ਅਰਪੇ ਜਾਂਦੇ ਆ, ਮਹਾਰਾਜ ਨੂੰ ਭੇਂਟ ਕੀਤੇ ਜਾਂਦੇ ਆ। ਹੋਵਤ ਬਲਿਹਾਰੀ ਤੇ ਸੰਗਤਾਂ ਮਹਾਰਾਜ ਤੋਂ ਸਦਕੇ ਸਦਕੇ ਵਾਰੇ ਵਾਰੇ ਜਾਂਦੀਆਂ ਹਨ। ਹੋ ਕੋਲੀ ਜੀਓ ਕੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਗਾਏ ਰਬਾਬੀ ਸ਼ਬਦ ਕੋ ਬੜੇ ਰਬਾਬੀ ਸਿੱਖ ਮਹਾਰਾਜ ਦੀ ਹਜ਼ੂਰੀ ਵਿੱਚ ਕੀਰਤਨ ਗਾਉਂਦੇ ਆ, ਰਾਗਨ ਚਤੁਰਾਈ ਤੇ ਰਾਗਾਂ ਦੀ ਚਤੁਰਾਈ ਸਿਆਣਪ ਦੇ ਨਾਲ। ਖਰੇ ਕਰਹਿ ਅਰਦਾਸ ਕੋ ਤੇ ਕੁਝ ਸਿੱਖ ਕੀਰਤਨ ਗਾ ਰਹੇ ਆ, ਕੋਈ ਪਰਿਕਰਮਾ ਕਰਦੇ ਆ, ਕੋਈ ਇਸ਼ਨਾਨ ਕਰ ਰਹੇ ਆ। ਸੰਗਤਾਂ ਦੀ ਭੀੜ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਕੁਝ ਸਿੱਖ ਅਰਦਾਸ ਕਰਦੇ ਖੜ ਕਰਕੇ। ਬਾਛਤ ਸਭ ਪਾਈ ਤੇ ਜੋ ਮਨ ਵਿੱਚ ਇੱਛਾ ਹੁੰਦੀ ਹੈ ਸਤਿਗੁਰਾਂ ਦੇ ਘਰ ਤੋਂ ਉਹੀ ਪ੍ਰਾਪਤ ਹੋਈ ਜਾਂਦਾ ਹੈ। ਹੋਤ ਕੁਲਾਹਲ ਮਿਲਹਿ ਨਰ ਸੰਗਤ ਬਹੁਤ ਸਾਰਾ ਦਿਨ ਇਕੱਠ ਰਹਿੰਦਾ ਹਰਿਮੰਦਰ ਸਾਹਿਬ, ਜਿਸ ਕਰਕੇ ਚਾਰ ਚਫੇਰੇ ਨਾਮ ਦਾ ਸੰਗਤਾਂ ਦਾ ਰੌਲਾ ਸੁਣੀਂਦਾ ਵੈ। ਸਿਮਰਨ ਪ੍ਰਭ ਕੇਰਾ ਸਭ ਪਾਸੇ ਸੰਗਤਾਂ ਵਿੱਚ ਮਹਾਰਾਜ ਪਰਮੇਸ਼ਰ ਦਾ ਸਿਮਰਨ ਕੀਤਾ ਜਾਂਦਾ ਹੈ। ਜੈ ਜੈਕਾਰ ਉਚਾਰਤੇ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਜੈ ਜੈਕਾਰ ਹੋ ਰਹੀ ਹੈ। ਕਰ ਚਾਹ ਦੇਸ਼ ਫੇਰਾ ਚਾਰ ਚਫੇਰੇ ਸੰਗਤਾਂ ਦੇ ਅੰਦਰ ਹੀ ਨਈ ਨਈ ਨਿਤ ਸੰਗਤਾਂ ਰੋਜ਼ ਨਵੀਆਂ ਸੰਗਤਾਂ ਜਿਹੜੀਆਂ ਨੇ, ਉਹ ਨਵੀਂ ਤੋਂ ਨਵੀਂ ਸੰਗਤ ਆ ਰਹੀ ਹੈ ਰੋਜ਼। ਆਵਹਿ ਚੱਲ ਦੂਰੀ ਦੂਰ ਦਰਾਡਿਆਂ ਤੋਂ, ਦੇਸ਼ਾਂ ਕਾਬਲ, ਕੰਧਾਰ, ਪਲਖ ਬੁਖਾਰਾ, ਮੁਲਤਾਨ, ਇਹੋ ਜਿਹੇ ਕਸ਼ਮੀਰ ਆਦਿਕ ਬੜੇ ਦੇਸ਼ਾਂ ਤੋਂ ਨਵੀਆਂ ਤੋਂ ਨਵੀਆਂ ਸੰਗਤਾਂ ਦਰਸ਼ਨ ਨੂੰ ਆ ਰਹੀਆਂ ਹਨ। ਪ੍ਰੇਮ ਪਰਮ ਪੁਲ ਕਾਬਲੀ ਤੇ ਪ੍ਰੇਮ ਦੇ ਵੱਡੇ ਪ੍ਰੇਮ ਦੇ ਨਾਲ ਸਾਰੇ ਹਿਰਦੇ, ਸਭ ਦੇ ਸੰਗਤਾਂ ਦੇ ਹਿਰਦੇ ਦੇ ਅੰਦਰ ਪੁਲਕਾਵਲੀ ਆ ਰਹੀ, ਉਤਸ਼ਾਹ ਪ੍ਰੇਮ ਜਾਗਿਆ ਹੈ। ਹੋਏ ਮਿਲਤ ਹਦੂਰੀ ਜਿਹੜੇ ਜਿਹੜੇ ਵੀ ਹਜੂਰ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਹੋ ਕਰਕੇ ਹਜ਼ੂਰੀ ਵਿੱਚ ਮਿਲਦੇ ਆ, ਦਰਸ਼ਨ ਕਰਦੇ ਆ, ਬਹੁਤ ਖੁਸ਼ ਹੁੰਦੇ ਆ। ਸਭ ਸੰਗਤਾਂ ਬਹੁਤ ਖੁਸ਼ ਹੁੰਦੀਆਂ ਮਹਾਰਾਜ ਦੇ ਦਰਸ਼ਨ ਕਰਕੇ, ਲੂ ਕੰਡੇ ਖਿੜ ਜਾਂਦੇ ਆ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸਤਿਗੁਰਾਂ ਦੇ ਦਰਸ਼ਨ ਜਿਹੜੇ ਹੈ ਕਰਦਿਆਂ ਸਾਰ ਸੰਗਤਾਂ ਦੇ ਸਭ ਮੈਲ ਪਾਪ ਕੱਟੇ ਜਾਂਦੇ ਆ, ਸਭ ਨਿਹਾਲ 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 ਹੋ ਜਾਂਦੇ ਆ, ਕਿਰਤਾਰਥ 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 ਹੁੰਦੇ ਆ। ਇੱਕ ਪਾਸੇ ਸਾਧ ਸੰਗਤ ਦੀ ਅੰਮ੍ਰਿਤਸਰ ਸਾਹਿਬ ਦੀਆਂ ਸਿਫਤਾਂ, ਜੋ ਅੰਮ੍ਰਿਤਸਰ ਸਿਫਤੀ ਦਾ ਘਰ, ਦੂਸਰੇ ਪਾਸੇ ਪ੍ਰਿਥੀ ਚੰਦ ਨੇ ਬੜੀ ਬਰਾਬਰੀ ਕਰਨੀ ਚਾਹੀ, ਪਰ ਉਹ ਜਿਵੇਂ ਵੇਖਿਆ ਹੀ ਹੈ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਅੰਤ ਸਾਧ ਸੰਗਤ ਜੀ ਸੱਚ ਰਹਿੰਦਾ ਹੈ,
ਪ੍ਰਿਥੀ ਚੰਦ ਤੋਂ ਬਾਅਦ ਵੀ ਹੁਣ ਤੀਕਰ ਸਾਧ ਸੰਗਤ ਜੀ ਬੜਿਆਂ ਇਹੋ ਜਿਹੇ ਪ੍ਰਾਣੀਆਂ ਜਾਂ ਪ੍ਰਿਥੀ ਚੰਦ ਦੀ ਜਿਨ੍ਹਾਂ ਸਾਧ ਸੰਗਤ ਜੋ ਗੈਲ ਗ੍ਰਹਿਣ ਕੀਤੀ ਹੋਈ ਹੈ। ਹਰਿਮੰਦਰ ਸਾਹਿਬ ਦੀ ਹੁਣ ਵੀ ਸ਼ੋਭਾ ਕਿਸੇ ਤੋਂ ਲੁਕੀ ਥੋੜ੍ਹਾ ਹੈ। ਸੰਸਾਰ ਦੇ ਵਿੱਚ ਸਭ ਤੋਂ ਵੱਧ ਸਾਧ ਸੰਗਤ ਜੀ ਮਨੁੱਖਾਂ ਦੇ ਇਕੱਠ ਹੋਣ ਵਾਲਾ, ਦੁਨੀਆ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਵੱਡਾ ਸਥਾਨ ਹੈ ਜਿੱਥੇ ਸੰਸਾਰ ਵਿੱਚ ਸਭ ਤੋਂ ਵੱਧ ਲੋਕ ਆਉਂਦੇ ਹੋਣ ਨਿਤਾ ਪ੍ਰਤੀ, ਉਹ ਹਰਿਮੰਦਰ ਸਾਹਿਬ ਦਾ ਸਥਾਨ ਹੈ। ਦੁਨੀਆ ਵਿੱਚ ਜੇ ਸਭ ਤੋਂ ਵੱਧ ਕਿਤੇ ਸਾਧ ਸੰਗਤ ਜੀ ਮਨੁੱਖਾਂ ਦਾ, ਪ੍ਰਾਣੀਆਂ ਦਾ, ਸੰਗਤ ਦਾ ਪ੍ਰਸ਼ਾਦਾ ਤਿਆਰ ਹੁੰਦਾ, ਸੰਸਾਰ ਕਿੱਡਾ ਹੈ, 6 ਅਰਬ ਦੀ ਆਬਾਦੀ ਵਿੱਚੋਂ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ। ਬੜੀਆਂ ਹੁਣ ਵੀ ਚਾਲਾਂ, ਪਿੱਛੇ ਜਿਹਾ ਹੋਟਲ ਬਣਾਉਂਦੇ ਰਹੇ ਆ ਹਰਿਮੰਦਰ ਸਾਹਿਬ ਦੀ ਸ਼ਕਲ ਦਾ ਨਾ, ਹੋਟਲ ਬਣਾਏ ਜਾ ਰਹੇ ਆ ਭਾਰਤ ਵਰਸ਼ ਅੰਦਰ ਵੀ, ਤਾਂ ਕਿ ਹਰਿਮੰਦਰ ਸਾਹਿਬ ਦੀ ਸ਼ੋਭਾ ਘਟ ਜਾਵੇ। ਉਹਦੇ ਵਿੱਚ ਹੋਟਲ ਬਣਾ ਕੇ ਹਰਿਮੰਦਰ ਸਾਹਿਬ ਦੀ ਸ਼ਕਲ ਦਾ, ਵਿੱਚ ਪੱਬ ਕਲੱਬ ਬਣਾਏ ਜਾਂਦੇ ਆ, ਬਾਰ ਬਣਾਏ ਜਾਂਦੇ ਆ, ਤੇ ਮੀਟ ਸ਼ਰਾਬ ਆਦਿਕ ਵਿੱਚ ਹੀ ਠੇਕੇ ਆਦਿਕ ਖੋਲ੍ਹੇ ਜਾਂਦੇ ਆ ਵੀ ਹਰਿਮੰਦਰ ਸਾਹਿਬ ਦੀ ਸ਼ਕਲ ਦਾ ਬਣੇਗਾ। ਉਹ ਜਿਹੜੇ ਨਵੇਂ ਲੋਕ ਉੱਥੇ ਜਾਣਗੇ ਉਹਨਾਂ ਨੂੰ ਉਸ ਸਥਾਨ ਨੂੰ ਵੇਖ ਕੇ ਵੀ ਸਾਡੇ ਹੋਟਲ ਵਰਗੀ ਜਿਹੜੀ ਉਹ ਭਾਵਨਾ ਬਣੇਗੀ ਉਹਨਾਂ ਦੀ, ਵੀ ਜਿਹੋ ਜਿਹਾ ਹਰਿਮੰਦਰ ਸਾਹਿਬ ਵੀ ਇਹਦੀ ਤੁਲਨਾ ਹੋਟਲ ਨਾਲ ਹੋ ਜਾਵੇਗੀ। ਉੱਥੇ ਜਾ ਕੇ ਸੰਗਤਾਂ ਦਾ ਭਾਵ ਜਿਹੜੇ ਸਿੱਖ ਤੋਂ ਨਹੀਂ ਸਿੱਖ, ਜਿਵੇਂ ਕਹਿ ਲਓ ਗੈਰ ਸਿੱਖ ਹੈ ਜਿਹੜੇ, ਉਹ ਗੈਰ ਸਿੱਖਾਂ ਦੇ ਮਨਾਂ ਵਿੱਚ ਸਾਧ ਸੰਗਤ ਹਰਿਮੰਦਰ ਸਾਹਿਬ ਦਾ ਸਤਿਕਾਰ ਘਟਾਉਣ ਵਾਸਤੇ ਹੁਣ ਵੀ ਤੁਸੀਂ ਹਰਿਮੰਦਰ ਸਾਹਿਬ ਜਾਓ, ਜਿਹੜੇ ਉੱਥੇ ਗੈਰ ਸਿੱਖ ਆਬਾਦੀ ਬਹੁਤ ਆਉਂਦੀ ਹੈ, ਹਰੇਕ ਧਰਮ, ਕਿਉਂਕਿ ਸਭ ਦਾ ਸਾਂਝਾ ਸਥਾਨ ਹੈ ਨਾ, ਉੱਥੇ ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ ਗਾ ਵੀ, ਕਿਉਂਕਿ ਉਹ ਪਰਿਕਰਮਾ 'ਚ ਹੀ ਬਹਿ ਕੇ ਹਾਰ ਸ਼ਿੰਗਾਰ ਮਾਈਆਂ ਕਰਨ ਲੱਗ ਜਾਂਦੀਆਂ, ਕੇਸ ਖੁੱਲ੍ਹੇ ਹੁੰਦੇ ਉੱਥੇ ਹੀ ਆਪਣੇ ਕੇਸ ਵਾਹੀ ਜਾਂਦੀਆਂ ਨੇ। ਤੋ ਕਿਉਂਕਿ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਚਲੋ ਜਥਾ ਪ੍ਰਬੰਧ ਸੋਹਣਾ, ਜਿੰਨੇ ਵੀ ਉੱਥੇ ਸੇਵਾਦਾਰ ਉਹ ਸਮਝਾਉਂਦੇ ਆ ਬੜੇ ਲਹਿਜੇ ਨਾਲ, ਜਿਵੇਂ ਵੀ ਸਮਝਾਇਆ ਜਾਂਦਾ। ਤੋ ਸਾਧ ਸੰਗਤ ਜੀ ਕੁਝ ਬਾਹਰ ਇਹ ਸਥਾਨ ਹੈ ਤਾਂ ਹੁਣ ਬੜਾ ਮਹਾਨ, ਪਰ ਇਹਦਾ ਗੈਰ ਸਿੱਖ ਤਬਕੇ ਵਿੱਚ ਇਹਦਾ ਪ੍ਰਚਾਰ ਨਹੀਂ ਕੀਤਾ ਹੋਇਆ ਵੀ ਉੱਥੋਂ ਦੀ ਮਰਿਆਦਾ ਕੀ ਹੈ, ਰਹਿਣ ਸਹਿਣ ਕੀ ਹੈ, ਵੀ ਅਸੀਂ ਹਰਿਮੰਦਰ ਸਾਹਿਬ ਕਿਵੇਂ ਬਣ ਕੇ ਜਾਣਾ ਹੈ। ਤੋ ਫਿਰ ਵੀ ਬੜੀ ਸਖਤਾਈ ਦੇ ਨਾਲ ਬਹੁਤ ਸੋਹਣਾ ਸੁਚੱਜਾ ਪ੍ਰਬੰਧ ਚਲੋ ਸਤਿਗੁਰੂ ਰਾਮਦਾਸ ਮਹਾਰਾਜ ਆਪ ਹੀ ਚਲਵਾ ਰਹੇ ਹੈ। ਤੋ ਇਹ ਬੜੀ ਮਹਿਮਾ ਘਟਾਉਣ ਦੀ ਹੁਣ ਤੀਕਰ ਸਾਧ ਸੰਗਤ ਜੀ ਸਾਧਸ਼ਾਂ ਹੁਣ ਵੀ ਕਹੀ ਜਾਂਦੇ ਆ ਕਿ ਜੀ ਉੱਥੇ ਕਮਰਾ ਨਹੀਂ ਮਿਲਦਾ ਜੀ, ਉੱਥੇ ਜਾਣ ਦਾ ਕੀ ਫਾਇਦਾ, ਸੌਂ ਤਾਂ ਸਾਧ ਸੰਗਤ ਜੀ ਸਾਰੀ ਉਮਰ ਘਰੇ ਸੁੱਤੇ ਹੀ ਆ, ਜੇ 2 ਦਿਨ ਨਾ ਉੱਥੇ ਸਵਾਂਗੇ ਤੇ ਸਗੋਂ ਕੋਈ ਫਾਇਦਾ ਹੀ ਹੋਵੇਗਾ, ਕਿਤੇ ਦਰਸ਼ਨ ਮਹਾਰਾਜ ਦੇ ਕਰਨ ਨੂੰ ਮਿਲ ਜਾਣਗੇ, ਨਾ ਸੁੱਤਾ ਜਾਵੇਗਾ ਉੱਥੇ, ਤੇ ਕੋਈ ਭਾਂਡਾ ਵੀ ਮਿਲ ਜਾਵੇਗਾ ਜੂਠਾ ਖਰੇ ਮਾਂਜਣ ਨੂੰ ਜੀ ਕਰ ਪਵੇ, ਕੋਈ ਸੇਵਾ ਕਰ ਲਵਾਂਗੇ, ਕੋਈ ਕੀਰਤਨ ਦਾ ਸ਼ਬਦ ਕੰਨੀ ਪੈ ਜਾਵੇ, ਕਿਸੇ ਭਲੇ ਗੁਰਸਿੱਖ ਦੀ ਮੱਤ ਕੰਨੀ ਪੈ ਜਾਵੇਗੀ, ਜੇ ਉੱਥੇ 2 ਦਿਨ ਜਾਗ ਲਵਾਂਗੇ ਤੇ ਮੌਤ ਪੈਂਦੀ ਹੈ। ਇਸ ਤਰ੍ਹਾਂ ਮਹਿਮਾ ਘਟਾਉਣ ਦੇ ਬੜੇ ਹੁਣ ਤੀਕਰ ਵੀ ਯਤਨ ਕੀਤੇ ਜਾਂਦੇ ਆ ਜੀ, ਉੱਥੇ ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ। ਤੋ ਉੱਥੋਂ ਦਾ ਸਾਧ ਸੰਗਤ 2-4 ਦਿਨ ਰਹਿ ਕੇ ਵੇਖੋ, ਪ੍ਰਬੰਧ ਬਹੁਤ ਵੱਡਾ ਹੈ ਉੱਥੋਂ ਦਾ। ਚਲੋ ਗੁਣ ਉਗਣ ਸਾਰਿਆਂ 'ਚ ਹੀ ਹੈ, ਪਰ ਉੱਥੇ ਜਾ ਕੇ ਕੁਹਾੜੇ ਦਾ ਦਸਤਾ ਬਣਨ ਦੀ ਲੋੜ ਨਹੀਂ, ਉੱਥੇ ਜਾ ਕੇ ਨਿੰਦਿਆ ਸ਼ੁਰੂ ਕਰ ਦਿਓ ਮਹਾਰਾਜ ਦਰ ਦੀ, ਕਿਉਂਕਿ ਜਿੰਨੇ ਲੋਕ ਉੱਥੇ ਆਉਂਦੇ ਹੈ ਉਹ ਅਣਜਾਣ ਹੈ ਉਸ ਮਹਾਰਾਜ ਦੇ ਦਰ ਕਰਦੀ ਮਰਿਆਦਾ ਤੋਂ। ਕਿਸੇ ਨੂੰ ਕੋਈ ਪਤਾ ਨਹੀਂ ਵੀ ਸਿਰ ਢੱਕ ਕੇ ਅੰਦਰ ਜਾਈਦਾ, ਕਿਉਂਕਿ ਸਭ ਧਰਮਾਂ ਦੇ ਆਪੋ ਆਪਣੇ ਰੂਲ ਰੈਗੂਲੇਸ਼ਨ ਹੈ, ਹਰਿਮੰਦਰ ਸਾਹਿਬ ਦੀ ਆਪਣੀ ਮਾਣ ਮਰਿਆਦਾ ਹੈ। ਤੋ ਉਹਨਾਂ ਨੂੰ ਦੱਸਣਾ ਪੈਂਦਾ, ਵਾਰ-ਵਾਰ ਦੱਸਣਾ ਪੈਂਦਾ। ਉਹ ਕਿੰਨੀ ਖੇਚਲ ਹੁੰਦੀ ਇਕੱਲੇ ਇਕੱਲੇ ਮਨੁੱਖ ਨੂੰ ਸਮਝਾਉਣਾ ਵੀ ਜਰਾਬ ਪਾ ਕੇ ਨਹੀਂ ਅੰਦਰ ਆਉਣੀ ਜੀ, ਸਿਰ ਢੱਕ ਕੇ ਰੱਖਣਾ ਹੈ। ਤੋ ਇਹ ਪ੍ਰਬੰਧ ਬਹੁਤ ਵੱਡਾ ਹੈ। ਉੱਥੇ ਕਮੀ ਕੋਈ ਵੇਖ ਕੇ ਹੈ ਤਾਂ ਕੋਈ ਨਹੀਂ ਕਮੀ, ਪਰ ਆਪਣੋ ਚਿੱਤ ਦੁਰਾਸ਼ ਪਇਓ ਪਰ ਅਵਗਣ ਦਰਸੰਤ, ਉੱਥੇ ਕੋਈ ਕਮੀ ਵੇਖ ਉਹਦਾ ਭੰਡੀ ਪ੍ਰਚਾਰ ਨਹੀਂ ਕਰਨਾ ਚਾਹੀਦਾ ਕਦੇ ਵੀ। ਜੇ ਕੁਝ ਵੇਖ ਲਿਆ ਉਹ ਕਮੀ ਨਹੀਂ ਹੈ, ਉਹ ਸਾਧ ਸੰਗਤ ਜੀ ਏਡੇ ਵੱਡੇ ਪ੍ਰਬੰਧ ਵਿੱਚ ਹੋ ਜਾਂਦਾ ਥੋੜ੍ਹਾ ਬਹੁਤ ਆਗਾ ਪਿੱਛਾ, ਕਿਉਂਕਿ ਸੰਗਤ ਨਵੀਂ ਆਉਂਦੀ ਉੱਥੇ, ਕਿਸੇ ਨੂੰ ਕੁਝ ਨਹੀਂ ਪਤਾ ਬਈ ਕਿਵੇਂ ਰਹਿਣਾ, ਕਿਵੇਂ ਉੱਥੇ ਬਹਿਣਾ, ਕਿਹੋ ਜਿਹਾ ਕੱਪੜਾ। ਹੁਣ ਤਾਂ ਸੁੱਖ ਨਾਲ ਸਾਡੇ ਸਿੱਖਾਂ ਦੇ ਧੀਆਂ ਪੁੱਤਰਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਗੁਰੂ ਘਰ ਟੋਪੀ ਲੈ ਕੇ ਜਾਣਾ ਕਿ ਨਹੀਂ ਜਾਣਾ। ਇੱਥੇ ਵੀ ਬਾਹਰ ਵੀ ਹਰਿਮੰਦਰ ਸਾਹਿਬ ਤਾਂ ਚਲੋ ਸੇਵਾਦਾਰ ਖੜੇ ਹੋਣ ਕਰਕੇ ਮਨਾਹੀ ਹੈ ਨਾ, ਪਰ ਟੋਪੀ ਦੀ ਮਨਾਹੀ ਹੈ ਮਹਾਰਾਜ ਦੇ ਦਰਬਾਰ ਵਿੱਚ, ਜਰਾਬਾਂ ਦੀ ਮਨਾਹੀ ਹੈ, ਕੁਰਸੀ ਦੀ ਮਨਾਹੀ ਹੈ। ਤੇ ਕਿਹੜਾ ਗੁਰੂ ਘਰ ਹੈ ਇੱਥੇ ਜਿਹਦੇ ਵਿੱਚ ਕੁਰਸੀ ਨਹੀਂ ਹੈ, ਜਿਹਦੇ ਵਿੱਚ ਸਾਧ ਸੰਗਤ ਜੀ ਕੋਈ ਟੋਪੀ ਲੈ ਕੇ ਨਹੀਂ ਜਾਂਦਾ, ਜਿਹਦੇ ਵਿੱਚ ਕੋਈ ਜਰਾਬ ਪਾ ਕੇ ਨਹੀਂ ਜਾਂਦਾ, ਸਭ ਤੁਰੇ ਫਿਰਦੇ ਆ ਉਸੇ ਤਰ੍ਹਾਂ। ਤੋ ਇੱਥੇ ਤਾਂ 5-7-10 ਬੰਦੇ ਮਨੁੱਖ ਸਰੀਰ ਸਿੱਖ ਆਉਂਦੇ ਆ, ਉਸ ਸਥਾਨ 'ਤੇ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਆ।
ਜਿਨ੍ਹਾਂ ਦੇ ਵੱਖੋ ਵੱਖਰੇ ਸਮਾਜ ਤੋਂ ਵੱਖੋ ਵੱਖਰੀ ਮਰਿਆਦਾ ਹੈ, ਵੱਖੋ ਵੱਖਰੇ ਰਹਿਣ ਸਹਿਣ ਹੈ। ਤੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸਥਾਨ ਦੀ ਬੁਲੰਦੀ ਇਸੇ ਤਰ੍ਹਾਂ ਰੱਖਣ, ਕਿਉਂਕਿ ਸਤਿਗੁਰਾਂ ਦਾ ਕਾਰਜ ਹੈ। ਗਰੀਬ ਨਵਾਜ ਦਾ ਸਾਧ ਸੰਗਤ ਜੀ ਘਰ ਹੈ, ਕਿਉਂਕਿ ਪਰਮੇਸ਼ਰ ਪ੍ਰੋਫੈਸਰ ਸਾਹਿਬ ਸਿੰਘ ਜੀਆਂ ਦਾ ਸਾਧ ਸੰਗਤ ਜੀ ਕਹਿਣਾ ਹੈ ਕਿ ਜੇ ਦੁਨੀਆ ਦੇ ਉੱਪਰ ਸੱਚਖੰਡ ਵੇਖਣਾ ਹੈ, ਵੀ ਜੇ ਕੋਈ ਇੱਛਾ ਕਰਦਾ ਨਾ ਵੀ ਖਰੇ ਸਵਰਗ ਸੱਚਖੰਡ ਕਿਹੋ ਜਿਹਾ ਹੈ, ਉਹ ਸੱਚਖੰਡ ਇਨ ਬਿਨ ਖਾਲਸਾ ਜੀ ਹਰਿਮੰਦਰ ਸਾਹਿਬ ਵਰਗਾ। ਜੇ ਕੋਈ ਇੱਛਾ ਕਰਦਾ ਹੈ ਨਾ ਵੀ ਖਰੇ ਸੱਚਖੰਡ ਦੇ ਮਹਾਰਾਜ ਸਾਨੂੰ ਸੱਚਖੰਡ ਦਾ ਵਾਸਾ ਬਖਸ਼ਿਸ਼ ਕਰੋ, ਸਾਨੂੰ ਮਹਾਰਾਜ ਸੱਚਖੰਡ ਵਿੱਚ ਵਾਸਾ ਬਖਸ਼ਿਸ਼ ਕਰੋ, ਵੀ ਅਸੀਂ ਸੱਚਖੰਡ ਵੀ ਚੜ੍ਹਾਈ ਕਰਕੇ ਪੁਰਾਣੀ ਅਸੀਂ ਮਹਾਰਾਜ ਸੱਚਖੰਡ ਜਾਈਏ, ਉਹ ਸਾਧ ਸੰਗਤ ਜੀ ਸੱਚਖੰਡ ਦੇ ਦਰਸ਼ਨ ਕਰਨੇ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ। ਇਨ ਬਿਨ ਸੱਚਖੰਡ ਜਿਹੜਾ ਨਾ ਪਰਮੇਸ਼ਰ ਦਾ ਵਾਸਾ ਜਿੱਥੇ ਉਸ ਅਕਾਲ ਪੁਰਖ ਦਾ, ਉਹ ਇਨ ਬਿਨ ਸੱਚਖੰਡ ਵਰਗਾ ਹੈ। ਸੱਚਖੰਡ ਹਰਿਮੰਦਰ ਸਾਹਿਬ ਪਾਵਨ ਸਥਾਨ ਸਾਧ ਸੰਗਤ ਜੀ ਐਂ ਕਹਿ ਲਓ ਵੀ ਸਵਰਗ ਜੇ ਧਰਤੀ ਤੇ ਉਤਰ ਕੇ ਸਿੱਧਾ ਆਇਆ ਹੋਇਆ ਤਾਂ ਹਰਿਮੰਦਰ ਸਾਹਿਬ ਹੈ। ਹਰਿਮੰਦਰ ਸਾਹਿਬ ਧਰਤੀ ਦਾ ਸਵਰਗ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਰੇ ਦੇ ਅੰਦਰ ਸ਼ਰਧਾ ਬਣਾਉਣ ਇਹਨਾਂ ਪਾਵਨ ਸਥਾਨਾਂ ਦੀ। ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਿਧਾਂਤਾਂ ਨੂੰ ਮਾਣ ਮਰਿਆਦਾ ਨੂੰ ਸਾਂਭ ਕੇ ਰੱਖੀਏ। ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਫਿਰ ਪ੍ਰਿਥੀ ਚੰਦ ਇਸ ਤਰ੍ਹਾਂ ਦੀ ਕੁਤਾਹੀ ਪ੍ਰਿਥੀ ਚੰਦ ਦੀ ਵੇਖ ਕੇ ਭਾਈ ਗੁਰਦਾਸ ਜੀ ਸਾਧ ਸੰਗਤ ਜੀ ਫਿਰ ਵੀ ਮਾਮੇ ਲੱਗਦੇ ਸੀ ਸਤਿਗੁਰਾਂ ਦੇ, ਇਧਰ ਪ੍ਰਿਥੀ ਚੰਦ ਦੇ ਵੀ, ਤੇ ਫਿਰ ਸਮਝਾਉਣ ਵਾਸਤੇ ਗਏ ਸੀ ਪ੍ਰਿਥੀ ਚੰਦ ਨੂੰ, ਪਰ ਅੰਧੇ ਏਕ ਨਾ ਲੱਗ ਗਈ ਜੋ ਬਾਸ ਬਜਾਈ ਹੈ ਫੂਕ। ਫਿਰ ਇਹ ਪ੍ਰਿਥੀ ਚੰਦ ਨੇ ਭਾਈ ਗੁਰਦਾਸ ਜੀ ਨਾਲ ਵੀ ਝਗੜਾ ਕੀਤਾ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਮਹਾਰਾਜ ਆਪਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਈ ਨਈ ਨਿਤ ਸੰਗਤਾਂ ਆਵਹਿ ਚਲ ਦੂਰੀ, ਪ੍ਰੇਮ ਪਦਾਰਥ ਪੁਲ ਕਾਵਲੀ, ਪ੍ਰੇਮ ਪਰਮ ਪੁਲ ਕਾਵਲੀ, ਹੋਏ ਮਿਲਤ ਹਦੂਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।